ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਲੋਕ ਹਾਂ। ਪੰਜਾਬੀ ਭਾਸ਼ਾ ਦੇ ਵਿੱਚ ਵਜਾਈਨਾ ਵਾਸਤੇ ਸ਼ਬਦ ਹੈਗੇ ਨੇ। ਅਸੀਂ ਜਿਹੜੇ ਜਿਸ ਫਿਊਡਲ ਕਲਚਰ ਦੇ ਵਿੱਚ ਅਸੀਂ ਜਿਉਂਦੇ ਹਾਂ, ਉਸ ਫਿਊਡਲ ਕਲਚਰ ਵਿੱਚ ਅਸੀਂ ਉਸ ਅੰਗ ਨੂੰ ਇੱਕ ਗਾਲ ਦੀ ਤਰ੍ਹਾਂ ਪੇਸ਼ ਕੀਤਾ। ਇਸ ਕਰਕੇ ਮੈਂ ਵਜਾਈਨਾ ਮੈਨੂੰ ਰੱਖਣਾ ਪਿਆ, ਮੇਰੀ ਮਜਬੂਰੀ ਹੈ ਕਿ ਮੈਂ ਕਿਹੜਾ ਨਾਮ ਰੱਖਾਂ ਜਿਹਦੇ ਨਾਲ ਮੇਰੀ ਗੱਲ ਜਾਵੇ ਵੀ, ਤੇ ਜਿਹੜਾ ਮੇਰੇ ਸਾਹਮਣੇ ਮੇਰੇ ਔਰਤਾਂ ਬੈਠੀਆਂ ਨੇ ਉਹ ਕੋਈ ਐਮਬੈਰਸਿੰਗ ਸਿਚੁਏਸ਼ਨ ਵਿੱਚ ਨਾ ਜਾਣ। 35 ਸਾਲ ਹੋ ਗਏ ਮੈਨੂੰ ਰੰਗਮੰਚ ਨਾਲ ਜੁੜੇ ਹੋਏ ਨੂੰ, ਲੇਕਿਨ ਮੈਂ ਕੀ ਤੇ ਕਿਵੇਂ ਕਰ ਲੈਣਾ ਇਹ ਸ਼ਾਇਦ ਮੈਨੂੰ ਵੀ ਨਹੀਂ ਪਤਾ। ਸੋ ਕਲਾ ਦੇ ਨਿਖਾਰ ਲਈ ਤੁਹਾਨੂੰ ਹਰ ਰੋਜ਼ ਮਿਹਨਤ ਕਰਨੀ ਪੈਂਦੀ, ਹਰ ਰੋਜ਼ ਰਿਆਜ਼ ਕਰਨਾ ਪੈਂਦਾ। ਉਹ ਰਿਆਜ਼ ਮੇਰਾ ਹਮੇਸ਼ਾ ਜਾਰੀ ਰਹਿੰਦਾ। ਵਿੱਚ ਜਿਉਂਦੇ ਹੋ, ਜੇ ਤੁਸੀਂ ਸਾਹਿਤਕਾਰ ਹੋ ਜਾਂ ਕਲਾਕਾਰ ਹੋ, ਜੇ ਤੁਸੀਂ ਬਹੁਤ ਬਾਰੀਕੀ ਨਾਲ ਬਹੁਤ ਨੇੜੇ ਹੋ, ਆਪਣੇ ਸਮਾਜ ਨੂੰ ਅਬਜ਼ਰਵ ਕਰਦੇ ਹੋ, ਉਸ ਨੂੰ ਦੇਖਦੇ ਹੋ, ਚੀਜ਼ ਨਾਲ ਲੀਜ ਨਾਲ ਦੇਖਦੇ ਹੋ, ਤੇ ਤੁਹਾਨੂੰ ਬਹੁਤ ਕੁਝ ਲੱਭਦਾ ਹੈ। ਭਾ ਦੀਆਂ ਗੱਲਾਂ ਸੁਣਦਾ ਰਿਹਾ, ਭਾ ਕਿਵੇਂ ਲੋਕਾਂ 'ਚ ਵਿਚਰਦੇ ਸੀ, ਕਿਵੇਂ ਗੱਲਬਾਤ ਕਰਦੇ ਸੀ, ਕਿਸ ਤਰ੍ਹਾਂ ਦੇ ਫਿਕਰ ਜ਼ਾਹਰ ਕਰਦੇ ਸੀ, ਸਿਰਫ ਨਾਟਕ ਤੇ ਨਹੀਂ, ਸਿਰਫ ਸਟੇਜ ਤੋਂ ਅੱਗੇ ਪਿੱਛੇ ਵੀ। ਉੱਥੇ ਲੱਗਾ ਕਿ ਹਾਂ ਨਹੀਂ, ਇਹ ਤਾਂ ਕੋਈ ਗੱਲ ਵੱਡੀ ਹੈਗੀ ਹੈ। ਮੁਕੰਮਲ ਤੇ ਕਦੇ ਵੀ ਨਹੀਂ ਕੋਈ ਹੁੰਦਾ। ਜਿਸ ਦਿਨ ਆਪਾਂ ਨੂੰ ਮੁਕੰਮਲ ਹੋਣ ਦਾ ਭਰਮ ਪੈ ਗਿਆ, ਉਸ ਦਿਨ ਸਾਡਾ ਖਤਮ ਹੋਏਗਾ ਨਾ, ਸਾਡਾ ਆਖਰੀ ਪਲ ਹੋਏਗਾ। ਪ੍ਰੋਫੈਸਰ ਅਜਮੇਰ ਔਲਖ ਨੇ, ਮੈਂ ਕਦੇ ਜ਼ਿੰਦਗੀ 'ਚ ਉਹਨਾਂ ਨਾਲ ਰੰਗਮੰਚ ਨਹੀਂ ਕੀਤਾ, ਪਰ ਉਹਨਾਂ ਨਾਲ ਬਹੁਤ ਸੰਗਤ ਮਾਣੀ ਔਰ ਬੜਾ ਸਤਿਕਾਰ ਉਹਨਾਂ ਤੋਂ ਲਿਆ। ਬੱਚਿਆਂ ਦੀ ਤਰ੍ਹਾਂ ਮੈਂ ਬਾਪੂ ਉਹਨਾਂ ਨੂੰ ਹਮੇਸ਼ਾ ਕਹਿੰਦਾ ਆਪਣਾ। ਇਹ ਨਾ ਹੋਵੇ ਕਿ ਜੇ ਤੁਸੀਂ 50 ਅਬਵ ਹੋ ਗਏ ਹੋ, ਤੁਹਾਡੇ ਦਰਸ਼ਕਾਂ ਦੇ ਵਿੱਚ ਕੋਈ 15 ਸਾਲ ਦਾ ਬੱਚਾ, ਮੁੰਡਾ ਜਾਂ ਕੁੜੀ ਬੈਠੇ, ਉਹ ਕਹੇ ਨਹੀਂ ਇਹਦੀ ਗੱਲ ਇਹਦਾ ਅੰਦਾਜ਼ ਇਹ ਮੇਰੇ ਹਾਣ ਦਾ ਨਹੀਂ ਹੈ। ਉਹਨੂੰ ਲੱਗਣਾ ਚਾਹੀਦਾ ਕਿ ਨਹੀਂ, ਇਹਦੀ ਗੱਲਬਾਤ ਇਹ ਚਾਹੇ ਮੇਰੇ ਤੋਂ 35 ਸਾਲ ਵੱਡਾ ਹੈ, ਪਰ ਇਹਦੀ ਗੱਲਬਾਤ ਮੇਰੇ ਵੀ ਹਾਣ ਦੀ ਹੈ, ਮੈਂ ਵੀ ਹੈਗਾ, ਮੇਰੇ ਨਾਲ ਵੀ ਕੁਝ ਹੋ ਰਿਹਾ, ਮੈਨੂੰ ਵੀ ਆਪਣੀ ਰਚਨਾ ਦੇ ਵਿੱਚ ਹਿੱਸਾ ਦੇ। ਉਹ ਜੋ ਤੁਸੀਂ ਆਪਣੇ ਆਪ ਨੂੰ ਰੈਡੀ ਕਰ ਲਿਆ ਨਾ, ਤੇ ਚੀਜ਼ਾਂ ਤੁਹਾਨੂੰ ਆਪਣੇ ਆਪ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀਆਂ। ਉਹ ਜਿਹੜਾ ਅਧਿਐਨ ਹੈ ਉਹ ਮੈਂ ਸਮਝਦਾ ਕਿਤਾਬਾਂ ਤੋਂ ਵੀ, ਅਖਬਾਰਾਂ ਤੋਂ ਵੀ, ਟੈਲੀਵਿਜ਼ਨ ਤੋਂ ਵੀ, ਸਾਰੇ ਮੀਡੀਅਮ ਤੋਂ ਜ਼ਿਆਦਾ ਮਹੱਤਵਪੂਰਨ ਅਧਿਐਨ ਹੈ। ਉੱਥੇ ਛੋਟੀਆਂ ਤੇ ਐਡੀਆਂ ਛੋਟੀ ਤਿਤਲੀਆਂ ਵਰਗੇ ਉਹਨਾਂ ਨੇ ਬਣਾ ਕੇ ਤੇ ਨਕਲੀ ਲਾਏ ਹੋਏ ਆ, ਤੇ ਉਹਦੇ ਥੱਲੇ ਨਾਮ ਲਿਖੇ ਹੋਏ ਨੇ। ਉਹ ਉਹਨਾਂ ਲੋਕਾਂ ਦੇ ਨਾਮ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਜ਼ੁਲਮ ਹੋਇਆ, ਜਿਨ੍ਹਾਂ ਦੀਆਂ ਹੱਡੀਆਂ ਪਿੰਜਰ ਲੱਭੇ ਬਾਅਦ ਦੇ ਵਿੱਚ ਹੈ ਨਾ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਨਾਲ ਕਿੰਨੇ ਤਸ਼ੱਦਦ ਕੀਤੇ ਗਏ। ਤੇ ਉੱਥੇ ਮੈਂ ਇੱਕ ਥੱਲੇ ਲਿਖਿਆ, ਉਹਦੇ ਪੜ੍ਹਿਆ, ਉਹਦੇ ਸਮਥਿੰਗ ਨਾਲ ਕੋਈ ਜੋਸ਼ ਨਾਮ ਲਿਖਿਆ ਹੋਇਆ ਸੀ, ਨਾਲ ਲਿਖਿਆ ਸੀ +1। then I asked what is this +1? ਤੇ said ਕਿ ਜਦੋਂ ਇਹ ਔਰਤ ਨਾਲ ਇਹ ਸਾਰਾ ਕੁਝ ਹੋਇਆ, ਉਹਨੂੰ ਮਾਰਿਆ ਗਿਆ, ਰਗੜਿਆ ਗਿਆ, ਤੇ ਉਹਦੇ ਪੇਟ ਦੇ ਵਿੱਚ ਇੱਕ ਬੱਚਾ ਸੀ, that's why +1। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਵਿੱਚ। ਪ੍ਰੋਗਰਾਮ ਗੱਲਬਾਤ ਦੇ ਵਿੱਚ ਆਪਾਂ ਅਕਸਰ ਬਹੁਤ ਵਿਸ਼ੇਸ਼ ਮਹਿਮਾਨ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਉਹ ਗੱਲਬਾਤ ਵੀ ਇੱਕ ਬਹੁਤ ਹੀ ਖਾਸ ਤੌਰ ਤੇ ਬਹੁਤ ਅਹਿਮ ਵਿਸ਼ੇ ਦੇ ਉੱਪਰ ਹੁੰਦੀ ਹੈ। ਤੇ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਖਾਸ ਸ਼ਖਸੀਅਤ ਸ਼ਾਮਲ ਹੋਣ ਜਾ ਰਹੇ ਨੇ, ਜਿਹੜੇ ਕਿ ਰੰਗਮੰਚ ਤੇ ਜਦੋਂ ਉਹਨਾਂ ਨੂੰ ਅਸੀਂ ਦੇਖਦੇ ਹਾਂ ਤਾਂ ਫਿਰ ਵੇਖਿਆ ਹੀ ਬਣਦਾ। ਮੇਰੀ ਮੁਰਾਦ ਹੈ ਡਾਕਟਰ ਸਾਹਿਬ ਸਿੰਘ ਤੋਂ। ਸਾਹਿਬ ਸਿੰਘ ਜੀ ਉਚੇਚੇ ਤੌਰ ਤੇ ਸਾਡੇ ਕੋਲ ਕੈਲਗਰੀ ਦੇ ਵਿੱਚ ਧੰਨ ਲਿਖਾਰੀ ਨਾਨਕਾ ਜਿਹੜਾ ਨਾਟਕ ਹੈ ਉਹਦੀ ਪੇਸ਼ਕਾਰੀ ਵਾਸਤੇ ਆਏ ਨੇ। ਇਹਨਾਂ ਦੇ ਕੋਲੋਂ ਮੈਂ ਥੋੜਾ ਜਿਹਾ ਸਮਾਂ ਮੰਗ ਲਿਆ ਕਿ ਭਈ ਅਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕਰਨੀ ਹੈ, ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਨੂੰ ਸਮਾਂ ਦਿੱਤਾ। ਤੇ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ। ਡਾਕਟਰ ਸਾਹਿਬ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਤੇ। ਜੀ ਬਹੁਤ ਮਿਹਰਬਾਨੀ ਜੀ। ਆਪਾਂ ਤੁਹਾਡੇ ਬਾਰੇ ਚਰਚਾ ਬਹੁਤ ਸੁਣੀ ਹੈ। ਜਿਹੜੇ ਪੰਜਾਬ ਦੇ ਵਿੱਚ ਜਲੰਧਰ ਤੋਂ ਸਾਡਾ ਪ੍ਰੋਗਰਾਮ ਪ੍ਰਸਾਰਿਤ ਹੁੰਦਾ ਹੈ, ਉੱਥੋਂ ਵੀ ਦੇ ਜਿਹੜੇ ਹੈਗੇ ਨੇ ਲੋਕ, ਉਹਨਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਤੁਹਾਡੇ ਬਾਰੇ ਦੇ ਵਿੱਚ ਕਿ ਤੁਸੀਂ ਕਮਾਲ ਦੇ ਨਾਟਕ ਲਿਖਦੇ ਹੋ, ਕਮਾਲ ਦੀ ਤੁਹਾਡੀ ਪੇਸ਼ਕਾਰੀ ਹੁੰਦੀ ਹੈ। ਪਿਛਲੇ ਦਿਨੀ ਸਰੀ ਦੇ ਵਿੱਚ ਮੈਂ ਤੁਹਾਡਾ ਨਾਟਕ ਦੇਖਿਆ ਸੀਗਾ, ਸਮਾਂ ਵਾਲੀ ਡਾਂਗ, ਤੇ ਮੈਂ ਵੇਖਦੀ ਹਾਂ ਕਿ ਜਿੰਨੇ ਵੀ ਉੱਥੇ ਅਸੀਂ ਵੇਖਣ ਵਾਲੇ ਸਾਂ, ਕਿਹੜਾ ਆ ਜਿਹਦੀ ਅੱਖ ਜਿਹੜੀ ਉਹਦੇ ਦੇ ਵਿੱਚੋਂ ਰੋਈ ਨਾ ਹੋਵੇ ਹੈ। ਤੇ ਤੁਸੀਂ ਇੰਨਾ ਕੁਝ ਕਿਵੇਂ ਕਰ ਲੈਂਦੇ ਹੋ? ਕਦੋਂ ਤੋਂ ਕਰ ਲੱਗੇ ਹੋ? ਕੀ ਕਰ ਲੈਂਦੇ ਹੋ? ਇਹਨਾਂ ਮੈਸਮਰਾਈਜ਼ ਕਰ ਲੈਂਦੇ ਹੋ ਦਰਸ਼ਕਾਂ ਨੂੰ? ਕੀ ਹੈ ਤੁਹਾਡੇ ਵਿੱਚ ਖਾਸ? ਜੀ 35 ਸਾਲ ਹੋ ਗਏ ਮੈਨੂੰ ਰੰਗਮੰਚ ਨਾਲ ਜੁੜੇ ਹੋਏ ਨੂੰ, ਲੇਕਿਨ ਮੈਂ ਕੀ ਤੇ ਕਿਵੇਂ ਕਰ ਲੈਣਾ ਇਹ ਸ਼ਾਇਦ ਮੈਨੂੰ ਵੀ ਨਹੀਂ ਪਤਾ, ਹੈ ਨਾ। ਤੇ ਕਿਉਂਕਿ ਜਦੋਂ ਤੁਸੀਂ ਕਿਸੇ ਸਫ਼ਰ ਤੇ ਚੱਲਦੇ ਹੋ ਤੇ ਤੁਹਾਨੂੰ ਜਿਹੜੇ ਦੇਖ ਰਹੇ ਹੁੰਦੇ ਨੇ, ਤੁਹਾਡੇ ਸਫ਼ਰ ਨੂੰ ਨਾਪ ਤੋਲ ਰਹੇ ਹੁੰਦੇ, ਉਹਦਾ ਜਾਇਜ਼ਾ ਲੈ ਰਹੇ ਹੁੰਦੇ, ਉਹਨਾਂ ਨੂੰ ਵੱਧ ਪਤਾ ਹੁੰਦਾ। ਆਪਣੀ ਤੇ ਕਿਰਮਾਣੀ ਜੀ ਕੋਸ਼ਿਸ਼ ਹੈ ਕਿ ਆਪਣੇ ਰੰਗਮੰਚ ਰਾਹੀਂ ਸਮਾਜਿਕ ਅਲਾਮਤਾਂ, ਸਮਾਜਿਕ ਪ੍ਰਾਪਤੀਆਂ, ਸਮਾਜਿਕ ਸੰਘਰਸ਼, ਲੋਕਾਂ ਦਾ ਸੰਘਰਸ਼, ਲੋਕ ਕਿੱਥੋਂ ਚੱਲ ਕੇ ਕਿੱਥੇ ਪਹੁੰਚਦੇ ਨੇ, ਉਹਨਾਂ ਦੀ ਕਿਤੇ ਨਾ ਕਿਤੇ ਕਲਾਤਮਕ ਤਰੀਕੇ ਦੇ ਨਾਲ ਉਹਨਾਂ ਦੇ ਸਾਹਮਣੇ ਗੱਲ ਪੇਸ਼ ਹੋਵੇ। ਔਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਕੋਈ ਅੱਖ ਇਹੋ ਜਿਹੀ ਨਹੀਂ ਸੀ ਜਿਹੜੀ ਰੋਈ ਨਾ ਹੋਵੇ, ਉਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਲੋਕਾਂ ਦੀ ਗੱਲ ਕਲਾਤਮਕ ਲਹਿਜ਼ੇ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿਓ ਤੇ ਲੋਕਾਂ ਨੂੰ ਗੱਲ ਰਿਲੇਟੇਬਲ ਲੱਗੇ, ਲੋਕਾਂ ਨੂੰ ਲੱਗੇ ਕਿ ਸਾਡੀ ਗੱਲ ਹੋ ਰਹੀ ਹੈ। ਕਿਉਂਕਿ ਇੱਕ ਵਿਧਾ ਇਹੋ ਜਿਹੀ ਹੈ ਰੰਗਮੰਚ, ਜਿਹਦੇ ਵਿੱਚ ਸਿਰਫ ਗੱਲ ਹੀ ਨਹੀਂ ਹੁੰਦੀ, ਗੱਲ ਦੇ ਨਾਲ ਕਲਾ ਵੀ ਹੋਣੀ ਚਾਹੀਦੀ ਹੈ। ਸੋ ਕਲਾ ਦੇ ਨਿਖਾਰ ਲਈ ਤੁਹਾਨੂੰ ਹਰ ਰੋਜ਼ ਮਿਹਨਤ ਕਰਨੀ ਪੈਂਦੀ ਹੈ, ਹਰ ਰੋਜ਼ ਰਿਆਜ਼ ਕਰਨਾ ਪੈਂਦਾ। ਉਹ ਰਿਆਜ਼ ਮੇਰਾ ਹਮੇਸ਼ਾ ਜਾਰੀ ਰਹਿੰਦਾ। ਮੈਂ ਹਮੇਸ਼ਾ ਆਪਣੇ ਆਪ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦਾ
ਹੈ ਕਿ ਸਮਾਜਿਕ ਗਤੀ ਜੇ ਵੱਧ ਰਹੀ ਹੈ, ਜੇ ਲੋਕਾਂ ਦੀ ਤੁਰਨ ਫਿਰਨ ਦੀ ਸਪੀਡ ਵੱਧ ਗਈ ਹੋਈ ਹੈ, ਉੱਠਣ ਬੈਠਣ ਦੀ ਸਪੀਡ ਵੱਧ ਗਈ ਹੈ, ਕੰਮ ਕਰਨ ਦੀ ਸਪੀਡ ਵੱਧ ਗਈ ਹੈ, ਗੱਲਬਾਤ ਕਰਨ ਦੀ ਸਪੀਡ ਵੱਧ ਗਈ ਹੈ, ਸਮਾਜ ਦੀਆਂ ਗੁੰਝਲਾਂ ਦੀ ਸਪੀਡ ਵੱਧ ਗਈ ਹੈ, ਤਾਂ ਫਿਰ ਉਹਦੇ ਨਾਲ ਰੰਗਮੰਚ ਨੂੰ ਕਦਮ ਨਾ ਕਦਮ ਮਿਲਾ ਕੇ ਕਿਵੇਂ ਤੁਰੇ, ਬਸ ਉਹ ਕੋਸ਼ਿਸ਼ ਜਾਰੀ ਰਹਿੰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਮੈਂ ਕੁਛ ਨਾਟਕ ਕਰਦਾ ਤੇ ਲੋਕੀ ਉਸ ਨੂੰ ਐਕਸੈਪਟ ਕਰਦੇ ਨੇ, ਪ੍ਰਵਾਨ ਚੜ੍ਹਦਾ ਉਹ ਨਾਟਕ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਜਿਸ ਸਮਾਜ ਵਿੱਚ ਜਿਉਂਦੇ ਹੋ, ਜੇ ਤੁਸੀਂ ਸਾਹਿਤਕਾਰ ਹੋ ਜਾਂ ਕਲਾਕਾਰ ਹੋ, ਜੇ ਤੁਸੀਂ ਬਹੁਤ ਬਾਰੀਕੀ ਨਾਲ, ਬਹੁਤ ਨੇੜੇ ਹੋ, ਆਪਣੇ ਸਮਾਜ ਨੂੰ ਅਬਜ਼ਰਵ ਕਰਦੇ ਹੋ, ਉਸ ਨੂੰ ਦੇਖਦੇ ਹੋ, ਚੀਜ਼ ਨਾਲ ਨੀਝ ਨਾਲ ਦੇਖਦੇ ਹੋ, ਤੇ ਤੁਹਾਨੂੰ ਬਹੁਤ ਕੁਝ ਲੱਭਦਾ ਹੈ ਉਸ ਸਮਾਜ ਦੇ ਵਿੱਚੋਂ ਕਿ ਇਹ ਸਮਾਜ ਕਿੱਦਾਂ ਹੋਂਦ ਦੇ ਵਿੱਚ ਆਇਆ, ਇਹਨੇ ਕੀ ਸੰਘਰਸ਼ ਕੀਤਾ ਹੈ, ਅੱਜ ਸਮਾਜ ਦਾ ਆਹ ਵਰਗ ਜੇ ਇੱਥੇ ਪਹੁੰਚਿਆ ਤਾਂ ਕਿਉਂ ਪਹੁੰਚਿਆ, ਉਹਦੇ ਕਿਹੜੇ ਕਿਹੜੇ ਪੜਾਅ ਨੇ, ਕਿਹਨਾਂ ਪੜਾਵਾਂ ਵਿੱਚੋਂ ਲੰਘ ਕੇ ਆਇਆ, ਕਿਹੜੇ ਕਾਰਨ ਸੀ ਕਿ ਜੇ ਅੱਜ ਉਹ ਕਿਸੇ ਦੁਖਦਾਈ ਸਥਿਤੀ 'ਚ ਹੈ ਉਹਦੇ ਪਿੱਛੇ ਕੀ ਕਾਰਨ ਨੇ, ਜੇ ਅੱਜ ਉਹ ਬਹੁਤ ਅੱਛੀ ਸਥਿਤੀ ਵਿੱਚ ਹੈ ਤਾਂ ਉਹਦੇ ਕੀ ਕਾਰਨ ਨੇ। ਇਹ ਇੱਕ ਵਿਅਕਤੀ ਤੇ ਵੀ ਇਹੀ ਡਿਪੈਂਡ ਕਰਦਾ, ਸਮਾਜ ਤੇ ਵੀ ਇਹੀ ਡਿਪੈਂਡ ਕਰਦਾ ਕਿ ਇੱਕ ਸਮਾਜ ਨੇ ਕਿੰਨਾ ਕੁ ਸੰਘਰਸ਼ ਕੀਤਾ ਇੱਥੇ ਤੱਕ ਪਹੁੰਚਣ ਨੂੰ, ਉਹ ਸੰਘਰਸ਼ ਸਹੀ ਹੋਇਆ, ਗਲਤ ਹੋਇਆ, ਇਹਦੀ ਪੜਚੋਲ ਵੀ ਤੁਹਾਨੂੰ ਨਾਲ ਨਾਲ ਕਰਨੀ ਪੈਂਦੀ ਹੈ। ਸੋ ਮਤਲਬ ਇੱਕ ਆਰਟਿਸਟ ਲਈ ਮੈਂ ਸਮਝਦਾ ਕਿ ਕਾਫੀ, ਜੇ ਆਰਟਿਸਟ ਚਾਹੁੰਦਾ ਹੈ, ਜ਼ਿੰਮੇਵਾਰੀ ਸਮਝਦਾ, ਤੇ ਉਹਦੇ ਲਈ ਕਾਫੀ ਇਹ ਬਰੀਕ ਅਭਿਆਸ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਨੀਝ ਨਾਲ ਦੇਖੇ, ਨੀਝ ਨਾਲ ਪਰਖੇ, ਫਿਰ ਨੀਝ ਨਾਲ ਉਹਦੇ ਬਾਰੇ ਲਿਖੇ, ਨੀਝ ਨਾਲ ਤਿਆਰੀ ਕਰੇ ਤੇ ਨੀਝ ਨਾਲ ਹੀ ਪੇਸ਼ ਕਰੇ। ਐਬਸੋਲੂਟਲੀ ਰਾਈਟ ਜੀ ਬਿਲਕੁਲ ਸਹੀ ਕਿਹਾ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਜੀ, ਤੁਸੀਂ ਲੋਕਾਂ ਦੇ ਵਿੱਚ ਖੁੱਭ ਕੇ ਗੱਲ ਕਰਦੇ ਹੋ। ਲੋਕਾਂ ਦੀ ਗੱਲ ਕਰਨ ਲਈ ਲੋਕਾਂ ਨੂੰ ਕਿੰਨਾ ਕੁ ਨੇੜੇ ਹੋ ਕੇ ਤੁਹਾਨੂੰ ਵੇਖਣਾ ਪੈਂਦਾ ਜੀ। ਤੁਸੀਂ ਉਸ ਸਭ ਕਾਸੇ ਨੂੰ ਜਦੋਂ ਵਿਉਂਤਦੇ ਹੋ, ਲਿਖਦੇ ਹੋ, ਤਾਂ ਤੁਹਾਨੂੰ ਕਿੰਨਾ ਕੁ ਇੱਕ ਤੁਹਾਡਾ ਨਿੱਜੀ ਅਨੁਭਵ ਕੰਮ ਕਰਦਾ ਹੈ, ਜਾਂ ਕਿੰਨੀ ਕੁ ਤੁਹਾਡੀ ਆਪਣੀ ਸਟੱਡੀ ਅਨੁਭਵ ਕਰਦੀ ਹੈ, ਜਾਂ ਕਿਹੜੇ ਚੀਜ਼ਾਂ ਨੇ ਜਿੱਥੋਂ ਤੁਸੀਂ ਲੋਕਾਂ ਨਾਲ ਜੁੜਨ ਦੀ ਗੱਲ ਕਰਨੀ ਸਿੱਖਦੇ ਹੋ? ਜੀ ਦੇਖੋ, ਜਦੋਂ ਅਸੀਂ ਲੋਕਾਂ ਕੋਲ ਜਾਂਦੇ ਹਾਂ, ਲੋਕਾਂ ਦੇ ਵਿੱਚ ਵਿਚਰਦੇ ਹਾਂ ਨਾ, ਤੇ ਇੱਕ ਤਾਂ ਤੁਹਾਡਾ ਸਿੱਧਾ ਹੀ ਅਨੁਭਵ ਹੁੰਦਾ, ਡਾਇਰੈਕਟਡ ਅਨੁਭਵ, ਜਿਹੜਾ ਤੁਸੀਂ ਕਿਸੇ ਨੂੰ ਕੁਝ ਕਰਦਿਆਂ ਦੇਖਿਆ, ਕਿਸੇ ਨੂੰ ਬੋਲਦਿਆਂ ਦੇਖਿਆ, ਗੱਲ ਕਰਦਿਆਂ ਦੇਖਿਆ, ਲੜਦਿਆਂ ਦੇਖਿਆ, ਜਾਂ ਰੋਂਦਿਆਂ ਦੇਖਿਆ, ਜਜ਼ਬਾਤੀ ਹੁੰਦੇ ਦੇਖਿਆ, ਕਿਸੇ ਨੂੰ ਗੁੱਸਾ ਕਰਦੇ ਦੇਖਿਆ, ਕਿਸੇ ਨੂੰ ਸੜਕ ਤੇ ਨਾਅਰੇ ਮਾਰਦਿਆਂ ਦੇਖਿਆ, ਕਿਸੇ ਨੂੰ ਆਪਣੇ ਘਰ ਦੇ ਵਿੱਚ ਲੜਦਿਆਂ ਦੇਖਿਆ। ਇਹ ਜੋ ਤੁਸੀਂ ਦੇਖਿਆ, ਇੱਕ ਤਾਂ ਡਾਇਰੈਕਟ ਅਨੁਭਵ ਹੈ। ਲੇਕਿਨ ਜੇ ਇੰਨੇ ਕੁ ਨੂੰ ਹੀ ਇੱਕ ਸਾਹਿਤਕਾਰ ਜਾਂ ਕਲਾਕਾਰ ਉਸੇ ਤਰੀਕੇ ਨਾਲ ਪੇਸ਼ ਕਰਦਾ, ਫਿਰ ਉਹਦੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ। ਹੁਣ ਉਹਨੇ ਚੈੱਕ ਕੇ ਕਰਨਾ ਹੁੰਦਾ ਵੀ ਉਹਦੇ ਵਿੱਚ ਤੁਹਾਡੀ ਕਲਪਨਾਸ਼ੀਲਤਾ ਕਿੰਨੀ ਕੁ ਹੈ, ਤੁਸੀਂ ਕਿੰਨਾ ਕੁ ਉਹ ਕਲਪਨਾਸ਼ੀਲਤਾ ਨਾਲ ਉਹਦੇ ਅੱਗੇ ਪਿੱਛੇ ਜਿਹੜੀ ਉਹਦੀ ਪ੍ਰੀ ਤੇ ਪੋਸਟ ਟੈਕਸਟ ਹੈ ਉਸ ਘਟਨਾ ਦੀ ਜਾਂ ਉਸ ਕਿਰਦਾਰ ਦੀ, ਉਹਨੂੰ ਕਿੰਨਾ ਕੁ ਤੁਸੀਂ ਰਿਸਰਚ ਕਰਦੇ ਹੋ, ਉਹਦੇ ਬਾਰੇ ਕਿੰਨਾ ਕੁ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਤੁਹਾਡੀ ਰਚਨਾ ਜਾਂ ਤੁਹਾਡੀ ਕਲਾ ਪੁਖਤਾ ਬਣਦੀ ਹੈ। ਕਿ ਕਿਸੇ ਵੀ ਵਾਪਰੀ ਘਟਨਾ ਦਾ ਜਿਹੜਾ ਨਿੱਜੀ ਅਨੁਭਵ ਹੈ, ਉਹ ਨਿੱਜੀ ਅਨੁਭਵ ਨਿੱਜੀ ਨਾ ਰਵੇ, ਨਿੱਜ ਤੋਂ ਪਾਰ ਤੱਕ ਜਾਵੇ, ਹੈ ਨਾ, ਵੀ ਉਹਨੂੰ ਉਹ ਜਨਰਲਾਈਜ਼ ਹੋਵੇ ਕਿ ਸਮਾਜ ਦੇ ਵਿੱਚ ਜੇ ਆਹ ਚੀਜ਼ ਮੈਂ ਕਰੈਕਟਰ ਦੇਖਿਆ ਤੇ ਇਹਦੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਣ ਹੈ, ਇਹਦੇ ਆਲੇ ਦੁਆਲੇ ਦੇ ਕਿਹੜੇ ਕਾਰਨ ਨੇ ਉਹਨੂੰ ਅਸਰ ਅੰਦਾਜ਼ ਕਰ ਰਹੇ ਨੇ, ਇੱਥੇ ਤੱਕ ਕਿਵੇਂ ਪਹੁੰਚਿਆ, ਜਦੋਂ ਉਹ ਪੇਸ਼ ਕਰਦੇ ਆ ਫਿਰ ਉਹ ਪੁਖਤਾ ਚੀਜ਼ ਬਣਦੀ। ਨਹੀਂ ਤਾਂ ਨਿੱਜੀ ਅਨੁਭਵ ਤਾਂ ਦੇਖੋ, ਹਰ ਇਨਸਾਨ ਤੁਰਿਆ ਫਿਰਦਾ, ਕੋਈ ਆਫਿਸ ਜਾਂਦਾ, ਕੋਈ ਕੰਮ ਤੇ ਜਾਂਦਾ, ਕੋਈ ਫੈਕਟਰੀ ਜਾਂਦਾ, ਕੋਈ ਟੀਚਰ ਹੈ ਉਹ ਪੜਾਉਂਦਾ, ਹਰ ਰੋਜ਼ ਨਿੱਜੀ ਅਨੁਭਵ ਹੁੰਦੇ ਨੇ, ਲੇਕਿਨ ਲਿਖਦੇ ਕਿੰਨੇ ਕਿੰਨੇ, ਪ੍ਰਗਟਾ ਕਿੰਨਾ ਕੁ, ਲਿਖਦੇ ਕਿੰਨੇ ਕਿੰਨੇ, ਉਹਨੂੰ ਸਟੇਜ ਤੇ ਪੇਸ਼ ਕਿੰਨਾ, ਬਹੁਤ ਥੋੜੇ। ਇਹਦਾ ਕਾਰਨ ਇਹ ਹੈ ਕਿ ਸੰਵੇਦਨਸ਼ੀਲ ਮਨ ਤਾਂ ਸ਼ਾਇਦ ਹਰੇਕ ਕੋਲ ਹੁੰਦਾ, ਟੁੰਬਦਾ ਤਾਂ ਹਰੇਕ ਉਸ ਨੂੰ ਹੈ। ਤੁਸੀਂ ਸੜਕ ਤੇ ਤੁਰੇ ਜਾ ਰਹੇ ਹੋ, ਤੁਸੀਂ ਲਾਈਟਾਂ ਵਾਲੀਆਂ, ਰੋਸ਼ਨੀਆਂ ਵਾਲੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਦੇਖਦੇ ਹੋ, ਅਚਾਨਕ ਤੁਹਾਡੀ ਨਜ਼ਰ ਪੈਂਦੀ ਹੈ ਕਿ ਕੁਝ 4-5 ਬੱਚੇ ਜਿਹੜੇ ਹੈਗੇ ਆ ਉਹ ਸੜਕ ਤੇ ਬੈਠੇ ਨੰਗ ਤਰੰਗੇ, ਹੈ ਨਾ, ਉਹ ਭੁੱਖ ਨਾਲ ਬਿਲਕ ਰਹੇ ਨੇ ਜਾਂ ਕੁਝ ਮੰਗ ਰਹੇ ਨੇ ਜਾਂ ਇੱਕ ਦੂਜੇ ਨਾਲ ਲੜ ਰਹੇ ਨੇ। ਹੁਣ ਜਿਹੜਾ ਤਾਂ ਰੂਟੀਨ ਦਾ ਬੰਦਾ ਹੈ ਤਾਂ ਉਹਦੇ ਲਈ ਵੀ ਨਿੱਜੀ ਅਨੁਭਵ ਹੈ, ਉਹ ਵੀ ਉਹਨੂੰ ਦੇਖ ਕੇ ਲੰਘਿਆ, ਲੇਕਿਨ ਉਹਨੇ ਹੋ ਪਰੇ ਕਰਤਾ ਕਿ ਠੀਕ ਹੈ ਸਭ ਕੁਝ ਹੁੰਦਾ। ਜਿਹੜਾ ਸੰਵੇਦਨਸ਼ੀਲ ਮਨ ਹੈ, ਜਿਹੜਾ ਹਰ ਵੇਲੇ ਕੁਝ ਨਾ ਕੁਝ ਕ੍ਰੀਏਟ ਕਰਨ ਦੇ ਅਭਿਆਸ ਵਿੱਚ ਰਹਿੰਦਾ, ਉਹਦੇ ਲਈ ਇਹ ਵੱਡੀ ਘਟਨਾ ਹੈ। ਇਹ ਇੱਦਾਂ ਕਿਉਂ ਹੈ, ਐਡੀਆਂ ਵੱਡੀਆਂ ਬਿਲਡਿੰਗਸ, ਇੰਨੀਆਂ ਰੋਸ਼ਨੀਆਂ ਜਗਦੀਆਂ, ਲੋਕੀ ਇੰਨੇ ਤੁਰੇ ਫਿਰਦੇ ਐਡੀ ਵੱਡੀ ਗੱਡੀਆਂ 'ਚ, ਇਹ ਜਿਹੜੇ 4-5 ਬੱਚੇ ਨੰਗ ਧੜੰਗੇ ਬੈਠੇ ਆ, ਇਹਨਾਂ ਨੇ ਕੀ ਕਸੂਰ ਕੀਤਾ ਸੀ? ਉਹ ਕਸੂਰ ਕਿੱਥੇ ਹੈ? ਕੀ ਇਹਨਾਂ ਬੱਚਿਆਂ ਦਾ ਕਸੂਰ ਹੈ, ਇਹਨਾਂ ਦੇ ਮਾਪਿਆਂ ਦਾ ਕਸੂਰ ਹੈ, ਪੂਰੇ ਸਮਾਜ ਦਾ, ਸਿਸਟਮ ਦਾ ਕਿਹਦਾ ਕਸੂਰ ਹੈ? ਫਿਰ ਉਸ ਪਾਸੇ ਨੂੰ ਤੁਰਦਾ ਹੈ। ਜਦੋਂ ਤੁਰਦਾ ਤੇ ਬਹੁਤ ਕੁਝ ਉਹਨੂੰ ਇਮੇਜਿਨ ਕਰਨਾ ਪੈਂਦਾ। ਇਮੇਜਿਨ ਇਹ ਨਹੀਂ ਕਿ ਯੂਟੋਪੀਅਨ ਕੋਈ ਕਲਪਨਾ ਹੈਗੀ ਆ ਵੀ ਉਹ ਖਲਾ ਦੇ ਵਿੱਚ ਨਹੀਂ, ਉਹ ਆਲੇ ਦੁਆਲੇ ਦੇਖਦਾ। ਇੱਥੇ ਹੀ ਬਸ ਫਰਕ ਹੈ ਸਾਰਾ। ਦੇਖਦਾ ਹਰ ਕੋਈ ਹੈ, ਸੁਣਦਾ ਹਰ ਕੋਈ ਹੈ, ਹਰ ਕੋਈ ਅਨੁਭਵ ਕਰਦਾ ਹੈ। ਮੈਂ ਵੀ ਕੋਲੋਂ ਜਾਂਦੀ ਦੇਖਦੀ ਹਾਂ ਕਿ 4 ਬੱਚੇ ਲਾਈਟ ਦੇ ਥੱਲੇ ਬੈਠੇ ਹੋਏ ਨੇ, तो चारों बच्चे आपस ਦੇ ਵਿੱਚ ਕਿਵੇਂ ਇੱਕ ਦੂਜੇ ਨੂੰ ਚੰਬੜੇ ਹੋਏ ਨੇ, ਡਰੇ ਹੋਏ ਨੇ, ਜੋ ਕੁਝ ਇਹੋ ਜਿਹਾ ਅਨੁਭਵ ਮੇਰਾ ਵੀ ਹੈ, ਪਰ ਮੈਂ ਉਹ ਪੇਸ਼ ਨਹੀਂ ਕਰ ਸਕਦੀ ਕਿਉਂਕਿ ਮੇਰੇ ਅੰਦਰ ਕੁਝ ਇਹੋ ਜਿਹਾ ਨਹੀਂ ਹੈ। ਤੁਸੀਂ ਇੰਜ ਦਾ ਕੁਝ ਜਿਹੜਾ ਹੈ
ਇਹ ਕਦੋਂ ਕੋ ਆਪਣੀ ਜ਼ਿੰਦਗੀ ਦੇ ਵਿੱਚ ਅਨੁਭਵ ਕਰਨਾ ਸ਼ੁਰੂ ਕਰਨਾ ਸੀ? ਜੀ ਦੇਖੋ, ਮੈਂ ਜਦੋਂ ਮਤਲਬ ਸ਼ੁਰੂ ਹੋਇਆ ਸੀ, ਜਦੋਂ ਮੈਂ ਭਾਅ ਗੁਰਸ਼ਰਨ ਸਿੰਘ ਦੇ ਨਾਲ ਰੰਗਮੰਚ ਕਰਨਾ ਮੈਂ ਸ਼ੁਰੂ ਕੀਤਾ, ਉਦੋਂ ਮੈਨੂੰ ਸ਼ੁਰੂ ਦੇ ਵਿੱਚ ਜਦੋਂ ਮੈਂ ਉਦੋਂ ਐਂ ਸੀ ਵੀ ਠੀਕ ਹੈ, ਇੱਕ ਸਟੇਜ ਤੇ ਜਾਵਾਂਗੇ, ਵਾਹ ਵਾਹ ਹੋਏਗੀ, 4 ਤਾੜੀਆਂ ਵੱਜਣਗੀਆਂ, ਕਿਤੇ ਫੋਟੋ ਲੱਗ ਜਾਏਗੀ, ਕਿਤੇ 4 ਮੁੰਡੇ ਕੁੜੀਆਂ ਤੁਹਾਡੀ ਤਾਰੀਫ ਕਰਨਗੇ। ਲੇਕਿਨ ਜਦੋਂ ਭਾਅ ਨਾਲ ਜੁੜਦਾ ਗਿਆ, ਭਾਅ ਦੀਆਂ ਗੱਲਾਂ ਸੁਣਦਾ ਰਿਹਾ, ਭਾਅ ਕਿਵੇਂ ਲੋਕਾਂ 'ਚ ਵਿਚਰਦੇ ਸੀ, ਕਿਵੇਂ ਗੱਲਬਾਤ ਕਰਦੇ ਸੀ, ਕਿਸ ਤਰ੍ਹਾਂ ਦੇ ਫਿਕਰ ਜ਼ਾਹਰ ਕਰਦੇ ਸੀ, ਸਿਰਫ ਨਾਟਕ ਤੇ ਨਹੀਂ, ਸਿਰਫ ਸਟੇਜ ਤੋਂ ਅੱਗੇ ਪਿੱਛੇ ਵੀ, ਉੱਥੇ ਲੱਗਾ ਕਿ ਹਾਂ ਨਹੀਂ, ਇਹ ਤਾਂ ਕੋਈ ਗੱਲ ਵੱਡੀ ਹੈਗੀ ਹੈ, ਸਾਨੂੰ ਇਹਦੇ ਵਿੱਚ ਡਿਟੇਲ 'ਚ ਜਾਣ ਦੀ ਲੋੜ ਹੈ। ਉਹ ਕਰਦਿਆਂ ਜਦੋਂ 1996-97 ਦੀ ਗੱਲ ਹੈ, ਉਦੋਂ ਮੈਨੂੰ ਥੋੜੇ ਸਾਲ ਹੀ ਹੋਏ ਸੀ ਰੰਗਮੰਚ ਕਰਦਿਆਂ, ਮੈਂ ਅਚਾਨਕ ਕਨਸੂਆਂ ਇਦਾਂ ਦੀ ਖਬਰਾਂ ਆਉਣੀ ਸ਼ੁਰੂ ਹੋਈਆਂ ਕਿ ਕਿਸਾਨ ਖੁਦਕੁਸ਼ੀ ਕਰਨ ਲੱਗ ਪਿਆ। ਉਦੋਂ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਉਹਦੀ ਜੜ ਤੱਕ ਪਹੁੰਚਣ ਦਾ ਜਿਹੜਾ ਹੈਗਾ, ਮੈਂ ਜਿਹੜਾ ਤੁਹਾਡਾ ਸਮਾਂ ਵਾਲੀ ਡਾਂਗ ਮੈਂ ਇਸੇ ਤੇ ਆਉਣਾ ਸੀ, ਨਹੀਂ ਉਹਦੇ ਤੇ ਆਵਾਂਗੇ ਆਪਾਂ ਦੁਬਾਰਾ। ਲੇਕਿਨ ਮਤਲਬ ਕਿ ਉਹ ਸੀਗਾ ਕਿ ਵੀ ਮੈਂ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦਾ, ਜਿਸ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ, ਉਸ ਪਰਿਵਾਰ ਦੇ ਵਿੱਚ ਸਭ ਤੋਂ ਘੱਟ ਖੇਤੀ ਮੈਂ ਕੀਤੀ ਹੈ। ਖੇਤੀ ਤਾਂ ਮੇਰੇ ਭਰਾਵਾਂ ਨੇ ਕੀਤੀ ਹੈ, ਜਾਂ ਮੈਂ ਆਪਣੀ ਮਾਂ ਨੂੰ ਖੇਤੀ ਕਰਦਿਆਂ ਦੇਖਿਆ, ਜਾਂ ਮੈਂ ਆਪਣੇ ਦਾਦੇ ਨੂੰ ਖੇਤੀ ਕਰਦਿਆਂ ਦੇਖਿਆ। ਨਿੱਜੀ ਅਨੁਭਵ ਤਾਂ ਉਹਨਾਂ ਦਾ ਹੈ, ਇਹਦੀਆਂ ਮੁਸ਼ਕਲਾਂ ਦਾ, ਇਹਦੇ ਸੰਘਰਸ਼ ਦਾ ਜ਼ਿਆਦਾ ਤਾਂ ਉਹਨੂੰ ਪਤਾ ਹੈ। ਲੇਕਿਨ ਇਹਨੂੰ ਮੈਂ ਜਦੋਂ ਪੇਸ਼ ਕਰਾਂ ਤੇ ਮੈਂ ਕੀ ਕਰਾਂ, ਮੈਂ ਪੂਰੇ ਮੁਆਸ਼ਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂ, ਉਹਦੇ ਆਲੇ ਦੁਆਲੇ ਜੋ ਕੁਛ ਹੈ ਉਹਨੂੰ ਸਾਰਾ ਕੁਛ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂ। ਫਿਰ ਕਰਦਿਆਂ ਮੈਂ ਨਾਟਕ ਲਿਖਿਆ ਸੀ ਇੱਕੋ ਰਸ ਵੱਲੜਾ, ਉਹ 1996-97 ਦੇ ਵਿੱਚ ਲਿਖਿਆ ਸੀ। ਸੋ ਉਹਦੇ ਵਿੱਚ ਕਿਤੇ ਕੋਸ਼ਿਸ਼ ਸੀ ਇਹੋ ਜੀ ਕਿ ਉਹਦੇ ਅਲੱਗ-ਅਲੱਗ ਕਾਰਨ ਹੈ ਕਿ ਮੰਡੀ ਵੀ ਲੁੱਟਦੀ ਹੈ ਉਹਨੂੰ, ਪੁਲਿਸ ਦੀ ਮਾਰ ਵੀ ਪੈਂਦੀ ਹੈ, ਕੁਦਰਤ ਦੀ ਮਾਰ ਵੀ ਪੈਂਦੀ ਹੈ ਕਿ ਚੰਗੀ ਭਲੀ ਪੱਕੀ ਫਸਲ ਦੇ ਉੱਤੇ ਮੀਂਹ ਪੈ ਜਾਂਦਾ, ਉਹ ਕੁਛ ਨਹੀਂ ਕਰ ਸਕਦਾ, ਉਹਦੇ ਕੋਲ ਕੋਈ ਬੀਮਾ ਨਹੀਂ ਹੋਇਆ, ਇੰਸ਼ੋਰੈਂਸ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਕਿਤੇ ਉਹਨੂੰ ਸਪੋਰਟ ਨਹੀਂ ਹੈਗੀ, ਹੈ ਨਾ। ਫਿਰ ਉਹਨੂੰ ਪੁਲਿਸ ਵਾਲਾ ਕਿਸੇ ਟਾਈਮ ਵੀ ਆ ਕੇ ਤੰਗ ਕਰ ਸਕਦਾ, ਜੇ ਉਹਨੇ ਬੈਂਕ ਤੋਂ ਲੋਨ ਚੁੱਕਿਆ ਕੋਈ, ਉਹ ਵੀ ਤੁਹਾਨੂੰ ਆ ਕੇ ਤੰਗ ਕਰ ਸਕਦੇ, ਕਿਸ਼ਤ ਮੰਗ ਸਕਦੇ ਆ। ਫਿਰ ਉਹ ਬੱਚੇ ਦੇ ਕਰੀਅਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਥਾਪਿਤ ਕਰਨ ਲਈ ਪਤਾ ਨਹੀਂ ਕਿੰਨੇ ਸੰਘਰਸ਼ ਕਰਦਾ, ਕਦੇ ਉਹਨੂੰ ਫੌਜ 'ਚ ਭੇਜਣ ਦੀ ਕੋਸ਼ਿਸ਼ ਕਰਦਾ ਬਾਹਰ। ਸੋ ਇਹ ਸਾਰੀਆਂ ਚੀਜ਼ਾਂ ਕਰਦਿਆਂ ਫਿਰ ਤੁਸੀਂ ਉਸ ਮੁਕਾਮ ਵੱਲ ਪਹੁੰਚਦੇ ਹੋ। ਫਿਰ ਤੁਹਾਨੂੰ ਲੱਗਦਾ ਹੈ ਕਿ ਨਹੀਂ, ਜੋ ਕੁਛ ਤੁਹਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਉਹਦੇ ਕਾਰਨਾਂ ਵਿੱਚ ਜਾਣ ਦੀ ਕੋਸ਼ਿਸ਼ ਕਰੋ। ਜਦ ਤੁਸੀਂ ਕਾਰਨਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ, ਫਿਰ ਜਿਵੇਂ ਆਪਾਂ ਸਮੁੰਦਰ ਦੇ ਕੰਢੇ ਖੜ ਕੇ ਜਿੰਨਾ ਮਰਜ਼ੀ ਉਹਦੀ ਖੂਬਸੂਰਤੀ ਨੂੰ ਬਿਆਨ ਕਰਦੇ ਰਹੀਏ, ਲੇਕਿਨ ਜਦੋਂ ਛਾਲ ਮਾਰਦੇ ਵਿੱਚ ਫਿਰ ਤੁਹਾਨੂੰ ਮੋਤੀ ਸਿੱਪੀਆਂ ਫਿਰ ਤੁਹਾਨੂੰ ਲੱਭਦੇ ਆ, ਤੇ ਅਸਲ ਫਿਰ ਡੂੰਘਾਈ 'ਚ ਤੁਸੀਂ ਫਿਰ ਜਾਂਦੇ ਹੋ। ਸੋ ਇਦਾਂ ਦੀ ਕੁਛ ਗੱਲਬਾਤ ਹੈ ਸਾਹਿਤ ਨਾਲ ਜੁੜੀ ਹੋਈ। ਇਹ ਤਾਂ ਹੈਗੀ ਕਿ ਤੁਸੀਂ ਕਿਸੇ ਚੀਜ਼ ਨੂੰ ਅਨੁਭਵ ਕਰ ਲਿਆ, ਕਿਉਂਕਿ ਤੁਸੀਂ ਖੁਦ ਲੇਖਕ ਹੋ, ਤੁਸੀਂ ਆਪੇ ਹੀ ਆਪਣੇ ਡਰਾਮੇ ਦੇ ਨਿਰਦੇਸ਼ਕ ਹੋ, ਆਪੇ ਤੁਸੀਂ ਉਹਦੇ ਪਾਤਰ ਹੋ, ਸਾਰਾ ਕੁਝ ਤੁਸੀਂ ਇਹਦੇ ਵਿੱਚ ਕਾਫੀ ਕੁਝ ਜਿਹੜਾ ਤੁਹਾਡਾ ਆਪਣਾ ਹੀ ਸਾਰਾ ਕੁਝ ਹੁੰਦਾ ਹੈ। ਉਸ ਅਨੁਭਵ ਨੂੰ ਖਾਸ ਤੌਰ ਤੇ ਜਿਹੜੀ ਮੈਂ ਚੀਜ਼ ਤੁਹਾਡੀ ਵੇਖੀ ਸੀ, ਸੋਲੋ ਨਾਟਕ ਤੁਹਾਡੇ ਵੇਖੇ ਸੀ, ਉਸ ਅਨੁਭਵ ਨੂੰ ਤੁਸੀਂ ਇੱਕ ਲੇਖ ਲਿਆ, ਸਭ ਕੁਝ ਕਰ ਲਿਆ, ਚਿਹਰੇ ਦੇ ਹਾਵਾਂ ਭਾਵਾਂ ਨੂੰ, ਬਾਡੀ ਲੈਂਗੁਏਜ ਨੂੰ, ਉਹ ਤੁਸੀਂ ਕਿੰਨੀ ਕੁ ਤਿਆਰੀ ਕਰਦੇ ਹੋ ਉਸ ਪੇਸ਼ਕਾਰੀ ਵਾਸਤੇ? ਜੀ ਕਿਉਂਕਿ ਇਹਦੇ ਵਿੱਚ ਚਾਹੇ ਇੱਕ ਪਾਤਰ ਨੂੰ ਕਰ ਰਹੇ ਹੋ, ਚਾਹੇ ਇਕੱਲੇ ਜਾਂ ਕਈ ਪਾਤਰਾਂ ਨੂੰ ਕਰ ਰਹੇ ਹੋ, ਮਤਲਬ ਉਸ ਵੇਲੇ ਉਹਨੂੰ ਕਿਵੇਂ ਬਾਹਰ ਲੈ ਕੇ ਆਉਂਦੇ ਹੋ? ਕਿਉਂਕਿ ਇਹਦੇ ਵਿੱਚ ਨਾ ਇਹ ਸਟੈਪ ਨੇ ਰੰਗਮੰਚ ਦੇ, ਹਨਾ, ਕਿ ਜਦੋਂ ਇੱਕ ਬਤੌਰ ਲੇਖਕ ਤੁਸੀਂ ਕੁਝ ਲਿਖ ਰਹੇ ਹੋ, ਉਦੋਂ ਤੁਸੀਂ ਬਤੌਰ ਲੇਖਕ ਉਹਦੀਆਂ ਡਾਇਮੈਂਸ਼ਨਸ, ਉਹਦੀਆਂ ਲੇਅਰਸ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਸ ਸਬਜੈਕਟ ਦੇ ਨਾਲ ਹੋਰ ਕੀ ਕੁਝ ਜੁੜਿਆ ਹੋਇਆ। ਉਹ ਤੁਸੀਂ ਲਿਖ ਲਿਆ ਇੱਕ ਵਾਰੀ, ਕਿੱਥੇ ਹੋਇਆ, ਕਿਉਂ ਹੋਇਆ, ਕੌਣ ਹੈ ਨਾ ਇਹਦੇ ਪਿੱਛੇ, ਉਹ ਸਾਰਾ ਕੁਝ ਤੁਸੀਂ ਕਰ ਲਿਆ। ਜਦ ਤੁਸੀਂ ਲਿਖ ਲਿਆ ਤੇ ਲਿਖ ਕੇ ਜਦੋਂ ਭਾਵੇਂ ਤੁਸੀਂ ਖੁਦ ਉਹਨੂੰ ਡਾਇਰੈਕਸ਼ਨ ਦੇ ਰਹੇ ਹੋ, ਭਾਵੇਂ ਕੋਈ ਹੋਰ ਡਾਇਰੈਕਟਰ ਦੇ ਰਿਹਾ, ਤੇ ਨੈਕਸਟ ਉਹਦਾ ਸਟੈਪ ਸ਼ੁਰੂ ਹੁੰਦਾ ਕਿ ਜੋ ਰਾਈਟਰ ਨੇ ਲਿਖਿਆ, ਜੋ ਰਾਈਟਰ ਦਾ ਬੇਸਿਕ ਥ੍ਰੈਡ ਹੈ, ਜਿਹੜੀ ਗੱਲ ਲਈ ਉਹਨੇ ਸਾਰਾ ਨਾਟਕ ਲਿਖਿਆ, ਉਹਨੂੰ ਗਾਰਡ ਕਰਨਾ ਡਾਇਰੈਕਟਰ ਨੇ, ਉਹਦੀ ਰਾਖੀ ਕਰਨੀ ਹੈ, ਉਹਨੂੰ ਉਭਾਰਨਾ ਹੈ, ਉਹਨੂੰ ਇੰਨੇ ਤਰੀਕੇ ਨਾਲ ਉਭਾਰਨਾ, ਐਕਸਪ੍ਰੈਸ ਕਰਨਾ ਕਿ ਉਹ ਸੱਚੀ ਮੁੱਚੀ ਉਹ ਚੀਜ਼ ਆਡੀਅנס ਤੱਕ ਪਹੁੰਚ ਜਾਵੇ। ਕਿਉਂਕਿ ਉੱਥੇ ਨਾਟਕ ਕਰਨ ਤੋਂ ਸਿਰਫ ਲਿਖਤ ਰੂਪ ਵਿੱਚ ਰੱਖੀ ਸੀ, ਉਹਨੇ ਹੁਣ ਉਹਨੂੰ ਪੇਸ਼ਕਾਰੀ ਲਈ ਵਿਉਂਤਣਾ, ਉਹਦਾ ਡਿਜ਼ਾਈਨ ਕਰਨਾ। ਸੋ ਉਹਦੇ ਲਈ ਉਹ ਭਾਵੇਂ ਮਿਊਜ਼ਿਕ ਦਾ ਇਸਤੇਮਾਲ ਕਰਦਾ ਹੈ, ਉਹ ਕਾਸਟਿਊਮ ਦਾ ਇਸਤੇਮਾਲ ਕਰਦਾ, ਉਹ ਕੁਝ ਸਟੇਜ ਤੇ ਪ੍ਰਾਪਰਟੀ ਦਾ ਇਸਤੇਮਾਲ ਕਰਦਾ, ਸਟੇਜ ਤੇ ਸੈੱਟ ਲਾਉਂਦਾ, ਉਹ ਸੈੱਟ ਜਿਹੜਾ ਫਿਕਸ ਵੀ ਹੋ ਸਕਦਾ, ਮੂਵੇਬਲ ਵੀ ਹੋ ਸਕਦਾ, ਹੋਰ 50 ਚੀਜ਼ਾਂ ਉਹ ਕਰਦਾ, ਲਾਈਟਸ ਨੂੰ ਹੋਰ ਕੁਝ ਕਰਦਾ। ਲੇਕਿਨ ਇਹ ਸਾਰਾ ਡਿਜ਼ਾਈਨ ਹੋ ਕੇ ਜਦੋਂ ਅਦਾਕਾਰ ਦੇ ਕੋਲ ਪਹੁੰਚਦਾ, ਹੁਣ ਅਦਾਕਾਰ ਨੇ ਉਹ ਜਿਹੜੀ ਰੂਹ ਹੈ ਉਹਨੂੰ ਸਾਕਾਰ ਕਰਨਾ, ਤੇ ਅਦਾਕਾਰ ਨੂੰ ਸਾਕਾਰ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਉਹ ਜੋ ਲੇਖਕ ਨੇ ਲਿਖਿਆ ਔਰ ਜੋ ਡਾਇਰੈਕਟਰ ਨੇ ਡਿਜ਼ਾਈਨ ਕੀਤਾ, ਉਹਦੇ ਅੰਦਰ ਵੜ ਕੇ, ਉਹਦਾ ਚੋਲਾ ਪਹਿਨ ਕੇ ਆਡੀਅנס ਦੇ ਸਾਹਮਣੇ ਉਹਨੇ ਜਾਣਾ, ਨਾ ਤਾਂ ਨਾਟਕਕਾਰ ਨੇ ਜਾਣਾ, ਨਾ ਨਿਰਦੇਸ਼ਕ ਨੇ ਜਾਣਾ। ਸੋ ਕਿੰਨਾ ਕੁ ਉਹਨੂੰ ਸਮਝਦਾ ਹੈ, ਕਿੰਨਾ ਕੁ ਉਹਦੇ ਅੰਦਰ ਜਾਂਦਾ ਹੈ। ਜਦੋਂ ਤੁਹਾਨੂੰ ਮੇਰੀ ਪੇਸ਼ਕਾਰੀ ਦੇਖ ਕੇ ਇਹ ਲੱਗਦਾ ਹੈ ਕਿ
ਸੱਚਮੁੱਚ ਜਿਵੇਂ ਸਟੇਜ ਤੇ ਰੋਣਾ ਤੇ ਤੁਹਾਨੂੰ ਵੀ ਰੋਣਾ ਆਉਂਦਾ ਹੈ, ਜਿਵੇਂ ਸੱਚਮੁੱਚ ਸਟੇਜ ਤੇ ਗੁੱਸਾ ਕਰਦਾ ਤੁਹਾਨੂੰ ਵੀ ਗੁੱਸਾ ਲੱਗਦਾ ਵੀ ਯਾਰ ਹੈ ਨਾ ਵੀ ਐਦਾਂ ਕਿੱਦਾਂ ਹੋ ਗਿਆ ਹੈ ਨਾ, ਜੋਸ਼ ਆਉਂਦਾ ਵੀ ਜੋਸ਼ ਆਉਂਦਾ, ਕਿਤੇ ਖਿੱਚ ਰਿਹਾ ਕੈਰੈਕਟਰ ਤੇ ਵੀ ਤੁਹਾਨੂੰ ਵੀ ਖਿੱਚ ਚੜਦੀ ਕਿ ਹਾਂ ਇਹ ਤਾਂ ਸਹੀ ਹੋ ਰਿਹਾ। ਉਹ ਕਦੋਂ ਹੋਏਗਾ? ਇਹੀ ਹੋਏਗਾ ਜਦੋਂ ਤੁਸੀਂ ਉਸ ਜੋ ਡਿਜ਼ਾਈਨ ਹੋਇਆ, ਜੋ ਨਾਟਕਕਾਰ ਕਹਿਣਾ ਚਾਹੁੰਦਾ, ਜਿਹਦੇ ਲਈ ਉਹਨੇ ਲਿਖਿਆ, ਉਹਦੇ ਧੁਰ ਅੰਦਰ ਜਾ ਕੇ ਉਸ ਕੈਰੈਕਟਰ ਦੀਆਂ ਸਾਰੀਆਂ ਪਰਤਾਂ ਨੂੰ ਆਪਣੇ ਜਿਸਮ 'ਚ ਢਾਲ ਕੇ, ਕਿਉਂਕਿ ਤੁਹਾਡਾ ਜਿਸਮ ਸਟੇਜ ਤੇ ਮੌਜੂਦ ਹੈ, ਤੁਹਾਡਾ ਸਿਰ ਤੋਂ ਲੈ ਕੇ ਪੈਰ ਤੱਕ ਸਾਰਾ ਜਿਸਮ ਰੰਗਮੰਚ ਦੇ ਵਿੱਚ ਮੌਜੂਦ ਹੈ। ਫਿਲਮ ਦੇ ਵਿੱਚ ਨਹੀਂ ਹੁੰਦਾ, ਫਿਲਮ 'ਚ ਕਈ ਵਾਰੀ ਕਲੋਜ਼ ਸ਼ਾਟ ਤੋਂ ਲੱਗਾ ਹੋਇਆ, ਉਹ ਜਿਸਮ ਤੇ ਤੁਹਾਡਾ ਮਨ ਤੇ ਤੁਹਾਡਾ ਦਿਮਾਗ ਹੈ, ਇਹਨਾਂ ਨੂੰ ਇੱਕ ਸੁਰ ਕਰਕੇ ਆਤਮਸਾਤ ਕਰਕੇ ਜਦੋਂ ਸਾਰੇ ਕੁਝ ਨੂੰ ਤੁਸੀਂ ਉਹ ਜੋ ਤੁਹਾਡੇ ਇੰਟਰੋਜੈਕਟ ਹੋਇਆ ਉਹਨੂੰ ਜਦੋਂ ਤੁਸੀਂ ਬਾਹਰ ਕੱਢਦੇ ਹੋ, ਐਕਸਪ੍ਰੈਸ ਕਰਦੇ ਹੋ ਉਹ ਸਹੀ ਤਰੀਕੇ ਨਾਲ, ਫਿਰ ਉਹ ਦਰਸ਼ਕ ਤੱਕ ਆਪਣੇ ਅਸਲ ਰੂਪ ਦੇ ਵਿੱਚ ਪਹੁੰਚਦਾ। ਹੋਰ ਕੋਈ ਅਦਾਕਾਰ ਦੇ ਵਿੱਚ ਕੋਈ ਫਾਰਮੂਲਾ ਨਹੀਂ ਅਦਾਕਾਰੀ ਦਾ। ਦੁਨੀਆ ਦੇ ਵਿੱਚ ਵੱਡੀ ਵੱਡੀਆਂ ਥਿਊਰੀਆਂ ਹੋਈਆਂ, ਸਟੈਂਸਲਵੈਸਕੀ ਨੇ ਐਕਟਿੰਗ ਲਈ ਅਲੱਗ ਥਿਊਰੀ ਦਿੱਤੀ ਹੈ, ਹੋਰ ਲੋਕੀ ਨੇ ਬਹੁਤ ਥਿਊਰੀਆਂ ਦਿੱਤੀਆਂ, ਉਹ ਸਾਰੀਆਂ ਥਿਊਰੀਆਂ ਆਪਣੀ ਆਪਣੀ ਜਗ੍ਹਾ ਜਾਇਜ਼ ਹੈ, ਲੇਕਿਨ ਉਹਦੀ ਜਿਹੜੀ ਮੋਟੀ ਜਿਹੀ ਡੈਫੀਨੇਸ਼ਨ ਹੈ ਅਦਾਕਾਰ ਦੀ ਉਹ ਇਹੀ ਹੈ ਕਿ ਅਦਾਕਾਰ ਆਪਣੇ ਕਿਰਦਾਰ ਦੇ ਚੋਲੇ ਅੰਦਰ ਕਿੰਨਾ ਕੁ ਫਿੱਟ ਹੋਣ ਦੀ ਕੋਸ਼ਿਸ਼ ਕਰਦਾ, ਕਿੰਨੀ ਕੁ ਮਿਹਨਤ ਕਰਦਾ, ਆਪਣੇ ਆਪ ਨੂੰ ਸੰਗੋੜਦਾ ਜਾਂ ਆਪਣੇ ਆਪ ਨੂੰ ਫੈਲਾਉਂਦਾ ਜਾਂ ਆਪਣੇ ਆਪ ਨੂੰ ਨੀਵਾਂ ਕਰਦਾ ਜਾਂ ਉੱਚਾ ਕਰਦਾ, ਬੁਲੰਦੀ ਤੱਕ ਲੈ ਕੇ ਜਾਂਦਾ, ਉਹਦੇ ਅੰਦਰ ਵੜਦਾ, ਅੰਦਰ ਵੜ ਕੇ ਪੇਸ਼ ਕਰਦਾ ਜਦੋਂ, ਫਿਰ ਉਹ ਲੋਕਾਂ ਤੱਕ ਅਸਲ ਰੂਪ ਜਾਂਦਾ। ਕੀ ਬਾਤ ਹੈ, ਜੀ ਜੀ ਜੀ। ਇਹ ਸਾਡੇ ਨਾਲ ਬੋਲ ਰਹੇ ਨੇ, ਇਹ ਸਾਡੇ ਨਾਲ ਅਦਾਕਾਰੀ ਕਰ ਰਹੇ ਨੇ। ਅਸਲ ਮੈਨੂੰ ਅੱਜ ਲੱਗ ਰਿਹਾ ਜਿਵੇਂ ਡਾਕਟਰ ਸਾਹਿਬ ਸਿੰਘ ਅਦਾਕਾਰੀ ਕਰ ਰਹੇ ਨੇ, ਗੱਲਾਂ ਨਹੀਂ ਕਰ ਰਹੇ। ਇੱਕ ਇਹੋ ਜਿਹਾ ਪਾਤਰ ਹੈ ਜਿਹੜਾ ਸਟੇਜ ਦੇ ਉੱਪਰ ਚੜ੍ਹਿਆ ਹੋਇਆ ਤੇ ਉਹ ਦੱਸ ਰਿਹਾ ਸਾਰਿਆਂ ਨੂੰ ਕਿ ਮੈਂ ਕਿਵੇਂ ਉਸ ਪਾਤਰ ਦੇ ਵਿੱਚ ਸ਼ਾਮਲ ਹੁੰਦਾ। ਸੋ ਇਹ ਡਾਕਟਰ ਸਾਹਿਬ ਸਿੰਘ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਇਹ ਗੱਲਬਾਤ ਸਾਡੀ ਜਾਰੀ ਰਹੂਗੀ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜਸਟ, ਤੇ ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਸਿੰਘ ਹੁਣਾਂ ਦੇ ਨਾਲ ਉਹਨਾਂ ਦੀ ਕਲਾ ਦੀਆਂ, ਉਹਨਾਂ ਦੇ ਰੰਗਮੰਚ ਦੀਆਂ, ਉਹਨਾਂ ਦੇ ਨਿਰਦੇਸ਼ਨ ਦੀਆਂ ਤੇ ਉਹਨਾਂ ਦੇ ਲੇਖਣ ਦੀ ਗੱਲਬਾਤ ਕਰਾਂਗੇ। ਮਿਲਦੇ ਆ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਇਸ ਵੇਲੇ ਅਸੀਂ ਜੁੜੇ ਹੋਏ ਹਾਂ ਡਾਕਟਰ ਸਾਹਿਬ ਸਿੰਘ ਹੁਣਾਂ ਦੇ ਨਾਲ। ਡਾਕਟਰ ਸਾਹਿਬ ਸਿੰਘ ਜਿਨ੍ਹਾਂ ਦੀ ਕਲਾ ਵੇਖਿਆ ਬਣਦੀ ਹੈ, ਜਿਨ੍ਹਾਂ ਦਾ ਰੰਗਮੰਚ ਦੇ ਉੱਪਰ ਪ੍ਰਦਰਸ਼ਨ ਤੁਹਾਨੂੰ ਬੰਨ੍ਹ ਕੇ ਰੱਖ ਲੈਂਦਾ, ਜਿਹੜੇ ਬਹੁਤ ਲੰਬੇ ਸਮੇਂ ਤੋਂ ਨਾਟਕ ਕਰਦੇ ਆ ਰਹੇ ਨੇ, ਜਿਨ੍ਹਾਂ ਦਾ ਸੋਲੋ ਨਾਟਕ ਖਾਸ ਤੌਰ ਤੇ ਜਿਹਨੂੰ ਮੈਂ ਵੇਖਿਆ ਤੁਹਾਨੂੰ ਬੰਨ੍ਹ ਕੇ ਰੱਖ ਲੈਂਦਾ। ਤੇ ਗੱਲਬਾਤ ਫਿਰ ਦੁਬਾਰਾ ਅਸੀਂ ਮੁੜਦੇ ਆ ਡਾਕਟਰ ਸਾਹਿਬ ਸਿੰਘ ਹੋਣਾ ਨਾਲ ਤੇ ਗੱਲਬਾਤ ਨੂੰ ਜਾਰੀ ਰੱਖਦੇ ਆ। ਡਾਕਟਰ ਸਾਹਿਬ ਸਿੰਘ ਜੀ ਇੱਕ ਵਾਰੀ ਫਿਰ ਪੰਜਾਬੀ ਨੈਸ਼ਨਲ ਟੀਵੀ ਦੇ ਆਪਾਂ ਮੁਖਾਤਬ ਹੁੰਦੇ ਆ। ਜਿਸ ਤਰੀਕੇ ਦੇ ਨਾਲ ਤੁਸੀਂ ਅਦਾਕਾਰੀ ਕਰ ਰਹੇ ਸੀ, ਮੈਂ ਗੱਲਬਾਤ ਨਹੀਂ ਕਹੂੰਗੀ, ਮੇਰੀ ਗੱਲਬਾਤ ਦੇ ਵਿੱਚ ਇਸ ਵੇਲੇ ਅਦਾਕਾਰੀ ਹੋ ਰਹੀ ਹੈ। ਇਸ ਅਦਾਕਾਰੀ ਨੂੰ ਅੱਜ ਦੇ ਮੁਕਾਮ ਤੱਕ ਪਹੁੰਚਣ ਲਈ ਕਿੰਨਾ ਕੁ ਲੰਮਾ ਸਮਾਂ ਲੱਗਿਆ? ਕਦੋਂ ਕੋ ਤੁਸੀਂ ਇਸ ਪਹਿਲੀ ਵਾਰ ਸਟੇਜ ਤੇ ਚੜੇ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਾ ਕਿ ਮੈਂ ਬੜਾ ਵਧੀਆ ਕੀਤਾ ਹੈ? ਫਿਰ ਕਦੋਂ ਕੋ ਤੁਹਾਨੂੰ ਲੱਗਾ ਕਿ ਨਹੀਂ ਅਜੇ ਨਹੀਂ ਬੜੀ ਗੱਲ ਹੈ? ਫਿਰ ਉਸ ਤੋਂ ਬਾਅਦ ਫਿਰ ਲੱਗਾ ਕਿ ਕਦੋਂ ਕੋ? ਤੇ ਹੁਣ ਕਿਵੇਂ ਤੁਸੀਂ ਕਲਾ ਦੀ ਸਿਖਰ ਨੂੰ ਸੋਇਆ ਹੈ? ਮੈਨੂੰ ਮਸ਼ਹੂਰੀ ਜਾਂ ਫੇਮ ਨਹੀਂ ਕਹਿੰਦੀ, ਜਸਟ ਕਲਾ ਦੀ ਸਿਖਰ ਹੈ। ਸਿਖਰ ਤਾਂ ਹਾਲੇ ਮੈਂ ਸ਼ਾਇਦ ਛੂਣਾ ਕਦੇ ਵੀ, ਤੇ ਸ਼ਾਇਦ ਮੈਂ ਕਦੇ ਵੀ ਨਾ ਛੂ ਸਕਾਂ। ਮੁਕੰਮਲ ਤੇ ਕਦੇ ਵੀ ਨਹੀਂ ਕੋਈ ਹੁੰਦਾ। ਜਿਸ ਦਿਨ ਆਪਾਂ ਨੂੰ ਮੁਕੰਮਲ ਹੋਣ ਦਾ ਭਰਮ ਪੈ ਗਿਆ ਉਸ ਦਿਨ ਸਾਡਾ ਖਤਮ ਹੋਏਗਾ, ਨਾ ਸਾਡਾ ਆਖਰੀ ਪਲ ਹੋਏਗਾ। ਔਰ ਕਲਾ ਤਾਂ ਇੱਕ ਇਹੋ ਜਿਹਾ ਅਭਿਆਸ ਹੈ ਕਿ ਡੇਲੀ ਐਵੋਲੂਟ ਹੁੰਦਾ। ਤੁਹਾਡੀ ਰਚਨਾ, ਤੁਹਾਡੀ ਅਦਾਕਾਰੀ, ਤੁਹਾਡੀ ਡਾਇਰੈਕਸ਼ਨ, ਤੁਹਾਡੀ ਡਿਜ਼ਾਈਨਿੰਗ, ਤੁਹਾਡੀ ਸਮਝ, ਤੁਹਾਡਾ ਐਨਾਲਿਸਿਸ, ਇਹ ਤਾਂ ਐਵੋਲੂਸ਼ਨ 'ਚ ਹੈ ਨਾ, ਐਵੋਲੂਟ ਹੁੰਦਾ ਰਹਿਣਾ ਚਾਹੀਦਾ। ਲੇਕਿਨ ਇਹ ਜ਼ਰੂਰ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਮੈਂ ਪਿੱਛੇ ਝਾਤ ਮਾਰਦਾ ਆਪਣੇ 35 ਸਾਲ ਦੇ ਸਫ਼ਰ ਦੇ ਵਿੱਚ, ਤਾਂ ਜ਼ਰੂਰ ਉਹਦੇ ਵਿੱਚ ਮੈਨੂੰ ਪੜਾਅ ਨਜ਼ਰ ਆਉਂਦੇ ਹੈ। ਕਿਉਂਕਿ ਪਹਿਲਾ ਪੜਾਅ ਸੀ ਜਦੋਂ ਇਹ ਸੀ ਵੀ ਤੁਹਾਨੂੰ ਇੱਕ ਕੈਰੈਕਟਰ ਮਿਲ ਗਿਆ ਤੇ ਸਭ ਤੋਂ ਪਹਿਲਾਂ ਉਹਦੇ ਡਾਇਲੋਗ ਪੜ੍ਹਨੇ, ਬਹੁਤ ਤੇਜ਼ੀ ਨਾਲ ਡਾਇਲੋਗ ਪੜ੍ਹਨੇ, ਫਿਰ ਉਹਨਾਂ ਕਿ ਡਾਇਲੋਗ ਯਾਦ ਹੋ ਗਏ, ਹੁਣ ਇਹਨਾਂ ਨੂੰ ਕਿੱਦਾਂ ਤਰੀਕੇ ਨਾਲ ਜੋਸ਼ ਨਾਲ ਬੋਲ ਦੇਣਾ, ਇੰਨਾ ਕੋਈ ਹੁੰਦਾ ਸੀਗਾ ਨਾ ਵੀ ਡਾਇਲੋਗ ਨੂੰ ਬੋਲਤਾ। ਫਿਰ ਹੌਲੀ ਹੌਲੀ ਅਗਲਾ ਪੜਾਅ ਆਇਆ ਵੀ ਉਸ ਲਾਈਨਾਂ ਦੇ ਅੰਦਰ ਜੋ ਨਹੀਂ ਲਿਖਿਆ ਗਿਆ ਉਹਨੂੰ ਪਕੜਨ ਦੀ ਕੋਸ਼ਿਸ਼ ਕਰਨੀ, ਜੋ ਲਿਖਿਆ ਗਿਆ ਉਹ ਤਾਂ ਤੁਸੀਂ ਪੇਸ਼ ਕਰਨਾ, ਜੋ ਨਹੀਂ ਲਿਖਿਆ ਰਾਈਟਰ ਨੇ ਉਹ ਜ਼ਿਆਦਾ ਇੰਪੋਰਟੈਂਟ ਹੈ। ਉਹ ਜਿਹੜਾ ਨਹੀਂ ਲਿਖਿਆ, ਜਿਹੜਾ ਛੱਡਿਆ ਹੋਇਆ, ਉਹ ਹੌਲੀ ਹੌਲੀ ਕਰਦਿਆਂ ਕੁਝ ਉਸਤਾਦਾਂ ਤੋਂ ਸਿੱਖਿਆ, ਜਿਵੇਂ ਗੁਰਸ਼ਨ ਭਾਜੀ ਨੇ ਥੀਏਟਰ ਕੀਤਾ, ਡਾਕਟਰ ਆਤਮਜੀਤ ਨਾਲ ਕੀਤਾ। ਗੁਰਸ਼ਨ ਸਿੰਘ ਹੋਣੀ ਤਾਂ ਇੰਜ ਕਰਦੇ ਹੁੰਦੇ ਸੀ ਜਿਵੇਂ ਸਹਿਜ ਭਾਅ ਦੇ ਨਾਲ ਤੁਰੇ ਫਿਰਦੇ ਹੁੰਦੇ ਨੇ। ਜੀ ਮਲਕ ਭਾਗੋ, ਮਲਕ ਕੀ ਬਣੇ ਸੀ, ਭਾਗੋ ਬਣੇ ਹੋਏ ਸੀ, ਕਿਆ ਲੱਗ ਰਿਹਾ ਸੀ ਜਿਵੇਂ ਸੱਚੀ ਮੁੱਚੀ ਮਲਕ ਭਾਗੋ ਹੀ ਹੁੰਦਾ ਹੈ। ਇੰਨਾ ਸਹਿਜ ਉਹਨਾਂ ਦੀ, ਬਹੁਤ ਨੈਚੁਰਲ ਐਕਟਿੰਗ ਸੀ ਉਹਨਾਂ ਦੀ, ਬਹੁਤ ਨੈਚੁਰਲ ਸੀਗੀ। ਸੋ ਭਾ ਕਹਿੰਦਾ ਮਤਲਬ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜੇ ਪੰਜਾਬੀ ਰੰਗਮੰਚ ਦੇ ਵਿੱਚ ਤੁਸੀਂ ਸਭ ਤੋਂ ਕੋਈ ਬਿਹਤਰੀਨ ਅਦਾਕਾਰ ਐਲਾਨ ਕਰਨਾ ਤੇ ਉਹ ਭਾ ਗੁਰਸ਼ਰਨ ਸਿੰਘ ਨੇ। ਉਹ ਬਹੁਤ ਕਮਾਲ ਦੇ ਅਦਾਕਾਰ ਸੀਗੇ। ਆਪਾਂ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਦੂਸਰੇ ਪੱਖਾਂ ਬਾਰੇ ਜ਼ਿਆਦਾ ਧਿਆਨ ਦਿੰਦੇ ਹਾਂ ਕਿ ਉਹ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਸੀ, ਇਨਕਲਾਬੀ ਵਿਚਾਰਾਂ ਵਾਲੇ ਸੀ, ਕਿਤਾਬਾਂ ਛਾਪਦੇ ਸੀ, ਹੋਰ ਕੁਝ ਕਰਦੇ ਸੀ, ਪਰ ਬਤੌਰ ਐਕਟਰ ਸੋ ਭਾਜੀ ਦਾ ਬੜਾ ਪ੍ਰਭਾਵ ਹੈ ਮੇਰੇ ਦੇ ਉੱਤੇ ਕਿ ਭਾਜੀ ਕਿੰਨੀ ਨੈਚੁਰਲ ਐਕਟਿੰਗ ਕਰਦੇ ਸੀ। ਦੈਟਸ ਵਾਈ ਮੈਂ ਆਪਣੀ ਸਾਰੀ
ਐਕਟਿੰਗ ਨੂੰ ਨੈਚੁਰਲ ਰੱਖਣ ਦੀ ਕੋਸ਼ਿਸ਼ ਕਰਦਾ ਆਲਵੇਸ, ਹੈ ਨਾ। ਫਿਰ ਡਾਕਟਰ ਆਤਮਜੀਤ ਵਰਗਿਆਂ ਦੀ ਸੰਗਤ ਮੈਨੂੰ ਮੰਨਣ ਦਾ ਮੌਕਾ ਮਿਲਿਆ। ਉਹ ਬੜੇ ਸੂਖਮ ਦ੍ਰਿਸ਼ਟੀ ਦੇ ਹੈਗੇ ਆ ਨਾਟਕਕਾਰ ਤੇ ਨਿਰਦੇਸ਼ਕ, ਉਹਨਾਂ ਨਾਲ ਬੜਾ ਕੁਝ ਉਹਨਾਂ ਤੋਂ ਸਿੱਖਿਆ। ਉਹਨਾਂ ਨਾਲ 2-3 ਨਾਟਕ ਕੀਤੇ। ਫਿਰ ਕੇਵਲ ਧਾਲੀਵਾਲ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਕਰਕੇ ਆਏ, ਉਹਨਾਂ ਨਾਲ ਬਹੁਤ ਸਾਰੀਆਂ ਪੇਸ਼ਕਾਰੀਆਂ ਐਜ਼ ਐਨ ਐਕਟਰ ਕੀਤੀਆਂ। ਸੋ ਇਹ ਸਾਰਾ ਕੁਝ ਮੇਰੇ ਵਾਸਤੇ ਇੱਕ ਐਵੋਲੂਸ਼ਨ ਸੀ ਮੇਰੀ, ਕਿ ਕਿੱਦਾਂ ਚੀਜ਼ਾਂ, ਜੇ ਮੈਂ ਅੱਜ ਮਤਲਬ ਕੋਈ ਚੀਜ਼ ਸਮਝ ਲਈ, ਮੈਨੂੰ ਲੱਗਾ ਕਿ ਆਹ ਚੀਜ਼ ਮੈਨੂੰ ਸਮਝ ਆ ਗਈ, ਹੁਣ ਮੈਂ ਇਹਨੂੰ ਕਰ ਸਕਦਾ, ਤੇ ਕਿਵੇਂ ਉਹ ਫਿਰ ਤੁਹਾਡੀ ਸਮਝ ਟੁੱਟਦੀ ਹੈ। ਕੋਈ ਨਵਾਂ ਆਉਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹ ਤੁਹਾਨੂੰ ਤੋੜਦਾ ਕਿ ਨਹੀਂ ਗੱਲ ਇੱਥੇ ਨਹੀਂ ਮੁੱਕਦੀ, ਗੱਲ ਇਸ ਤੋਂ ਗਾਂਹ ਵੀ ਤੁਰਦੀ ਹੈ ਨਾ। ਇਹ ਵੀ ਕੁਝ ਕਰਕੇ ਤੇ ਜਾਂ ਤਾਂ ਉਹ ਤੁਹਾਨੂੰ ਸਿਖਾਉਂਦਾ, ਜਾਂ ਉਹ ਤੁਹਾਨੂੰ ਜ਼ਰੂਰੀ ਨਹੀਂ ਕਿ ਉਹ ਸਿਖਾਉਂਦਾ, ਤੁਹਾਨੂੰ ਉਹ ਫੜ ਕੇ ਉਸ ਸਪੇਸ ਵਿੱਚ ਛੱਡ ਦਿੰਦਾ ਕਿ ਆਹ ਨਵੀਂ ਸਪੇਸ ਤੇਰੇ ਵਾਸਤੇ ਆ, ਇਸ ਨਵੀਂ ਸਪੇਸ ਵਿੱਚ ਤੈਨੂੰ ਮੈਂ ਐਂਟਰ ਕਰਾਤਾ, ਹੁਣ ਖੇਡ ਬਚਿਆ, ਹੈ ਨਾ। ਫਿਰ ਤੁਸੀਂ ਉਹਦੇ ਵਿੱਚ ਕਿੱਦਾਂ ਖੇਡਦੇ ਹੋ, ਉਸ ਨਵੀਂ ਸਪੇਸ ਨੂੰ, ਉਸ ਨਵੀਂ ਤਰ੍ਹਾਂ ਦੀ ਡਿਜ਼ਾਈਨਿੰਗ ਨੂੰ ਜਿਹੜੀ ਤੁਸੀਂ ਪਹਿਲਾਂ ਨਹੀਂ ਹੰਡਾਈ, ਤੁਸੀਂ ਉਹਦੇ ਵਿੱਚ ਬਤੌਰ ਅਦਾਕਾਰ ਜਾਂਦੇ ਹੋ। ਜਦੋਂ ਜਾ ਕੇ 1-2 ਪੇਸ਼ਕਾਰੀਆਂ ਦੇ ਵਿੱਚੋਂ ਤੁਸੀਂ ਬਾਹਰ ਨਿਕਲਦੇ ਹੋ, ਤੁਸੀਂ ਆਪਣੇ ਆਪ ਨੂੰ ਰੀਜੂਵੀਨੇਟਡ ਫੀਲ ਕਰਦੇ ਹੋ। ਤੁਹਾਨੂੰ ਲੱਗਦਾ ਕੁਛ ਮੈਂ ਨਵਾਂ ਸਿੱਖ ਲਿਆ, ਕੁਛ ਮੈਂ ਨਵਾਂ ਹਾਸਲ ਕਰ ਲਿਆ। ਪ੍ਰੋਫੈਸਰ ਅਜਮੇਰ ਔਲਖ ਨੇ, ਮੈਂ ਕਦੇ ਜ਼ਿੰਦਗੀ 'ਚ ਉਹਨਾਂ ਨਾਲ ਰੰਗਮੰਚ ਨਹੀਂ ਕੀਤਾ, ਪਰ ਉਹਨਾਂ ਨਾਲ ਬਹੁਤ ਸੰਗਤ ਮਾਣੀ ਔਰ ਬੜਾ ਸਤਿਕਾਰ ਉਹਨਾਂ ਤੋਂ ਲਿਆ, ਬੱਚਿਆਂ ਦੀ ਤਰ੍ਹਾਂ। ਮੈਂ ਬਾਪੂ ਉਹਨਾਂ ਨੂੰ ਹਮੇਸ਼ਾ ਕਿੰਨਾ ਆਪਣਾ, ਉਹਨਾਂ ਤੋਂ ਬੜਾ ਕੁਛ। ਇਹਦਾ ਕਿੰਨੇ ਸਾਰੇ ਲੋਕ ਨੇ, ਇਹ ਹੋ ਨਾ ਤੁਸੀਂ, ਲੇਕਿਨ ਆਪਣੇ ਅੰਦਰ ਜਿਹੜਾ ਮੇਰਾ ਅੰਦਰਲਾ ਸਾਹਿਬ ਸਿੰਘ ਜਿਹੜਾ ਹੈਗਾ, ਜਿਹਦੀ ਭੁੱਖ ਹੈ ਬਹੁਤ ਜ਼ਿਆਦਾ ਕਿ ਜ਼ਿੰਦਗੀ 'ਚ ਬਹੁਤ ਕੁਛ ਕਰਨਾ, ਮੇਰੇ ਅੰਦਰ ਬੜੀ ਭੁੱਖ ਹੈ ਕਿ ਜ਼ਿੰਦਗੀ 'ਚ ਬਹੁਤ ਕੁਛ ਕਰਨਾ। ਏਦਾਂ ਲੱਗਦਾ ਰਹਿੰਦਾ ਹਮੇਸ਼ਾ ਮੈਨੂੰ ਇਹੀ ਟੈਨਸ਼ਨ ਹੁੰਦੀ ਹਮੇਸ਼ਾ ਕਿ ਬਹੁਤ ਕੁਛ ਕਰਨਾ ਬਾਕੀ ਹੈ, ਹੋ ਜਾਏਗਾ ਸਾਰਾ ਕੁਛ, ਹੈ ਨਾ। ਉਹ ਇੱਕ ਜਿਹੜੀ ਅੰਦਰਲੀ ਭੁੱਖ ਹੈ ਕਿ ਆਪਣੇ ਆਪ ਨੂੰ ਕਿਵੇਂ ਰਿਫਾਈਨ ਕਰਨਾ, ਕਿਵੇਂ ਅਪਡੇਟ ਕਰਨਾ। ਇੱਕ ਹੈਗਾ ਕਿ ਮੇਰੇ ਅੰਦਰ ਨਾ ਬਹੁਤ ਸ਼ੁਰੂ ਤੋਂ ਇਹ ਰਿਹਾ ਕਿ ਮੈਨੂੰ ਸੈਕਿੰਡ ਆਉਣਾ ਨਹੀਂ ਆਉਂਦਾ। ਆਈ ਨੋ, ਮੈਂ ਤੁਹਾਡਾ ਪੜਿਆ, ਤੁਸੀਂ ਸ਼ੁਰੂ ਤੋਂ ਫਸਟ ਆਉਂਦਾ ਰਿਹਾ, ਤੁਸੀਂ ਭਾਸ਼ਣ ਦਿੰਦੇ ਸੀ, ਕੁਝ ਵੀ ਕਰਦਾ ਸੀ ਤੇ ਫਸਟ ਤੁਹਾਡੇ ਟੀਚਰ ਨੇ ਤੁਹਾਨੂੰ ਡੰਡਾ ਫੜਾ ਦਿੱਤਾ ਸੀ, ਇਹ ਸਾਰੀਆਂ ਗੱਲਾਂ ਮੈਨੂੰ ਪਤਾ ਨੇ, ਸੁਣੀ ਹੋਈ। ਸੋ ਮੈਨੂੰ ਉਹ ਜਿਹੜਾ ਉਹ ਹੈ ਨਾ ਅੰਦਰ ਜਿਹੜੀ ਹੈਗੀ ਹੈ ਕਿ ਫਸਟ ਆਉਣਾ। ਸੋ ਫਸਟ ਆਉਣ ਦੇ ਵਿੱਚ ਮੈਨੂੰ ਸੀ ਵੀ 2 ਚੀਜ਼ਾਂ ਨੇ। ਭਾ ਸਿਖਾਉਂਦੇ ਹੁੰਦੇ ਸੀ, ਭਾ ਕਹਿੰਦੇ ਸੀ ਵੀ ਫਸਟ ਆਉਣ ਲਈ ਇੱਕ ਤਾਂ ਇਹ ਹੁੰਦਾ ਵੀ ਜਿਹੜਾ ਪਹਿਲੇ ਤੁਹਾਡੇ ਤੋਂ ਪਹਿਲਾਂ ਫਸਟ ਨਜ਼ਰ ਆ ਉਹਨੂੰ ਠਿੱਬੀ ਮਾਰੋ, ਉਹਨੂੰ ਸੁੱਟੋ ਤੇ ਫਸਟ ਆਓ। ਇਹ ਗਲਤ ਤਰੀਕਾ ਹੁੰਦਾ। ਇੱਕ ਦੂਜਾ ਹੁੰਦਾ ਕਿ ਤੁਸੀਂ ਆਪਣੀ ਲਕੀਰ ਨੂੰ ਵੱਡੀ ਕਰੋ, ਆਪਣੇ ਆਪ ਨੂੰ ਰਹੋ, ਤੁਸੀਂ ਆਪੇ। ਸੋ ਉਸ ਤਰ੍ਹਾਂ ਮੈਨੂੰ ਨਾ ਮੇਰੇ ਅੰਦਰ ਲਲਕ ਹੈ ਕਿ ਮੈਂ ਜੋ ਕਰਾਂ ਉਹ ਕਿਤੇ ਨਾ ਕਿਤੇ ਫਸਟ ਆਵਾਂ, ਮੈਂ ਨਾ ਪ੍ਰਥਮ ਆਵਾਂ, ਮੈਂ ਇਦਾਂ ਨਾ ਥੱਲੇ ਜਿਹਾ ਨਾ ਰਹਿ ਜਾਵਾਂ, ਮੈਂ ਐਵਰੇਜ ਜਿਹਾ ਨਾ ਰਹਿ ਜਾਵਾਂ ਕਿ ਹੋਰ ਵੀ ਯਾਰ 1000 ਐਕਟਰ ਹੈਗੇ ਨੇ, ਉਹਨਾਂ ਵਿੱਚ ਇੱਕ ਸਾਹਿਬ ਸਿੰਘ ਵੀ ਹੈ। ਨਹੀਂ, ਜੇ ਮੇਰਾ ਜ਼ਿਕਰ ਹਜ਼ਾਰਾਂ ਦੇ ਵਿੱਚ ਹੋਵੇ, ਘੱਟੋ ਘੱਟ ਉੱਪਰਲੇ 10-15 'ਚ ਤਾਂ ਹੋਵੇ ਕਿਤੇ ਨਾ ਕਿਤੇ, ਹੈ ਨਾ। ਸੋ ਉਹ ਇੱਕ ਅੰਦਰ ਭੁੱਖ ਹੈ। ਇੱਕ ਇਹ ਭੁੱਖ ਹੈ ਕਿ ਸਮਾਜ ਦੇ ਅੰਦਰ ਮੈਂ ਨਿੱਤ ਤਬਦੀਲੀ ਦੇਖਦਾ, ਸਮਾਜਿਕ ਵਰਤਾਰੇ ਵਿੱਚ ਵੀ ਦੇਖਦਾ, ਰਾਜਨੀਤਿਕ ਵਰਤਾਰੇ 'ਚ ਵੀ ਦੇਖਦਾ, ਲੋਕਾਂ ਦੇ ਰਹਿਣ ਸਹਿਣ ਵਿੱਚ ਵੀ ਦੇਖਦਾ, ਲੋਕਾਂ ਦੇ ਸੰਘਰਸ਼ ਵਿੱਚ ਵੀ ਦੇਖਦਾ, ਜ਼ਿੰਦਗੀ 'ਚ ਰਿਸ਼ਤਿਆਂ 'ਚ ਵੀ ਦੇਖਦਾ, ਲੋਕਾਂ ਦੇ ਬਣਤ ਵਿਹਾਰ 'ਚ ਵੀ ਦੇਖਦਾ, ਆਪਣੇ ਤੋਂ ਅਗਲੀ ਜਨਰੇਸ਼ਨ ਦੀ ਵੈਲਿਊਜ਼ ਵਿੱਚ ਵੀ ਮੈਂ ਦੇਖਦਾ। ਸੋ ਤਬਦੀਲੀ ਹੈ ਬਹੁਤ ਸਾਰੀ। ਉਸ ਤਬਦੀਲੀ ਨੂੰ ਪਕੜਨ ਲਈ ਇੱਕ ਕਲਾਕਾਰ ਨੂੰ, ਇੱਕ ਸਾਹਿਤਕਾਰ ਨੂੰ ਇੰਨੇ ਜ਼ਿਆਦਾ ਅਭਿਆਸ ਦੀ ਲੋੜ ਹੈ ਕਿ ਉਹ ਹਰ ਵੇਲੇ ਉਸ ਨੂੰ ਪਕੜੇ ਤਾਂ ਕਿ ਉਹ ਪਿੱਛੇ ਨਾ ਰਹਿ ਜਾਵੇ। ਇਹ ਨਾ ਹੋਵੇ ਕਿ ਜੇ ਤੁਸੀਂ 50 ਅਬਵ ਹੋ ਗਏ ਹੋ, ਤੁਹਾਡੇ ਦਰਸ਼ਕਾਂ ਦੇ ਵਿੱਚ ਕੋਈ 15 ਸਾਲ ਦਾ ਬੱਚਾ, ਮੁੰਡਾ ਜਾਂ ਕੁੜੀ ਬੈਠੇ, ਉਹ ਕਹੇ ਨਹੀਂ ਇਹਦੀ ਗੱਲ ਇਹਦਾ ਅੰਦਾਜ਼ ਇਹ ਮੇਰੇ ਹਾਣ ਦਾ ਨਹੀਂ ਹੈ। ਉਹਨੂੰ ਲੱਗਣਾ ਚਾਹੀਦਾ ਕਿ ਨਹੀਂ, ਇਹਦੀ ਗੱਲਬਾਤ, ਇਹ ਚਾਹੇ ਮੇਰੇ ਤੋਂ 35 ਸਾਲ ਵੱਡਾ ਹੈ, ਪਰ ਇਹਦੀ ਗੱਲਬਾਤ ਮੇਰੇ ਵੀ ਹਾਣ ਦੀ ਹੈ, ਇਹਦਾ ਅੰਦਾਜ਼ ਮੇਰੇ ਵੀ ਹਾਣ ਦਾ। ਉਹ ਵੀ ਐਂਟਰਟੇਨ ਹੋ ਕੇ ਜਾਵੇ, ਕੁਝ ਗੱਲ ਕਰਕੇ ਜਾਵੇ। ਇਹੋ ਜਿਹੀਆਂ ਕੁਝ ਅੰਦਰ ਬਿਰਤੀਆਂ ਨੇ ਜਿਹੜੀਆਂ ਸਮਝ ਲਓ, ਜਾਂ ਮੇਰੀ ਮਾਂ ਨੇ ਮੇਰੇ ਅੰਦਰ ਜਦੋਂ ਮੈਨੂੰ ਜੰਮਿਆ, ਉਹਦੇ ਖੂਨ 'ਚੋਂ, ਉਹਦੇ ਦੁੱਧ 'ਚੋਂ ਮੇਰੇ ਅੰਦਰ ਉਹ ਸੰਵੇਦਨਸ਼ੀਲਤਾ ਆਈ, ਜਾਂ ਸਕੂਲ ਲਾਈਫ ਤੋਂ ਲੈ ਕੇ ਫਸਟ ਆਉਣ ਵਾਲੀ ਗੱਲ ਜਿਹੜੀ ਹੈਗੀ ਹੈ, ਅੱਗੇ ਖੜਨਾ, ਭੀੜ ਦੇ ਵਿੱਚ ਗੁਆਚਣਾ ਨਹੀਂ, ਉਹ ਸਾਰੀਆਂ ਚੀਜ਼ਾਂ ਕਿਤੇ ਮੈਨੂੰ ਇੱਦਾਂ ਤੋਰੀ ਰੱਖਦੀਆਂ। ਇਸੇ ਗੱਲ ਥੋੜ੍ਹਾ ਜਿਹਾ ਹੋਰ ਆਪਾਂ ਅੱਗੇ ਲੈ ਕੇ ਜਾਂਦੇ ਹਾਂ। ਤੁਸੀਂ ਇੱਕ ਕਿਹਾ ਕਿ ਅਸੀਂ ਮੈਂ ਅਨੁਭਵ ਕਰਦਾ ਹੈ ਨਾ, ਤੇ ਤੁਸੀਂ ਇਸ ਚੀਜ਼ ਲਈ ਕੀ ਤਬਦੀਲੀ ਆ ਰਹੀ ਹੈ ਸਮਾਜ ਦੇ ਵਿੱਚ, ਕਿਹੜਾ ਪੱਖ ਜਿਹੜਾ ਹੈ ਇਸ ਵੇਲੇ ਹੁਣ ਉਜਾਗਰ ਕਰਨ ਦੀ ਜ਼ਰੂਰਤ ਹੈ, ਤੁਸੀਂ ਇਹਨਾਂ ਦਾ ਅਧਿਐਨ ਕਰਦੇ ਹੋ? ਜੀ ਬਿਲਕੁਲ। ਦੇਖੋ, ਅਧਿਐਨ ਕਰਦੇ ਹੋ, ਕਿਹੜੀਆਂ ਤੁਸੀਂ ਕਿਤਾਬਾਂ ਪੜ੍ਹਦੇ ਹੋ, ਜਾਂ ਅਖਬਾਰਾਂ ਨਾਲ ਜੁੜੇ ਰਹਿੰਦੇ ਹੋ, ਜਾਂ ਕਿਹੜਾ ਮੀਡੀਅਮ ਜਿਹੜਾ ਹੈ ਉਹ ਤੁਸੀਂ? ਦੇਖੋ, ਕਿਤਾਬਾਂ ਮੈਂ ਹਮੇਸ਼ਾ ਪੜ੍ਹਦਾ ਹਾਂ ਨਾ। ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵਰਲਡ ਦਾ ਲਿਟਰੇਚਰ ਪੜ੍ਹੋ, ਹੋਰ ਲੋਕੀ ਕੀ ਲਿਖ ਰਹੇ ਨੇ ਉਹ ਪੜ੍ਹੋ। ਅਖਬਾਰਾਂ ਪੜ੍ਹਦਾ ਮੈਂ ਹਰ ਰੋਜ਼, ਅੰਗਰੇਜ਼ੀ ਤੇ ਪੰਜਾਬੀ ਦੋਨੋਂ ਅਖਬਾਰਾਂ ਮੈਂ ਜ਼ਰੂਰ ਪੜ੍ਹਦਾ, ਹੈ ਨਾ। ਹੁਣ ਤਾਂ ਚਲੋ ਮੈਂ ਬਾਹਰ ਆਇਆ ਹੋਇਆ, ਕਈ ਵਾਰੀ ਨੈੱਟ ਤੋਂ ਪੜ੍ਹਨੀ ਪੈਂਦੀ ਹੈ ਕੁਛ, ਲੇਕਿਨ ਇਸ ਤੋਂ ਵੀ ਜ਼ਿਆਦਾ ਜਿਹੜਾ ਮਹੱਤਵਪੂਰਨ ਅਧਿਐਨ ਹੈ ਨਾ, ਉਹ ਹੈਗਾ ਤੁਹਾਡੇ ਆਲੇ ਦੁਆਲੇ ਦਾ ਅਧਿਐਨ।
ਤੁਹਾਡੇ ਬਰੀਕ ਨੀਜ ਦੇ ਨਾਲ ਵੇਖਣਾ ਦੇਖਣਾ ਜਦ ਤੱਕ ਤੁਸੀਂ ਉਹ ਅਧਿਐਨ ਨਹੀਂ ਕਰਦੇ ਉਚੇਚਾ ਵੀ ਕਰਨਾ ਪੈਂਦਾ, ਵੇਖਿਆ ਲੱਗ ਜਾਂਦਾ ਉਚੇਚਾ ਤਾਂ ਉਚੇਚ ਤਾਂ ਹੈ ਨਾ ਕਿ ਉਚੇਚ ਤੁਹਾਨੂੰ ਕਰਨੀ ਨਹੀਂ ਪੈਂਦੀ ਅਸਲ 'ਚ ਕਿ ਤੁਸੀਂ ਜਦੋਂ ਆਪਣੇ ਆਪ ਨੂੰ ਉਸ ਰਸਤੇ ਲਈ ਤਿਆਰ ਕਰ ਲਿਆ ਤੇ ਆਪਣੇ ਆਪ ਤੁਹਾਡਾ ਮਾਈਂਡ ਸੈੱਟ ਹੋ ਜਾਂਦਾ ਕਿ ਤੁਹਾਨੂੰ ਜਿੱਥੇ ਜਿੱਥੇ ਕੋਈ ਘਟਨਾ ਵਾਪਰ ਰਹੀ ਹੈ, ਜਿੱਥੇ ਜਿੱਥੇ ਕੋਈ ਕਿਰਦਾਰ ਮੇਰੇ ਲਈ ਖੜਾ ਜਿਹੜਾ ਮੈਨੂੰ ਆਵਾਜ਼ਾਂ ਮਾਰਿਆ ਕਿ ਸਾਹਿਬ ਸਿੰਘ ਇੱਧਰ ਮੇਰੇ ਵੱਲ ਧਿਆਨ ਦੇ, ਮੈਂ ਵੀ ਹੈਗਾ, ਮੇਰੇ ਨਾਲ ਵੀ ਕੁਝ ਹੋ ਰਿਹਾ, ਮੈਨੂੰ ਵੀ ਆਪਣੀ ਰਚਨਾ ਦੇ ਵਿੱਚ ਹਿੱਸਾ ਦੇ। ਉਹ ਜਦੋਂ ਤੁਸੀਂ ਆਪਣੇ ਆਪ ਨੂੰ ਰੈਡੀ ਕਰ ਲਿਆ ਨਾ ਤੇ ਚੀਜ਼ਾਂ ਤੁਹਾਨੂੰ ਆਪਣੇ ਆਪ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀਆਂ। ਉਹ ਜਿਹੜਾ ਅਧਿਐਨ ਹੈ ਉਹ ਮੈਂ ਸਮਝਦਾ ਕਿਤਾਬਾਂ ਤੋਂ ਵੀ, ਅਖਬਾਰਾਂ ਤੋਂ ਵੀ, ਟੈਲੀਵਿਜ਼ਨ ਤੋਂ ਵੀ, ਸਾਰੇ ਮੀਡੀਅਮ ਤੋਂ ਜ਼ਿਆਦਾ ਮਹੱਤਵਪੂਰਨ ਅਧਿਐਨ ਹੈ ਕਿ ਜੇ ਤੁਸੀਂ ਕਿਤਾਬਾਂ ਲਿਖਦੇ ਹੋ, ਤੁਸੀਂ ਬਹੁਤ ਕੁਝ ਕਰਦੇ ਹੋ, ਪਰ ਤੁਸੀਂ ਜਿਹੜਾ ਸਮਾਜ ਦੇ ਥੱਲੇ ਗਰਾਊਂਡ ਰਿਐਲਿਟੀ ਜਿਹੜੀ ਪਈ ਹੈ, ਜੇ ਤੁਸੀਂ ਉਹਦਾ ਅਧਿਐਨ ਨਹੀਂ ਕਰਦੇ, ਤੁਸੀਂ ਉਹਦੇ ਨਾਲ ਜੁੜਦੇ ਨਹੀਂ, ਫਿਰ ਤੁਹਾਡੇ ਸਾਰੇ ਫਿਕਰ ਯੂਟੋਪੀਅਨ ਹੋ ਕੇ ਰਹਿ ਜਾਂਦੇ ਕਿ ਤੁਸੀਂ ਕਿਸੇ ਯੂਟੋਪੀਅਨ ਸਪੇਸ ਦੇ ਵਿੱਚ ਗੱਲਾਂ ਕਰ ਰਹੇ ਹੋ ਜਿਹੜੀਆਂ ਗੱਲਾਂ ਥੱਲੇ ਬੰਦੇ ਨਾਲ ਜੁੜ ਨਹੀਂ ਰਹੀਆਂ। ਜਦੋਂ ਥੱਲੇ ਬੰਦੇ ਨਾਲ ਨਹੀਂ ਜੁੜਦੀਆਂ ਫਿਰ ਸਾਹਿਤਕਾਰ ਨਿਰਾਸ਼ ਹੁੰਦਾ, ਕਲਾਕਾਰ ਨਿਰਾਸ਼ ਹੁੰਦਾ ਕਿ ਮੇਰੀ ਕੋਈ ਗੱਲ ਨਹੀਂ ਸੁਣ ਰਿਹਾ, ਲੋਕੀ ਮੇਰੇ ਨਾਲ ਜੁੜ ਨਹੀਂ ਰਹੇ, ਜਾਂ ਮੇਰੇ ਲਿਖੇ ਨੂੰ ਪੜ੍ਹਦੇ ਨਹੀਂ, ਜਾਂ ਮੇਰੇ ਕੀਤੇ ਨੂੰ ਦੇਖਦੇ ਨਹੀਂ ਲੋਕੀ। ਉਹਦੇ ਕਰਕੇ ਮੈਂ ਉਸ ਅਧਿਐਨ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ। ਲੇਕਿਨ ਲਿਟਰੇਚਰ ਮੇਰੇ ਤੋਂ ਜਿੰਨਾ ਵੀ ਪੜ੍ਹ ਹੁੰਦਾ, ਮੈਂ ਹਮੇਸ਼ਾ ਇੰਗਲਿਸ਼ ਦਾ, ਹਿੰਦੀ ਦਾ, ਪੰਜਾਬੀ ਦਾ ਜਾਂ ਉਰਦੂ ਦਾ ਅਨੁਵਾਦ ਹੋਇਆ ਹੋਇਆ ਜਾਂ ਦੂਜੀਆਂ ਭਾਸ਼ਾਵਾਂ ਦਾ ਉਹ ਮੈਂ ਪੜ੍ਹਦਾ ਰਹਿੰਦਾ, ਕਿਉਂਕਿ ਉਹਦੇ ਨਾਲ ਤੁਸੀਂ ਨਾ ਤੁਹਾਡੀ ਨਾ ਫਾਈਨ ਟਿਊਨਿੰਗ ਹੁੰਦੀ ਰਹਿੰਦੀ। ਇੱਕ ਤੁਸੀਂ ਹਰ ਵੇਲੇ ਚਾਂਸ ਹੁੰਦਾ ਕਿ ਤੁਸੀਂ ਸਥੂਲਤਾ ਵੱਲ ਨੂੰ ਵੱਧਦੇ ਹੋ, ਹਰ ਵੇਲੇ ਚਾਂਸ ਹੁੰਦਾ ਉਹਨੂੰ ਕਿੱਦਾਂ ਰੋਕ ਕੇ ਸੂਖਮਤਾ ਵੱਲ ਨੂੰ ਮੋੜਾ ਕੱਟਣਾ। ਉਹਦੇ ਲਈ ਲਿਟਰੇਚਰ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਤੁਹਾਡੇ ਅੰਦਰ ਦੀ ਸੂਖਮਤਾ ਜਿਹੜੀ ਹੈਗੀ ਹੈ ਉਹਨੂੰ ਲਿਟਰੇਚਰ ਬਚਾ ਕੇ ਰੱਖਦਾ ਹੈ। ਉਹਨੂੰ ਜਿੰਨਾ ਲਿਟਰੇਚਰ ਬੰਦਾ ਵੱਧ ਪੜ੍ਹਦਾ ਹੈ ਉਨਾ ਹੀ ਉਹਦੇ ਸੂਖਮ ਅਹਿਸਾਸ ਹੈ ਉਹ ਬਚੇ ਰਹਿੰਦੇ ਆ, ਜ਼ਿੰਦਾ ਰਹਿੰਦੇ, ਨਹੀਂ ਤਾਂ ਮਰਨ ਦੇ ਬਹੁਤ ਚਾਂਸ ਨੇ। ਅੱਜ ਕੱਲ੍ਹ ਅਸੀਂ ਜਿਸ ਭੱਜੇ ਹੋਏ ਸਮਾਜ ਦੇ ਵਿੱਚ ਜੀ ਰਹੇ ਹਾਂ ਨਾ, ਤੁਹਾਡੇ ਸੂਖਮ ਅਹਿਸਾਸ ਨੂੰ ਮਾਰਨ ਲਈ ਤੇ ਮਰਨ ਲਈ ਪੂਰੀ ਸਪੇਸ ਪਈ ਹੈ। ਉਹਦੇ ਵਿੱਚ ਤੁਹਾਨੂੰ ਲਿਟਰੇਚਰ ਬਚਾਉਂਦਾ, ਤੁਹਾਨੂੰ ਆਰਟ ਬਚਾਉਂਦਾ। ਮੈਂ ਕਿਸੇ ਪ੍ਰੋਗਰਾਮ 'ਚ ਜਾਵਾਂ, ਕਿਤੇ ਗਜ਼ਲ ਗਾਇਕੀ ਹੋ ਰਹੀ ਬਹੁਤ ਅੱਛੀ, ਮੈਂ ਰਿਜੂਨੇਟ ਹੋ ਕੇ ਆਉਣਾ, ਮੈਂ ਤਾਜ਼ਾ ਹੋ ਕੇ ਆਉਣਾ, ਉੱਥੋਂ ਬਹੁਤ ਕੁਝ ਲੈ ਕੇ ਆਉਣਾ। ਕਿਤੇ ਕੋਈ ਬਹੁਤ ਅੱਛਾ ਗੀਤ ਚੱਲ ਰਿਹਾ ਹੋਵੇ, ਕਿਤੇ ਕੋਈ ਸਤਾਰ ਵਾਦਨ, ਕੋਈ ਸੰਤੂਰ ਵਾਦਨ ਕਰ ਰਿਹਾ, ਕੋਈ ਸਿਰਫ ਬੰਸਰੀ ਵਜਾ ਰਿਹਾ ਫਿਜ਼ਾ ਦੇ ਵਿੱਚ, ਤੁਸੀਂ ਕੁਦਰਤ ਦੇ ਵਿੱਚ ਬੈਠੇ ਹੋ ਦੇਖ ਰਹੇ ਹੋ ਕੋਈ ਬੰਸਰੀ ਵਜਾ ਰਿਹਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਸੂਖਮ ਅਹਿਸਾਸ ਨੂੰ ਜ਼ਿੰਦਾ ਰੱਖਦੀਆਂ ਤੇ ਤੁਸੀਂ ਚਾਹੁੰਦੇ ਹੋ ਆਪਣੀ ਰਚਨਾ ਰਾਹੀਂ, ਆਪਣੇ ਸਾਹਿਤ ਰਾਹੀਂ ਕਿ ਜਿਸ ਸਮਾਜ ਨੂੰ ਮੈਂ ਕੈਟਰ ਕਰ ਰਿਹਾ, ਜਿਹਦੇ ਲਈ ਮੈਂ ਲਿਖ ਰਿਹਾ, ਜਿਹਦੇ ਲਈ ਮੈਂ ਪੇਸ਼ ਕਰ ਰਿਹਾ, ਉਹ ਸਮਾਜ ਦੀ ਅਸਲ ਤਸਵੀਰ ਆ ਹੈ, ਉਹ ਹੋਣੀ ਚਾਹੀਦੀ। ਤੁਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਨਾਟਕ ਜੀ, ਤੁਹਾਡਾ ਨਾਟਕ ਉਹੋ ਹੀ ਹੁੰਦਾ ਹੈ ਨਾ, ਜਿਵੇਂ ਪਿੱਛੇ ਤੁਸੀਂ ਕਰਦੇ ਹੋ ਉਹੀ ਪੰਜਾਬ 'ਚ ਨਾਟਕ ਕਰਦੇ ਹੋ, ਤੁਸੀਂ ਇੱਥੇ ਆ ਕੇ ਕਰਦੇ ਹੋ, ਜਾਂ ਕੋਈ ਉਹਨਾਂ ਦੇ ਵਿੱਚ ਅੰਤਰ ਕਰਦੇ ਹੋ ਕਿ ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਹਾਡਾ ਦਰਸ਼ਕ ਵਰਗ ਉੱਥੇ ਹੈ ਨਾਟਕ ਨੂੰ ਮੰਨਣ ਵਾਲਾ, ਨਾਟਕ ਨੂੰ ਸਮਝਣ ਵਾਲਾ, ਵਿਦੇਸ਼ਾਂ ਦੇ ਵਿੱਚ ਵੀ ਉਹੋ ਜਿਹਾ ਹੀ ਤੁਹਾਨੂੰ ਮਿਲ ਰਿਹਾ? ਦੂਸਰੀ ਗੱਲ ਕਿ ਤੁਸੀਂ ਵਿਦੇਸ਼ ਦੇ ਵਿੱਚ ਆਏ, ਤੁਸੀਂ ਅਨੁਭਵਾਂ ਦੀ ਗੱਲ ਕੀਤੀ ਹੈ, ਤੁਹਾਡੇ ਵਿਦੇਸ਼ੀ ਦੌਰੇ ਜਿਹੜੇ ਨੇ ਉਹ ਤੁਹਾਡੇ ਨਾਟਕ ਲਿਖਣੀ ਤੇ ਨਾਟਕ ਖੇਡਣੇ ਦੇ ਉੱਪਰ ਕੋਈ ਵੱਖਰਾ ਪ੍ਰਭਾਵ ਪਾਉਂਦੇ ਆ? ਜੀ ਦੇਖੋ, ਇਸ ਤਰ੍ਹਾਂ ਹੈਗਾ ਕਿ ਤੁਸੀਂ ਜਦੋਂ ਕੋਈ ਰਚਨਾ ਤਿਆਰ ਕਰਦੇ ਹੋ, ਤੁਸੀਂ ਹੈ ਨਾ, ਦੋ ਤਰੀਕੇ ਹੁੰਦੇ। ਜਾਂ ਤਾਂ ਹੁੰਦਾ ਕਿ ਤੁਸੀਂ ਇੱਕ ਖਾਸ ਵਰਗ ਨੂੰ ਟਾਰਗੇਟ ਕਰਕੇ ਕੁਝ ਲਿਖ ਰਹੇ ਹੋ, ਤੁਸੀਂ ਖਾਸ ਦਰਸ਼ਕ ਤੁਹਾਡੇ ਮਾਈਂਡ 'ਚ ਹੈ ਪਹਿਲਾਂ ਹੀ। ਮੇਰੇ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ, ਹੈ ਨਾ। ਮੈਨੂੰ ਪਤਾ ਹੁੰਦਾ ਕਿ ਮੈਂ ਇਹ ਨਾਟਕ ਕਿਸੇ ਬਹੁਤ ਖੂਬਸੂਰਤ ਆਡੀਟੋਰੀਅਮ ਵਿੱਚ ਵੀ ਪੇਸ਼ ਕਰਨਾ, ਕਿਸੇ ਪਿੰਡ ਦੇ ਸੱਥ ਦੇ ਵਿੱਚ ਵੀ ਪੇਸ਼ ਕਰਨਾ। ਮੈਂ ਇਹ ਕੋਸ਼ਿਸ਼ ਕਰਦਾ ਕਿ ਮੇਰਾ ਨਾਟਕ ਕਿਸੇ ਵੀ ਤਰ੍ਹਾਂ ਦੀ ਗੁਲਾਮੀ 'ਚ ਇੱਦਾਂ ਦੀ ਨਾ ਹੋਵੇ ਕਿ ਉਹ ਇੱਕ ਦਾਇਰੇ 'ਚ ਬਣ ਕੇ ਰਹਿ ਜਾਵੇ। ਮੈਨੂੰ ਡਰ ਲੱਗੇ ਕਿ ਆਹ ਨਾਟਕ ਜਿਵੇਂ ਪਿੰਡ 'ਚ ਲੈ ਗਿਆ, ਪਤਾ ਨਹੀਂ ਲੋਕਾਂ ਨੇ ਰਿਸੀਵ ਨਹੀਂ ਕਰਨਾ। ਜਾਂ ਮੈਂ ਸ਼ਹਿਰ ਦੇ ਵਿੱਚ, ਜਿੱਥੇ ਸ਼ਹਿਰੀ ਲੋਕ ਰਹਿੰਦੇ ਨੇ ਜਿਹੜੇ ਬਹੁਤ ਕਹਿੰਦਾ ਮਤਲਬ ਸੌਖੀ ਜ਼ਿੰਦਗੀ ਜੀ ਰਹੇ ਨੇ ਪਿੰਡ ਵਾਲੇ ਨਾਲੋਂ, ਹਾਲਾਂਕਿ ਸੌਖੀ ਤਾਂ ਕਿਤੇ ਵੀ ਨਹੀਂ ਹੁੰਦੀ, ਵੀ ਉਹਨਾਂ ਨੂੰ ਐਂ ਨਾ ਲੱਗੇ ਵੀ ਓਪਰਾ ਲੱਗੇ ਉਹਨਾਂ ਨੂੰ, ਜਾਂ ਉਹਨਾਂ ਨੂੰ ਸੂਖਮ ਨਾ ਲੱਗੇ। ਸੋ ਉਹ ਜਦੋਂ ਕੋਸ਼ਿਸ਼ ਹੁੰਦੀ ਹੈ, ਜਦੋਂ ਉਸ ਕੋਸ਼ਿਸ਼ ਦੇ ਵਿੱਚੋਂ ਤੁਹਾਡੀ ਇੱਕ ਇਹੋ ਜਿਹੀ ਰਚਨਾ ਸਾਹਮਣੇ ਆ ਜਾਂਦੀ ਹੈ, ਤਿਆਰ ਹੋ ਜਾਂਦੀ ਹੈ, ਡਿਜ਼ਾਈਨ ਇੱਕ ਬਣ ਜਾਂਦਾ, ਫਿਰ ਮੈਨੂੰ ਕਦੇ ਦਿੱਕਤ ਨਹੀਂ ਆਉਂਦੀ। ਮੈਂ ਕੋਈ ਤਬਦੀਲੀ ਨਹੀਂ ਕਰਦਾ। ਪਹਿਲੀ ਗੱਲ ਤਾਂ ਜੋ ਮੈਂ ਨਾਟਕ ਚੰਡੀਗੜ੍ਹ 'ਚ ਬੈਠ ਕੇ ਸਮਾਂ ਵਾਲੀ ਡਾਂਗ ਖੇਡ ਰਿਹਾ, ਤਾਂ ਲਖਾਰੀ ਨਾਟਕਾ ਖੇਡ ਰਿਹਾ, ਜਲੰਧਰ ਖੇਡ ਰਿਹਾ, ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜਾ ਕੇ ਮਾਨਸਾ ਬਠਿੰਡਾ 'ਚ ਖੇਡ ਰਿਹਾ, ਉਹੀ ਨਾਟਕ ਉਸੇ ਰੂਪ 'ਚ, ਉਸੇ ਤਰੀਕੇ ਨਾਲ, ਉਸੇ ਅੰਦਾਜ਼ ਵਿੱਚ, ਉਨੀ ਹੀ ਇੰਟੈਂਸਿਟੀ ਨਾਲ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਬਰਮਿੰਘਮ 'ਚ ਖੇਡਦਾ, ਮੈਂ ਸਾਊਥ ਹਾਲ 'ਚ ਖੇਡਦਾ, ਮੈਂ ਲੰਡਨ 'ਚ ਖੇਡਦਾ, ਮੈਂ ਕੋਵੈਂਟਰੀ ਖੇਡਦਾ, ਜਾਂ ਮੈਂ ਸਕਾਟਲੈਂਡ ਜਾਂਦਾ, ਗਲਾਸਗੋ, ਉੱਥੇ ਖੇਡਦਾ, ਉਸੇ ਇੰਟੈਂਸਿਟੀ ਨਾਲ ਮੈਂ ਸਰੀ ਜਾਂ ਟੋਰਾਂਟੋ ਦੇ ਵਿੱਚ ਜਾਂ ਵਿਨੀਪੈਗ ਦੇ ਵਿੱਚ। ਸੋ ਉਹ ਫਰਕ ਨਹੀਂ ਪੈਂਦਾ। ਦੂਸਰੀ ਗੱਲ ਹੈ ਕਿ ਸਮਾਜ ਜਿੱਥੇ ਵੀ ਬੈਠਾ, ਆਪਾਂ ਕਹਿੰਦੇ ਕਿ ਆਪਾਂ ਇੱਕ ਗਲੋਬਲ ਰੂਪ ਵਿੱਚ ਜੁੜੇ ਹੋਏ,
ਔਰ ਸੱਚੀ ਮੁੱਚੀ ਗੱਲ ਹੈ ਕਿ ਅਸੀਂ ਜੁੜੇ ਹੋਏ ਹਾਂ। ਸਾਡੀ ਇਨਫੋਰਮੇਸ਼ਨ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਕਿ ਸਾਨੂੰ ਝੱਟ ਪਤਾ ਹੁੰਦਾ, ਕੈਨੇਡਾ 'ਚ ਬੈਠਿਆਂ ਤੁਹਾਨੂੰ ਝੱਟ ਪਤਾ ਲੱਗ ਜਾਂਦਾ ਕਿ ਪੰਜਾਬ ਦੇ ਇੱਕ ਪਿੰਡ 'ਚ ਹੁਣ ਕੀ ਵਾਪਰਿਆ, ਕਿ ਨਵੀਂ ਘਟਨਾ ਵਾਪਰੀ। ਆਪਾਂ ਜੁੜੇ ਹੋਏ ਹਾਂ, ਇਸ ਕਰਕੇ ਉਹ ਦਿੱਕਤ ਨਹੀਂ ਆਉਂਦੀ ਕਿ ਕਿਸੇ ਚੀਜ਼ ਬਾਰੇ ਲੋਕਾਂ ਨੂੰ ਪਤਾ ਨਾ ਹੋਵੇ। ਤੁਸੀਂ ਜੋ ਪੇਸ਼ ਕਰ ਰਹੇ ਹੋ ਉਹ ਡਾਇਰੈਕਟਲੀ ਲੋਕਾਂ ਦੇ ਨਾਲ ਜੁੜਿਆ ਹੋਇਆ ਕਿ ਇਨਡਾਇਰੈਕਟਲੀ ਜੁੜਿਆ ਹੋਇਆ, ਇਹ ਇੱਕ ਅਲੱਗ ਮਸਲਾ ਹੈਗਾ, ਲੇਕਿਨ ਜੁੜਿਆ ਜ਼ਰੂਰ ਹੁੰਦਾ। ਔਰ ਜ਼ਿੰਦਗੀ ਦੇ ਸੰਘਰਸ਼ ਉਹਨਾਂ ਦੀ ਇੰਟੈਂਸਿਟੀ ਲੈਵਲ ਘੱਟ ਵੱਧ ਹੋ ਸਕਦਾ ਹੈ, ਪਰ ਹਰ ਜਗ੍ਹਾ ਜਾਰੀ ਨੇ। ਜਿੱਥੇ ਵੀ ਲੋਕੀ ਬੈਠੇ ਨੇ, ਵਰਕਿੰਗ ਕਲਾਸ ਹੈ ਜਿਹੜੀ, ਵਰਕਿੰਗ ਕਲਾਸ ਦੇ ਸਟਰਗਲ, ਉਹਨਾਂ ਦੀਆਂ ਚੁਣੌਤੀਆਂ ਹਰ ਜਗ੍ਹਾ, ਇੰਗਲੈਂਡ 'ਚ ਵੀ ਉੱਦਾਂ ਦੀਆਂ ਹੀ, ਕੈਨੇਡਾ 'ਚ ਵੀ ਹੈਗੀਆਂ, ਇੰਡੀਆ 'ਚ ਵੀ ਹੈਗੀਆਂ, ਪੰਜਾਬ ਦੇ ਪਿੰਡ 'ਚ ਵੀ ਹੈਗੀਆਂ। ਉਹ ਹਰ ਜਗ੍ਹਾ ਵਿਤਕਰੇ ਹਰ ਜਗ੍ਹਾ ਨੇ। ਵੱਡਾ ਨੀਵੇਂ ਨੂੰ ਦਬਾਉਣ ਦੀ ਕੋਸ਼ਿਸ਼ ਹਰ ਜਗ੍ਹਾ ਹੀ ਕਰ ਰਿਹਾ। ਔਰ ਐਡੇ ਐਡੇ ਜਿੱਥੇ ਕਿੰਨੇ ਆਪਾਂ ਕਿ ਬਹੁਤ ਆਪਾਂ ਕਲਚਰਲੀ ਡਿਵੈਲਪ ਹੋ ਗਏ ਹਾਂ, ਸੋਸ਼ਲੀ ਬਹੁਤ ਡਿਵੈਲਪ ਹੋ ਗਏ ਹਾਂ, ਆਪਾਂ ਬਹੁਤ ਜ਼ਿਆਦਾ ਸੱਭਿਅਕ ਸਮਾਜ ਦੇ ਵਿੱਚ ਜੀ ਰਹੇ ਹਾਂ। ਉੱਥੇ ਜਦੋਂ ਤੁਹਾਨੂੰ ਇਹੋ ਜਿਹੀਆਂ ਘਟਨਾਵਾਂ ਨਜ਼ਰ ਆਉਂਦੀਆਂ, ਮੈਂ ਵਿਨੀਪੈਗ ਦੇ ਵਿੱਚ ਘੁੰਮਦਾ ਫਿਰ ਰਿਹਾ ਸੀ ਦੋਸਤਾਂ ਦੇ ਨਾਲ, ਹਰਨੇਕ ਧਾਲੀਵਾਲ ਹੋਰੀ, ਤਾਂ ਮੈਂ ਇੱਕ ਜਗ੍ਹਾ ਤੇ ਉੱਥੇ ਗਿਆ ਫੌਕਸ ਦੇ ਉੱਤੇ ਛੋਟੀ ਛੋਟੀਆਂ ਤੇ ਐਡੀਆਂ ਛੋਟੀ ਛੋਟੀ ਤਿਤਲੀਆਂ ਵਰਗੇ ਉਹਨਾਂ ਨੇ ਬਣਾ ਕੇ ਤੇ ਨਕਲੀ ਲਾਏ ਹੋਏ ਆ, ਤੇ ਉਹਦੇ ਥੱਲੇ ਨਾਮ ਲਿਖੇ ਹੋਏ ਨੇ। ਉਹ ਉਹਨਾਂ ਲੋਕਾਂ ਦੇ ਨਾਮ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਜ਼ੁਲਮ ਹੋਇਆ, ਜਿਨ੍ਹਾਂ ਦੀਆਂ ਹੱਡੀਆਂ ਪਿੰਜਰ ਲੱਭੇ ਬਾਅਦ ਦੇ ਵਿੱਚ, ਹੈ ਨਾ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਨਾਲ ਕਿੰਨੇ ਤਸ਼ੱਦਦ ਕੀਤੇ ਗਏ। ਤੇ ਉੱਥੇ ਮੈਂ ਇੱਕ ਥੱਲੇ ਲਿਖਿਆ, ਉਹਦੇ ਪੜ੍ਹਿਆ, ਉਹਦੇ ਸਮਥਿੰਗ ਨਾਲ ਕੋਈ ਜੋਸ਼ ਨਾਮ ਲਿਖਿਆ ਹੋਇਆ ਸੀ, ਨਾਲ ਲਿਖਿਆ ਸੀ +1। then I asked what is this +1? ਤੇ said ਕਿ ਜਦੋਂ ਇਹ ਔਰਤ ਨਾਲ ਇਹ ਸਾਰਾ ਕੁਝ ਹੋਇਆ, ਉਹਨੂੰ ਮਾਰਿਆ ਗਿਆ, ਰਗੜਿਆ ਗਿਆ, ਤੇ ਉਹਦੀ ਪੇਟ ਦੇ ਵਿੱਚ ਇੱਕ ਬੱਚਾ ਸੀ, that's why +1, ਕਿ ਇੱਕ ਜੀ ਨਹੀਂ ਮਰਿਆ, 2 ਜੀ ਮਰੇ। ਉਦੋਂ ਮੈਨੂੰ ਯਾਦ ਆਉਂਦਾ ਕਿ ਤੂੰ ਭਰਾਵਾ ਕੈਨੇਡਾ 'ਚ ਬੈਠਾ, ਵਿਨੀਪੈਗ 'ਚ ਬੈਠਾ, ਇਹ ਗੱਲ ਕਰ ਰਿਹਾ, ਵਾਪਸ ਚਲ ਜਾ, ਗੁਜਰਾਤ ਪਹੁੰਚ ਜਾ। ਗੁਜਰਾਤ ਦੇ ਵਿੱਚ ਜਦੋਂ ਸਾਰਾ ਕੁਝ ਹੋਇਆ ਸੀ ਤੇ ਉਹਨਾਂ ਨੇ ਮਾਰੇ ਸੀ ਤਰਸ਼ੂਲ ਮਾਰ ਕੇ ਕਿ ਮਾਰੋ ਇਹਦੇ ਅੰਦਰ ਜਿਹੜਾ ਪੇਟ 'ਚ ਬੱਚਾ ਉਹਨੂੰ ਮਾਰੋ, ਇਹਨੇ ਵੱਡਾ ਹੋ ਕੇ ਵੀ ਉਸ ਤਰ੍ਹਾਂ ਦੇ ਬਣਨਾ। ਜਾਂ ਮੈਂ ਆਪਣੇ ਪੰਜਾਬ ਦੇ ਵਿੱਚ ਚਲ ਜਾਵਾਂ, ਜਾਂ ਆਪਣੇ ਪੰਜਾਬ ਦੇ ਪਿਛਲੇ ਥੋੜੇ ਦੇਰ ਦੇ ਇਤਿਹਾਸ ਵੱਲ ਚਲ ਜਾਵਾਂ, ਜਦੋਂ ਇੱਕ ਕਮਿਊਨਿਟੀ ਦੂਜੇ ਕਮਿਊਨਿਟੀ ਦੇ ਉੱਤੇ ਕਲੈਸ਼ ਕਰਦੀ ਹੈ, ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਜਾਂ ਅੱਜ ਕੱਲ੍ਹ ਵੀ ਜੋ ਕੁਝ ਚੱਲ ਰਿਹਾ। ਸੋ ਇਹ ਆਲ ਓਵਰ ਦ ਵਰਲਡ ਜਿਹੜੀ ਵੰਡੀ ਪਈ ਹੋਈ ਹੈ, ਜਿਹੜੀ ਹੈ, ਉਸ ਵੰਡੀ ਦੇ ਖਿਲਾਫ, ਉਸ ਵੰਡੀ ਨੂੰ ਘਟਾਉਣ ਜਾਂ ਖਤਮ ਕਰਨ ਲਈ ਜੋ ਸੰਘਰਸ਼ ਚੱਲ ਰਿਹਾ ਹੈ, ਉਹਦੇ ਵਿੱਚ ਮੇਰਾ ਰੰਗਮੰਚ ਕਿੰਨਾ ਕੁ ਯੋਗਦਾਨ ਪਾ ਸਕਦਾ ਹੈ, ਬਰਾਬਰੀ ਵਾਲੇ ਸਮਾਜ ਨੂੰ ਵੱਲ ਨੂੰ ਆਪਾਂ ਕਿੱਦਾਂ ਵੱਧ ਸਕਦੇ ਹਾਂ, ਇਹ ਤਾਂ ਇੱਕ ਅਲੱਗ ਟੌਪਿਕ ਹੈ। ਲੇਕਿਨ ਮੈਂ ਇਹ ਸਮਝਦਾ ਹੁੰਦਾ ਕਿ ਸਮਾਜ ਦੇ ਵਿੱਚ ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਇਹਨਾਂ ਨੇ ਵਾਪਰਨਾ ਤੇ ਵਾਪਰਦੇ ਰਹਿਣਾ ਹੈ। ਸਾਡਾ ਫਰਜ਼ ਇਹ ਬਣਦਾ ਕਿ ਉਹਦੇ ਪੈਰਲਲ, ਉਹਦੇ ਸਮਾਨਾਂਤਰ ਅਸੀਂ, ਜਿਵੇਂ ਮੈਂ ਸੂਖਮਤਾ ਨੂੰ ਬਚਾਉਣ ਦੀ ਗੱਲ ਕਰ ਰਿਹਾ, ਅਸੀਂ ਕਰਦੇ ਰਹੀਏ, ਥੱਕੀਏ ਨਾ, ਹਾਰੀਏ ਨਾ। ਇਹ ਨਾ ਸੋਚੀਏ ਕਿ ਨਹੀਂ ਯਾਰ ਉੱਥੇ ਤਾਂ 25-30 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ, ਤੈਨੂੰ ਤਾਂ 500 ਬੰਦੇ ਨਹੀਂ ਦੇਖਣ ਆਉਣਾ। ਨੋ, ਨਿਰਾਸ਼ ਹੋਣ ਦੀ ਲੋੜ ਨਹੀਂ ਹੈਗੇ। ਉਹ 500 ਬੰਦਾ ਕੋਈ ਗੱਲ ਨਹੀਂ, ਜਾਗਦੇ ਸਰਾਂ ਵਾਲਾ ਆ ਧਰਿਆ ਨਾ। ਸੋ ਤੁਸੀਂ ਗੱਲ ਕਹਿਣੀ ਬੰਦ ਨਾ ਕਰੋ, ਆਪਣੀ ਗੱਲ ਕਹਿੰਦੇ ਰਹੋ, ਕਹਿਣ ਦੇ ਅੰਦਾਜ਼ ਨੂੰ ਪ੍ਰੈਕਟਿਸ ਕਰਦੇ ਰਹੋ, ਅੰਦਾਜ਼ ਬਿਹਤਰ ਹੋਣਾ ਚਾਹੀਦਾ। ਬਹੁਤ ਖੂਬਸੂਰਤ ਗੱਲਾਂ ਕਰ ਰਹੇ ਨੇ ਡਾਕਟਰ ਸਾਹਿਬ ਸਿੰਘ ਜੀ, ਸੂਖਮਤਾ ਦੀਆਂ, ਕਲਾ ਦੀਆਂ ਗੱਲਾਂ ਜਿਹੜੀਆਂ ਮੇਰੇ ਵਰਗਿਆਂ ਦੇ ਸਿਰ ਤੋਂ ਦੀ ਲੰਘ ਜਾਂਦੀਆਂ ਨੇ ਖਬਰੇ। ਪਰ ਨਹੀਂ, ਜਦੋਂ ਅਸੀਂ ਇਹਨਾਂ ਨੂੰ ਵਾਪਰਦਿਆਂ ਵੇਖਦੇ ਹਾਂ ਤੇ ਉਦੋਂ ਅੰਦਰਲਾ ਸੂਖਮ ਜਿਹੜਾ ਹੈ ਉਹ ਜ਼ਰੂਰ ਹੁਲਾਰਾ ਲੈਂਦਾ ਹੈ, ਉੱਠਦਾ ਹੈ, ਜਾਗਦਾ ਹੈ, ਤੇ ਇਹ ਉਹਨੂੰ ਜਾਗਦਾ ਰੱਖਣ ਦੀ ਕੋਸ਼ਿਸ਼ ਕਰਦੇ ਨੇ ਨਾਟਕਾਂ ਦੇ ਰਾਹੀਂ। ਧੰਨ ਲਿਖਾਰੀ ਨਾਨਕਾ ਇਹ ਨਾਟਕ ਕੈਲਗਰੀ ਦੇ ਵਿੱਚ ਪੇਸ਼ ਕਰਨ ਜਾ ਰਹੇ ਨੇ ਸ਼ਨੀਚਰਵਾਰ ਨੂੰ 1 ਵਜੇ ਤੋਂ 4 ਵਜੇ, ਸ਼ਨੀਵਾਰ ਨੂੰ 1 ਵਜੇ ਤੋਂ 4 ਵਜੇ, ਤੇ ਬਹੁਤ ਦੂਰ ਦੂਰ ਪੇਸ਼ ਕਰਕੇ ਵੀ ਆਏ ਨੇ। ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਨਾਟਕਾਂ ਦੀ ਗੱਲ ਕਰਾਂਗੇ, ਲੋਕਾਂ ਦੀ ਗੱਲ ਕਰਾਂਗੇ, ਲੋਕਾਂ ਤੱਕ ਇਹ ਪੁੱਜਦੇ ਨੇ ਉਹਦੀ ਗੱਲ ਕਰਾਂਗੇ। ਮਿਲਦੇ ਆ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਗੱਲਬਾਤ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ, ਤੇ ਗੱਲਬਾਤ ਕਰ ਰਹੇ ਹਾਂ ਡਾਕਟਰ ਸਾਹਿਬ ਸਿੰਘ ਨਾਲ। ਕਹਿੰਦੇ ਨੇ ਸ਼ੇਕਸਪੀਅਰ ਨੇ ਕਿਹਾ ਸੀ ਕਿ 7 ਸਟੇਜਸ ਆਫ ਮੈਨ ਆ, ਜਿਹੜਾ ਸਟੇਜ ਜ਼ਿੰਦਗੀ ਹੈ ਸਾਰੀ ਸਾਡੀ, ਇਹ 7 ਸਟੇਜਸ ਨੇ। ਇੱਕ ਅਸੀਂ ਪਾਤਰ ਆ, ਅਸੀਂ ਜ਼ਿੰਦਗੀ ਦੇ ਵੱਖ-ਵੱਖ ਪਾਤਰਾਂ ਨੂੰ ਜਿਉਂਦੇ ਹਾਂ ਤੇ ਮੁੜ ਕੇ ਤੋਂ ਚਲੇ ਜਾਂਦੇ ਹਾਂ। ਪਰ ਡਾਕਟਰ ਸਾਹਿਬ ਸਿੰਘ ਜੀ ਪਾਤਰਾਂ ਨੂੰ ਨਾ ਜਿਉਂਦੇ ਨਹੀਂ, ਲੋਕਾਂ ਨੂੰ ਜਿਉਣ ਦੀ ਪ੍ਰੇਰਨਾ ਵੀ ਦਿੰਦੇ ਨੇ। ਤੇ ਫਿਰ ਆਪਾਂ ਮੁੜਦੇ ਆ ਡਾਕਟਰ ਸਾਹਿਬ ਸਿੰਘ ਜੀ। ਡਾਕਟਰ ਸਾਹਿਬ ਸਿੰਘ ਜੀ, ਗੱਲਬਾਤ ਆਪਾਂ ਕਰ ਰਹੇ ਹਾਂ। ਮੈਂ ਥੋੜਾ ਜਿਹਾ ਹੁਣ ਤੁਹਾਡੇ ਨਾਟਕਾਂ ਵੱਲ ਆਉਣ ਲੱਗੀ ਜੀ। ਤੁਸੀਂ ਨਾਟਕਾਂ ਦੀ ਭਾਸ਼ਾ ਚੁਣਦੇ, ਤੁਸੀਂ ਇੱਕ ਨਾਟਕ ਜਿਹੜਾ ਤੁਹਾਡਾ ਮੈਨੂੰ ਬੜਾ ਟੁੰਬਿਆ, ਹਾਲਾਂਕਿ ਮੈਂ ਵੇਖਿਆ ਨਹੀਂ ਹੈ, ਵਜਾਈਨਾ ਸਪੀਕਸ, ਵਜਾਈਨਾ ਟਾਕਸ, ਹਾਂ ਵਜਾਈਨਾ ਟਾਕਸ। ਤੁਸੀਂ ਇਹਦਾ ਨਾਮ ਅੰਗਰੇਜ਼ੀ ਵਿੱਚ ਰੱਖਿਆ ਹੈ। ਤੁਸੀਂ ਇੱਕ ਔਰਤ ਦੇ ਉਸ ਸੂਖਮ ਅੰਗ ਦੀ ਗੱਲ ਕੀਤੀ ਹੈ ਜਿਹੜਾ ਪ੍ਰਿਸ਼ਟ ਜਾਂਦਾ ਹੈ, ਜਿਹਨੂੰ ਪ੍ਰਿਸ਼ਟ ਕੇ ਰੱਖ ਦਿੱਤਾ ਜਾਂਦਾ ਹੈ, ਜਿਹਨੂੰ ਦਰੜ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ। ਉਹਨਾਂ
ਵਹਿਸ਼ੀਆਂ ਵੱਲੋਂ ਜਿਨ੍ਹਾਂ ਨੂੰ ਸ਼ਾਇਦ ਇਸ ਅੰਗ ਦੀ ਕਦਰ ਨਹੀਂ ਹੈ। ਜੀ ਤੁਸੀਂ ਇਹਨੂੰ ਯੋਨੀ ਕਿਉਂ ਨਾ ਲਿਖਿਆ? ਜੀ ਬਿਲकुल बहुत ਯੋਨੀ ਬੋਲਦੀ ਹੈ। बेहतरीन सवाल है। मैं जो ये नाटक लिखिया सी बहुत दर्द चों सी मैं नाटक पैदा होया सी। बहुत इस तरह दी घटनावां वापरनी शुरू हो गई सी जिथे बलात्कार हो रहा, धक्के हो रहे, मारिया जा रहा, जलाया जा रहा। तो उस सब कुछ पेश करन दे विच जदों मैं ओदा कोई केंद्री बिंदु लभण दी कोशिश कर रहा सी ते मैं रिजदा कल्पदा तड़फदा इधरों मैं पहुंचा कि आ अंग है जिहड़ा एक औरत नूं औरत बनाउंदा है कि औरत जब संपूर्ण ताई है जे वजाइना है ना, लेकिन कुख जिंदा है जदों कुख जिंदा है, सिर्फ कुख भी नहीं उस अंग दे उत्ते ओदा मुकम्मल हक, क्योंकि ओदे शरीर दा ओदे जिस्म दा एक अंग है, पर असीं दित्ता नहीं। साडे इतिहास ने नहीं दिता, साडे मिथास ने नहीं दिता, साडे बलशाली लोगों ने खास तौर पर नहीं दिता। जेड़े जेड़े बलशाली सी, राजे सी, महाराजे सी, जां तकड़े बंदे सी, उन्होंने तो बिल्कुल नहीं दिता। उन्होंने तो सीगा भी हाँ ये दरड़न वास्ते है ना, भी जो मर्जी तुसीं इस्तेमाल कर सकते हो। सो मैनूं लगा भी इतिहास चों मिथास चों करदियां एक कंडीशनिंग हो गई है साडी समाज दी, जिस कंडीशनिंग ने सानू इत्थे साडे पहुंचाता है कि असीं धक्का कर सकते हैं। ਅਸੀਂ कोई कुड़ी सानू बहुत सोहनी किते दिसदी है, धक्का कर सकते हैं, सानू हक है, ਅਸੀਂ ਇਹ ਹੱਕ ਲੈ ਲਿਆ। ਉਹਨੂੰ ਕੁੜੀ ਦਾ ਚਿਹਰਾ ਨਹੀਂ ਪਸੰਦ, ਉਹਨੂੰ ਕੁਛ ਨਹੀਂ, ਉਹਦੀ ਯੋਨੀ, ਉਹਨੂੰ ਕੁੜੀ ਦੀ ਵਜਾਇਨਾ ਪਸੰਦ, ਉਹਦੇ ਤੇ ਪਸੰਦ ਹੈ। ਸੋ ਉਹ ਕਰਦਿਆਂ ਮੈਨੂੰ ਲੱਗਾ ਵੀ ਇਹਦਾ ਨਾਟਕ ਦਾ ਨਾਮ ਕੀ ਹੋਣਾ ਚਾਹੀਦਾ, ਵੀ ਨਾਟਕ ਦਾ ਨਾਮ ਫਿਰ ਹੋ ਗਿਆ ਕਿ ਨਹੀਂ ਇਸ ਅੰਗ ਤੋਂ ਹੀ ਗੱਲ ਸ਼ੁਰੂ ਕੀਤੀ ਜਾਵੇ। ਵੀ ਜਦੋਂ ਉਹ ਬੱਚੀ ਸਟੇਜ ਤੇ ਆਉਂਦੀ ਹੈ, ਮੇਰੀ ਬੇਟੀ ਕਰ ਰਹੀ ਸੀ ਐਕਟ, ਸਟੇਜ ਤੇ ਆਉਂਦੀ, ਉਹਦਾ ਫਸਟ ਡਾਇਲੋਗ ਹੀ ਇਹ ਹੈ ਕਿ ਉਹ ਆਉਂਦੀ ਆ ਕੇ ਬੈਠਣ ਲੱਗਦੀ, ਫਿਰ ਉਹ ਕਹਿੰਦੀ ਉਫ ਸੌਰੀ मैं ਤੁਹਾਡੇ ਕੋਲ ਤੁਹਾਡੇ ਨਾਲ ਗੱਲਾਂ ਕਰਨ ਆਈ ਤੇ ਆਪਣਾ ਵਜਾਈਨਾ ਘਰ ਛੱਡ ਕੇ ਆਣਾ ਭੁੱਲ ਗਈ। ਸਵਾਲ ਹੈ ਹਾਂ ਵਜਾਈਨਾ ਇੰਗਲਿਸ਼ ਦਾ ਵਰਡ ਜੀ ਮੈਂ ਉਹੀ ਉੱਥੇ ਆਣ ਲੱਗਾ, ਉੱਥੇ ਮੈਂ ਆਣ ਲੱਗਾ ਕਿਉਂ ਕਹਿੰਦੀ ਕਿ ਵਜਾਈਨਾ ਮੈਂ ਘਰ ਛੱਡ ਕੇ ਆਉਣਾ ਭੁੱਲ ਗਈ ਹੈ ਨਾ, ਗੰਦੀ ਚੀਜ਼ ਮੈਂ ਨਾਲੇ ਲਈ ਫਿਰਦੀ ਆ, ਹੁਣ ਮੈਨੂੰ ਖਤਰਾ ਆ, ਦੇਖੋ ਕਿਤੇ ਕੁਰਸੀ ਦੇ ਥੱਲੇ ਕੋਈ ਸਰੀਆ ਤਾਂ ਨਹੀਂ ਪਿਆ, ਕਿਤੇ ਤੇਲ ਤਾਂ ਨਹੀਂ ਪਿਆ, ਜਾਂ ਕੁਛ ਤਾਂ ਨਹੀਂ ਪਿਆ ਨਾ। ਉਹ ਤੋਂ ਸ਼ੁਰੂ ਹੁੰਦਾ ਕਿਉਂ ਵਜਾਈਨਾ ਨਾਮ ਰੱਖਿਆ, ਕਿਉਂ ਇੰਗਲਿਸ਼ ਦਾ ਨਾਮ ਰੱਖਿਆ। ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਲੋਕ ਹਾਂ। ਪੰਜਾਬੀ ਭਾਸ਼ਾ ਦੇ ਵਿੱਚ ਵਜਾਈਨਾ ਵਾਸਤੇ ਸ਼ਬਦ ਹੈਗੇ ਨੇ, ਉਹ ਸ਼ਬਦ ਇਸਤੇਮਾਲ ਵੀ ਹੁੰਦੇ ਨੇ, ਲੇਕਿਨ ਹੋਇਆ ਕੀ ਅਸੀਂ ਜਿਹੜੇ ਜਿਸ ਫਿਊਡਲ ਕਲਚਰ ਦੇ ਵਿੱਚ ਅਸੀਂ ਜਿਉਂਦੇ ਆ, ਉਸ ਫਿਊਡਲ ਕਲਚਰ ਵਿੱਚ ਅਸੀਂ ਉਸ ਅੰਗ ਨੂੰ ਇੱਕ ਗਾਲ ਦੀ ਤਰ੍ਹਾਂ ਪੇਸ਼ ਕੀਤਾ। ਕਿਸੇ ਨੂੰ ਮਾਂ ਦੀ ਗਾਲ ਕੱਢਣੀ, ਭੈਣ ਦੀ ਗਾਲ ਕੱਢਣੀ, ਨਾਲ ਉਹ ਅੰਗ ਦਾ ਨਾਮ ਆਉਂਦਾ। ਉਸ ਅੰਗ ਦਾ ਇੱਕ ਨਹੀਂ, 2 3 4 ਨਾਮ ਆਉਂਦੇ, ਲੇਕਿਨ ਉਹ ਸਾਰੇ ਜਿੰਨੇ ਨਾਮ ਆਉਂਦੇ ਉਹਨਾਂ ਨੂੰ ਗਾਲ ਬਣਾ ਦਿੱਤਾ ਗਿਆ। ਇਸ ਕਰਕੇ ਮੈਨੂੰ ਸੀ ਕਿ ਨਹੀਂ ਮੈਂ ਇੰਗਲਿਸ਼ ਦਾ ਵਰਡ ਯੂਜ਼ ਕਰੂੰਗਾ, ਕਿਉਂਕਿ ਤੁਸੀਂ ਉਹਨੂੰ ਗਾਲ ਬਣਾਤਾ। ਜੇ ਤੁਸੀਂ ਗਾਲ ਨਾ ਬਣਾਇਆ ਹੁੰਦਾ, ਜੇ ਉਸ ਅੰਗ ਨੂੰ ਉਦੋਂ ਹੀ ਸਮਝਿਆ ਹੁੰਦਾ ਕਿ ਜਿਵੇਂ ਇੱਕ ਪ੍ਰਜਨਨ ਅੰਗ ਹੈ, ਮਰਦ ਦਾ ਵੀ ਹੈਗਾ ਤੇ ਔਰਤ ਦਾ ਵੀ ਹੈਗਾ ਹੈ ਨਾ, ਵੀ ਉਹਨੂੰ ਉਦੋਂ ਲਿਆ ਹੁੰਦਾ। ਇਸ ਕਰਕੇ ਮੈਂ ਵਜਾਈਨਾ ਮੈਨੂੰ ਰੱਖਣਾ ਪਿਆ, ਮੇਰੀ ਮਜਬੂਰੀ ਹੈ ਕਿ ਮੈਂ ਕਿਹੜਾ ਨਾਮ ਰੱਖਾਂ ਜਿਹਦੇ ਨਾਲ ਮੇਰੀ ਗੱਲ ਜਾਵੇ ਵੀ, ਤੇ ਜਿਹੜਾ ਮੇਰੇ ਸਾਹਮਣੇ ਮੇਰੇ ਔਰਤਾਂ ਬੈਠੀਆਂ ਨੇ ਉਹ ਕੋਈ ਐਂਬੈਰਸਿੰਗ ਸਿਚੁਏਸ਼ਨ ਵਿੱਚ ਨਾ ਜਾਣ। ਇਸ ਕਰਕੇ ਮੈਂ ਉਹਦਾ ਨਾਮ ਜਿਹੜਾ ਵਜਾਈਨਾ ਰੱਖਿਆ ਸੀ। ਮੈਂ ਲਿਖਦਾ ਹੁੰਦਾ ਸੀ ਵਜਾਈਨਾ ਟਾਕਸ, ਥੱਲੇ ਲਿਖਦਾ ਯੋਨੀ ਗਾਥਾ। ਉਹਦਾ ਜਿੱਦਾਂ ਬਰੀਕ ਇੱਕ ਹੈ ਲਾਈਨ ਦੇਈਦੀ ਨਾ, ਵੈਸੇ ਵਜਾਈਨਾ ਟਾਕਸ ਵੱਡਾ ਕਰਕੇ ਨਾਲ ਲਿਖਿਆ ਹੁੰਦਾ ਸੀ ਯੋਨੀ ਗਾਥਾ। ਪਰ ਮੈਨੂੰ ਹੁੰਦਾ ਸੀ ਕਿ ਯੋਨੀ ਜਿਹੜੀ ਹੈਗੀ ਨਾ ਸ਼ਬਦ, ਉਹ ਤੇ ਫਿਰ ਵੀ ਹਿੰਦੀ ਦਾ ਹੀ ਹੈ, ਹਿੰਦੀ ਦਾ ਹੀ ਹੈ ਫਿਰ, ਲੇਕਿਨ ਪੰਜਾਬੀ 'ਚ ਸ਼ਬਦ ਹੈਗੇ ਨੇ, ਕਿਉਂ ਨਹੀਂ ਇਸਤੇਮਾਲ ਕਰ ਸਕਦੇ। ਇਹ ਸਾਡੇ ਉੱਤੇ ਇੱਕ ਤਰ੍ਹਾਂ ਨਾਲ ਸ਼ਰਮ ਵਾਲੀ ਗੱਲ ਹੈ ਸਾਡੇ ਲਈ ਕਿ ਅਸੀਂ ਉਸ ਸ਼ਬਦ ਨੂੰ ਇੰਨਾ ਗਾਲ ਰੂਪੀ ਕਿਉਂ ਬਣਾਤਾ, ਪਲੀਤ ਕਰ ਦਿੱਤਾ ਕਿ ਉਹਨੂੰ ਕਿਤੇ ਕੋਈ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਗਾਲ ਕੱਢ ਕੇ ਉਹ ਸ਼ਬਦ ਵਰਤੇ, ਸਮਾਜ ਤੋਂ ਹੀ ਵਰਤੇ, ਤੁਹਾਨੂੰ ਇੱਕਦਮ ਤੁਹਾਨੂੰ ਬਹੁਤ ਐਂਬੈਰਸਿੰਗ ਲੱਗਦਾ ਹੈ ਯਾਰ ਆਹ ਸ਼ਬਦ ਕਿਉਂ ਵਰਤਦਾ। ਤੇ ਹੋਣਾ ਨਹੀਂ ਸੀ ਚਾਹੀਦਾ, ਇਦਾਂ ਨਹੀਂ ਸੀ ਹੋਣਾ ਚਾਹੀਦਾ। ਜਦੋਂ ਆਪਾਂ ਸਿਰ ਨੂੰ ਸਿਰ ਕਹਿ ਸਕਦੇ ਹਾਂ, ਪੈਰ ਨੂੰ ਪੈਰ ਕਹਿ ਸਕਦੇ ਹਾਂ, ਉਂਗਲੀਆਂ ਨੂੰ ਕਹਿ ਸਕਦੇ, ਹੱਥਾਂ ਨੂੰ ਕਹਿ ਸਕਦੇ, ਉਸ ਅੰਗ ਦਾ ਨਾਮ ਕਿਉਂ ਨਹੀਂ ਇੱਜ਼ਤ ਨਾਲ ਲਿਆ ਗਿਆ। ਅਸੀਂ ਮਤਲਬ ਮਰਦ ਤੇ ਔਰਤ ਜਦੋਂ ਇਕੱਠੇ ਹੁੰਦੇ ਨੇ, ਜਦੋਂ ਔਰਗੈਜ਼ਮ ਵੱਲ ਨੂੰ ਵੱਧ ਰਹੇ ਹੁੰਦੇ ਨੇ, ਮੈਂ ਸਮਝਦਾ ਦੁਨੀਆ ਦੀ ਸਭ ਤੋਂ ਪਵਿੱਤਰ ਮੂਮੈਂਟ ਹੁੰਦੀ ਹੈ ਨਾ। ਉਸ ਵੇਲੇ ਤੁਸੀਂ ਸਾਰੇ ਦੁੱਖ ਦਰਦ ਭੁਲਾ ਕੇ ਤੁਸੀਂ ਸਾਰੇ ਇੱਕ ਰਿਲੈਕਸਿੰਗ ਸਥਿਤੀ ਵੱਲ ਜਾ ਰਹੇ, ਇੱਕ ਉਹ ਜਾ ਰਹੇ ਹੈ ਨਾ, ਬਟ ਤੁਸੀਂ ਉਸ ਨੂੰ ਗੰਦਾ ਪ੍ਰੋਸੈਸ ਬਣਾਤਾ, ਤੁਸੀਂ ਉਸ ਨੂੰ ਗੰਦੀ ਖੇਡ ਬਣਾ ਦਿੱਤਾ। ਉਸ ਨੂੰ ਕਿਉਂ ਬਣਿਆ? ਇਸ ਕਰਕੇ ਕਿ ਧੱਕਾ ਉਹਦੇ ਵਿੱਚ ਸ਼ਾਮਲ ਹੋ ਗਿਆ। ਇੱਕ ਨਾ ਮੇਰੇ ਦਿਮਾਗ 'ਚ ਆਈ ਕਿ ਇਹ ਜਿਹੜਾ ਸੋ ਕਾਲਡ ਜਿਹਨੂੰ ਅਸੀਂ ਕਹਿੰਦੇ ਰੇਪ ਹੋ ਗਿਆ ਹੈ ਨਾ, ਬਲਾਤਕਾਰ ਹੋ ਗਿਆ, ਇਹ ਸਿਰਫ ਸਾਡੇ ਹੀ ਨਹੀਂ ਹੁੰਦਾ, ਇਹ ਹਰ ਕਮਿਊਨਿਟੀ ਜੀ ਬਿਲਕੁਲ ਹਰ ਕਮਿਊਨਿਟੀਜ਼ ਦੇ ਵਿੱਚ ਹੁੰਦਾ। ਕਿਉਂਕਿ ਕਿਤੇ ਵੀ ਇਹ ਚੀਜ਼ ਜਿਹੜੀ ਹੈ, ਮੈਨੂੰ ਤਾਂ ਲੱਗਦਾ ਮਨੁੱਖ ਬੇਸਿਕਲੀ ਤਾਂ ਉਹੀ ਮਨੁੱਖ ਜਿਹੜੇ ਜੰਗਲਾਂ 'ਚ ਤੁਰਿਆ ਫਿਰਦਾ, ਜਦੋਂ ਜੀ ਕੀਤਾ ਕੁਝ ਕਰ ਲਿਆ, ਉਹ ਹਿੰਸਕ ਉਹਦੇ ਅੰਦਰ ਬੈਠਾ ਨਾ, ਪ੍ਰਵਿਰਤੀ ਜਿਹੜੀ ਜਾਨਵਰਾਂ ਵਰਗੀ ਹੈਗੀ। ਪਰ ਫਿਰ ਮੈਂ ਤਾਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਾਨਵਰ ਮਨੁੱਖ ਨਾਲੋਂ ਫਿਰ ਵੀ ਸਿਆਣੇ ਨੇ, ਜਿਹੜੇ ਮੌਸਮ ਪਛਾਣ ਲੈਂਦੇ ਨੇ। ਜੀ ਬਿਲਕੁਲ। ਮਨੁੱਖ ਦੇ ਵਿੱਚ ਇਹੋ ਜਿਹਾ ਵਹਿਸ਼ੀਪਣ ਹੈ ਜਿਹਨੇ ਔਰਤ ਦੀ ਇਸ ਇੱਕ ਅੰਗ ਨੂੰ ਲੈ ਕੇ ਉਹਨੂੰ ਦੂਜੇ ਦਰਜੇ ਦੀ ਸ਼ਹਿਰੀ ਬਣਾ ਕੇ ਰੱਖਿਆ। ਜੀ ਬਿਲਕੁਲ। ਤੇ ਤੁਸੀਂ ਇਸ ਨਾਟਕ ਨੂੰ ਪੇਸ਼ ਕਰਕੇ
ਕਰਕੇ ਤੇ ਮੈਨੂੰ ਲੱਗਦਾ ਹੈ ਕਿ ਔਰਤ ਦੇ ਇਸ ਅੰਗ ਨੂੰ ਮਾਣ ਬਖਸ਼ਿਆ ਜੀ। ਤੇ ਮੈਂ ਤੁਹਾਡੇ ਨਤਮਸਤਕ ਹਾਂ। ਜੀ, ਜੀ, ਹਾਲਾਂਕਿ ਜੀ। ਮੈਂ ਨਾਟਕ ਵੇਖਿਆ ਨਹੀਂ, ਬਟ ਜੀ। ਸਿਰਫ ਇਹਦਾ ਨਾਂ ਸੁਣ ਕੇ ਜੀ। ਹੀ ਮੈਨੂੰ ਲੱਗਾ ਕਿ ਇਹਦੇ ਵਿੱਚ ਕੁਝ ਇਹੋ ਜਿਹਾ ਜ਼ਰੂਰ ਹੈ ਕਿ ਜੀ। ਤੁਸੀਂ ਥੋੜੀ ਜਿਹੀ ਤਾਂ ਗਾਥਾ ਬਿਆਨ ਵੀ ਕੀਤੀ ਹੈ। ਹੁਣ ਮੈਂ ਆਉਂਦੀ ਹਾਂ ਕਿ ਤੁਹਾਡੇ ਇਸ ਤੋਂ ਸਾਡਾ ਅਗਾਂਹ ਨੂੰ ਅਸੀਂ ਤੇਜ਼ੀ ਨਾਲ ਵਧ ਰਹੇ ਹਾਂ ਕਿ ਤੁਹਾਨੂੰ ਤੁਹਾਡੇ ਇਸ ਕੰਮ ਦੇ ਵਿੱਚ ਨਾਟਕ ਕਰਨ ਦੇ ਵਿੱਚ ਕਲਾ ਨੂੰ ਆਪਣੇ ਇੱਕ ਕਿੱਤੇ ਵਜੋਂ ਅਪਣਾਉਣ ਦੇ ਵਿੱਚ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਮਿਲਿਆ ਤੇ ਕਿੰਨਾ ਕੁ ਤੁਹਾਨੂੰ ਕਦੇ ਨਾ ਪੱਖੀ ਹੁੰਗਾਰਾ ਮਿਲਿਆ? ਨਹੀਂ, ਨਾ ਪੱਖੀ ਤੇ ਇਸ ਤਰ੍ਹਾਂ ਕਿ ਜਿਸ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ ਸੀ ਉਹ ਪਰਿਵਾਰ ਤਾਂ ਨੈਚੁਰਲੀ ਪਿੰਡ 'ਚ ਰਹਿੰਦਾ ਸੀ ਨਾ, ਪਿੰਡ ਦੀ ਫੈਮਿਲੀ ਸੀ, ਕਿਸਾਨੀ ਪਰਿਵਾਰ ਸੀ, ਛੋਟੀ ਕਿਸਾਨੀ ਜਿਹੜੀ ਹੁੰਦੀ ਹੈ ਨਾ, ਉਹਨਾਂ ਨੂੰ ਤਾਂ ਐਂ ਸੀ ਬੱਚੇ ਨੂੰ ਡਾਕਟਰ ਬਣਾਉਣਾ ਆਪਾਂ, ਹੈ ਨਾ, ਡਾਕਟਰ ਡਿਗਰੀ ਕਰਵਾਈ, ਮੈਨੂੰ ਪੜ੍ਹਾਇਆ ਲਿਖਾਇਆ ਸਾਰਾ, ਮੈਂ ਪੜ੍ਹਨ 'ਚ ਕਿਉਂਕਿ ਹੁਸ਼ਿਆਰ ਸੱਚੀ ਸੀ। ਮੁੱਚੀ ਦੇ ਡਾਕਟਰ ਨੇ ਡਾਕਟਰ ਸਾਹਿਬ? ਜੀ 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 ਜੀ, ਮੈਂ ਸੱਚੀ ਮੁੱਚੀ ਉਹਨਾਂ ਨੂੰ ਸੀ ਵੀ ਡਾਕਟਰ ਬਣੇ, ਹੈ ਨਾ। ਜਿਵੇਂ ਕਿ ਉਸ ਤਰ੍ਹਾਂ ਜਦੋਂ ਮੈਂ, ਕਿਉਂਕਿ 1967 ਦਾ ਬੌਰਨ ਹੈ, ਤੇ ਉਦੋਂ ਜਦੋਂ ਮੈਂ ਪੜ੍ਹਦਾ ਸੀ 82-83 ਦੇ ਵਿੱਚ, ਉਦੋਂ ਇੱਕ ਪ੍ਰਚਲਨ ਇਹੀ ਸੀ ਵੀ ਜਾਂ ਤਾਂ ਹੁਸ਼ਿਆਰ ਬੱਚੇ ਨੂੰ ਡਾਕਟਰ ਬਣਾ ਦਿਓ ਜਾਂ ਤੁਸੀਂ ਇੰਜੀਨੀਅਰ ਬਣਾ ਦਿਓ। ਬਾਕੀ ਬਹੁਤ ਸਾਰੀਆਂ ਸਟਰੀਮਸ ਹਾਲੇ ਬਹੁਤੀਆਂ ਪਪੂਲਰ ਨਹੀਂ ਸੀ ਹੋਈਆਂ, ਹੁਣ ਤਾਂ ਬਹੁਤ ਕੁਝ ਹੈਗਾ। ਤੇ ਉਦੋਂ ਫਿਰ ਸੀ ਵੀ ਡਾਕਟਰ ਬਣੋ, ਮੈਨੂੰ ਆਪ ਨੂੰ ਵੀ ਲੱਗਾ ਵੀ ਡਾਕਟਰ ਬਣਨਾ ਚਾਹੀਦਾ। ਮੇਰੇ ਟੀਚਰ ਵੀ ਕਹਿੰਦੇ ਸੀ ਕਿ ਡਾਕਟਰ ਬਣੋ, ਹੈ ਨਾ, ਪਰ ਮੈਂ ਮਤਲਬ ਡਾਕਟਰ ਬਣਨ ਵਾਲੇ ਪਾਸੇ ਗਿਆ। ਲੇਕਿਨ ਜਦੋਂ ਮੇਰਾ ਇੰਟਰਸਟ ਇੱਧਰ ਪੈਦਾ ਹੋ ਗਿਆ, ਨਾਲ ਨਾਲ ਕਰਦਾ ਰਿਹਾ, ਡਿਗਰੀ ਮੈਂ ਕੰਪਲੀਟ ਕੀਤੀ, ਲੇਕਿਨ ਇੰਨਾ ਕਿ ਇੰਟਰਸਟ ਪੈਦਾ ਹੋ ਗਿਆ, ਭਾਗ ਗੁਰਸ਼ਰਨ ਸਿੰਘ ਨੂੰ ਮਿਲ ਲਿਆ, ਫਿਰ ਮੈਨੂੰ ਲੱਗਾ ਨਹੀਂ, ਮੈਂ ਜੇ ਮੈਂ ਡਾਕਟਰੀ ਕਰਦਾ ਰਿਹਾ ਮੈਂ ਤਾਂ ਮਰ ਜਾਊਂਗਾ, ਹੈ ਨਾ। ਮੈਂ ਤੇ ਆਪਣੀ ਕਲਾ ਨੂੰ, ਜੋ ਮੇਰੇ ਅੰਦਰ ਹੁਨਰ ਹੈਗਾ, ਉਹਨੂੰ ਦਬਾ ਕੇ ਕਿੰਨੇ ਕੁ ਸਾਲ ਮੈਂ ਜਿਉ ਲਊਂਗਾ। ਦੈਨ ਆਈ ਡਿਸਾਈਡਡ ਕਿ ਨਹੀਂ, ਡਾਕਟਰੀ ਨਹੀਂ ਕਰਨੀ, ਇਹੀ ਕਰਨਾ। ਜਦੋਂ ਮੈਂ ਕੀਤਾ, ਪਰਿਵਾਰ ਵੱਲੋਂ ਵਿਰੋਧ ਹੋਇਆ, ਪਰਿਵਾਰ ਨੇ, ਕਿਉਂਕਿ ਅਸੀਂ ਵੀ ਤਾਂ ਤੈਨੂੰ ਡਾਕਟਰ ਬਣਾਇਆ ਸੀ, ਔਰ ਡਾਕਟਰ ਦੇ ਬਾਰੇ ਇੱਕ ਪਰਸੈਪਸ਼ਨ ਹੈ ਸਮਾਜ ਦੇ ਵਿੱਚ ਵੀ ਡਾਕਟਰ ਹੋਏਗਾ ਤਾਂ ਪੈਸਾ ਹੋਏਗਾ, ਬਹੁਤ ਜ਼ਿਆਦਾ, ਖੂਬ ਪੈਸਾ, ਹਸਪਤਾਲ ਕਲੀਨਿਕ ਚੱਲਣਗੇ ਨਾ, ਪੈਸਾ ਵੀ ਇਹਦੇ ਵਿੱਚ ਤਾਂ ਪੈਸਾ ਹੈ ਨਹੀਂ। ਜਿਹੜਾ ਕਿੱਤਾ ਤੂੰ ਅਪਣਾ ਲਿਆ, ਉਦੋਂ ਤਾਂ ਕਿੱਤਾ ਨਹੀਂ ਸੀ, ਉਦੋਂ ਤੇ ਵੀ ਸ਼ੌਂਕ ਸੀ, ਹੈ ਨਾ, ਅਪਣਾ ਲਿਆ। ਪਰ ਹੌਲੀ ਹੌਲੀ ਪਰਿਵਾਰ ਨੇ ਕੋਈ ਐਦਾਂ ਨਹੀਂ, ਕੋਈ ਇਦਾਂ ਦਾ ਵਿਰੋਧ ਨਹੀਂ ਕੀਤਾ ਵੀ ਬਹੁਤ ਸਖਤ ਵਿਰੋਧ ਕੀਤਾ ਹੋਵੇ। ਉਹਦਾ ਕਾਰਨ ਸੀ ਕਿ ਮੈਂ ਪਰਿਵਾਰ ਦਾ ਲਾਡਲਾ ਸੀ, ਛੋਟਾ ਸੀ ਬੱਚਾ, ਸਾਰਿਆਂ ਨੂੰ ਲਾਡ ਪਿਆਰ ਨਾਲ ਸੀ। ਬਹੁਤਾ ਕਿਸੇ ਨੇ ਇਹ ਨਹੀਂ ਵੀ ਮੇਰੇ ਕੋਲ ਥੱਪੜ ਮਾਰੇ ਜਾਂ ਮੈਨੂੰ ਕੋਈ ਡਾਂਟਿਆ, ਕਿਹਾ ਜ਼ਰੂਰ ਵੀ ਕਾਕਾ ਤੂੰ ਕਿਹੜੇ ਰਾਹਾਂ ਤੇ ਤੁਰ ਪਿਆ। ਪਰ ਹੌਲੀ ਹੌਲੀ ਜਦੋਂ ਮੈਨੂੰ ਕਿਤੇ ਉਹਨਾਂ ਨੇ ਸਟੇਜ ਤੇ ਪਰਫਾਰਮ ਕਰਦਿਆਂ ਦੇਖਿਆ, ਜਾਂ ਮੈਂ ਤੇ ਅਖਬਾਰ 'ਚ ਫੋਟੋ ਛਪਦੀ ਦੇਖੀ, ਜਾਂ ਕਿਤੇ ਟੈਲੀਵਿਜ਼ਨ ਤੇ ਕੁਝ ਮੇਰਾ ਚਿਹਰਾ ਦੇਖਿਆ, ਹੁਣ ਲੱਗਾ ਵੀ ਬੱਚਾ ਜੋ ਕਰ ਰਿਹਾ ਠੀਕ ਕਰ ਰਿਹਾ, ਠੀਕ ਕਰ ਰਿਹਾ। ਫਿਰ ਤੇ ਮਾਣ ਨਾਲ ਮੇਰੀ ਬੀਬੀ, ਮਤਲਬ ਜਦੋਂ ਦੁਨੀਆ ਤੋਂ ਰੁਖਸਤ ਹੋਈ ਹੈ, ਤੇ ਉਹ ਮਾਣ ਨਾਲ ਕਹਿੰਦੀ ਹੁੰਦੀ ਸੀ ਸਾਰਿਆਂ ਨੂੰ ਕਿ ਮੇਰਾ ਛੋਟਾ ਪੁੱਤ ਜਿਹੜਾ ਹੈਗਾ ਮੇਰਾ ਲਾਡੂ ਹੈ ਨਾ। ਤੇ ਮੈਨੂੰ ਵੀ ਪਤਾ ਕਿ ਮਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਹੈ। ਬਹੁਤ ਤੁਸੀਂ ਕਿਹਾ ਕਿ ਮੈਂ ਸਭ ਤੋਂ ਛੋਟਾ ਸੀਗਾ, ਤੇ ਜਿੰਨਾ ਰਹਿੰਦਾ ਖੁੰਦਾ ਸਾਰਾ ਪਿਆਰ ਸੀ ਉਹ ਮੈਨੂੰ ਮਿਲ ਗਿਆ। ਨਾ ਰਹਿੰਦਾ ਖੁੰਦਾ ਵੀ ਉਹ ਮੇਰੀਆਂ ਵੱਡੀਆਂ ਭੈਣਾਂ ਤੇ ਭਰਾਵਾਂ ਨੂੰ ਦਿੱਤਾ ਹੀ ਨਹੀਂ ਸੀ ਮਾਂ ਨੇ। ਉਹਨੇ ਕਿਹਾ ਮੈਂ ਤੇ ਆਪਣੇ ਲਾਡੂ ਨੂੰ ਬਚਾ ਕੇ ਰੱਖਿਆ, ਲਾਡੂ ਨੂੰ। ਮੈਂ ਸੱਚੀ ਮਾਂ ਦਾ ਲਾਡੂ ਕਹਿੰਦੇ ਨੇ ਮਾਮਾ ਵਰਗਾ, ਕਹਿੰਦੇ ਕਣਸ਼ਾ ਨਿੱਕਾ ਬੂਟਾ ਕਹਿੰਦੀ ਹੁੰਦੀ ਸੀ ਮੇਰੀ ਮਾਂ ਮੈਨੂੰ, ਮੇਰਾ ਨਿੱਕਾ ਬੂਟਾ ਹੈ। ਕਿੱਲੇ ਪੈ ਜਾਏ ਖੁਦ ਮਾਂ, ਬੱਚਾ ਸੁੱਕੇ ਪਾਵੇ, ਮਾਂ ਹੀ ਕਰ ਸਕਦੀ। ਜੀ ਜੀ ਜੀ, ਵਾਕਈ ਮਾਂ ਦਾ ਪ੍ਰਭਾਵ ਹਰ ਇੱਕ ਦੀ ਜ਼ਿੰਦਗੀ ਬਹੁਤ, ਮੇਰੇ ਤੇ ਬਹੁਤ ਮਾਂ ਦਾ ਪ੍ਰਭਾਵ। ਦੇ ਵਿਸ਼ੇ ਚੁਣਦੇ, ਤੁਸੀਂ ਸਮਾਂ ਵਾਲੀ ਡਾਂਗ ਨਾਟਕ ਦਾ ਵਿਸ਼ਾ ਚੁਣਿਆ, ਤੁਸੀਂ ਧੰਨ ਲਿਖਾਰੀ ਨਾਨਕ ਦਾ ਵਿਸ਼ਾ ਚੁਣਿਆ। ਇਹ ਵਿਸ਼ੇ ਨੂੰ ਚੁਣਨ ਲਈ ਕਿੰਨਾ ਕੁ ਤੁਹਾਨੂੰ ਪਿਛਲ ਝਾਤ ਮਾਰਨੀ ਪੈਂਦੀ ਹੈ, ਕਿੰਨਾ ਕੁ ਤੁਹਾਨੂੰ ਉਹਦੇ ਤੇ ਕਨਸੈਂਟਰੇਟ ਕਰਨਾ ਪੈਂਦਾ ਹੈ, ਤੇ ਕਦੋਂ ਕਿਵੇਂ ਨਾ ਜਿਹੜਾ ਚਮਕ ਕੇ ਤੁਹਾਡੇ ਸਾਹਮਣੇ ਆ ਜਾਂਦਾ, ਧੰਨ ਲਿਖਾਰੀ ਨਾਨਕਾ, ਸਮਾਂ ਵਾਲੀ ਡਾਂਗ, ਇਹਦੇ ਤੇ ਮੈਂ ਕਰਨਾ, ਕਿ ਜਾਂ ਪਹਿਲਾਂ ਵਿਸ਼ਾ ਸੋਚ ਲੈਂਦੇ ਹੋ, ਨਾ ਬਾਅਦ ਸੋਚਦੇ ਹੋ, ਕਿ ਪਹਿਲਾਂ ਨਾ ਸੋਚ ਲੈਂਦੇ ਹੋ, ਵਿਸ਼ਾ ਬਾਅਦ ਸੋਚਦੇ ਹੋ? ਆਲਵੇਜ਼ ਸੇਮ ਪ੍ਰੋਸੈਸ ਨਹੀਂ ਰਹਿੰਦਾ। ਅੱਛਾ। ਕਈ ਵਾਰੀ ਮੇਰੇ ਨਾਟਕ ਦਾ ਕਲਾਈਮੈਕਸ ਪਹਿਲਾਂ ਮੇਰੇ ਦਿਮਾਗ 'ਚ ਆ ਜਾਂਦਾ ਕਿ ਮੈਂ ਐਂਡ 'ਚ ਪਹੁੰਚਣਾ ਇੱਥੇ ਹੈ, ਹੁਣ ਮੈਂ ਉਹਦੀ ਬੋਡੀ ਤਿਆਰ ਕਰਨੀ ਹੈ, ਹਨਾ, ਕਿੱਦਾਂ ਇੱਥੇ ਤੱਕ ਪਹੁੰਚਣਾ ਕਿਵੇਂ ਹੈ। ਕਈ ਵਾਰੀ ਹੁੰਦਾ ਕਿ ਮੇਰੇ ਕੋਲ ਸਟਾਰਟ ਹੁੰਦਾ, ਅੱਗੇ ਕੁਝ ਨਹੀਂ ਹੁੰਦਾ, ਵੀ ਹੁਣ ਮੈਂ ਰਸਤਾ ਤਲਾਸ਼ਣਾ ਕਿੱਦਾਂ ਪਹੁੰਚਣਾ ਉੱਥੇ ਤੱਕ, ਹੈ ਨਾ। ਜਾਂ ਕਈ ਵਾਰੀ ਕੋਈ ਕਿਰਦਾਰ ਹੀ ਮੈਨੂੰ ਅਟਰੈਕਟ ਕਰ ਰਿਹਾ, ਮਤਲਬ ਇਸ ਕਿਰਦਾਰ ਤੇ ਗੱਲ ਹੋਣੀ ਚਾਹੀਦੀ ਹੈ। ਸੋ ਆਲਵੇਜ਼ ਸੇਮ ਪ੍ਰੋਸੈਸ ਨਹੀਂ ਹੈਗਾ, ਹੈ ਨਾ। ਪਰ ਇਹ ਜਿਹੜਾ ਨਾਟਕ ਹੈ ਜਿਹਦੀ ਤੁਸੀਂ ਹੁਣ ਗੱਲ ਕਰ ਰਹੇ ਹੋ, ਧੰਨ ਲਿਖਾਰੀ ਨਾਨਕਾ ਦੀ, ਇਹ ਜਦੋਂ ਮੈਂ ਇਸ ਫਿਕਰ ਨਾਲ ਦੋ ਚਾਰ ਹੋ ਰਿਹਾ ਸੀ ਕਿ ਠੀਕ ਹੈ ਭਾਈ, ਮੈਂ ਲੇਖਕ ਵੀ ਹਾਂ, ਮੈਂ ਕਲਾਕਾਰ ਵੀ ਹਾਂ, ਤਾਂ ਆਪਾਂ ਕਹਿੰਦੇ ਹਾਂ ਕਿ ਲੇਖਕ ਤੇ ਕਲਾਕਾਰ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ, ਪਰ ਜ਼ਿੰਮੇਵਾਰੀ ਹੈ ਕੀ, ਉਹ ਕਿੱਦਾਂ ਦੀ ਜ਼ਿੰਮੇਵਾਰੀ ਹੈ, ਸਮਾਜ ਨਾਲ ਕਿੱਦਾਂ ਲੇਖਕ ਜੁੜਿਆ ਰਹੇ, ਉਹ ਜਦੋਂ ਮੈਂ ਸਾਰੀਆਂ ਉਹਦੀਆਂ ਲੇਅਰਸ ਨੂੰ ਫਰੋਲਣ ਦੀ ਕੋਸ਼ਿਸ਼ ਕਰਦਾ ਰਿਹਾ, ਤੇ ਮੈਨੂੰ ਲੱਗਾ ਕਿ ਬਾਬਾ ਨਾਨਕ ਮੈਨੂੰ ਅਸੀਸ ਦੇ ਸਕਦੇ ਨੇ, ਬਾਬਾ ਨਾਨਕ ਮੇਰੀ ਉਂਗਲੀ ਫੜ ਕੇ ਮੈਨੂੰ ਸਹੀ ਪਾਸੇ ਤੋਰ ਸਕਦੇ ਨੇ। ਉਹ ਕਿੱਦਾਂ ਕਿ ਬਾਬਾ ਨਾਨਕ ਦੀ ਸਾਰੀ ਜ਼ਿੰਦਗੀ ਨੂੰ ਜਦੋਂ ਮੈਂ ਦੇਖਦਾ, ਪੜ੍ਹਿਆ, ਫਿਰ ਮੈਂ ਬਹੁਤ ਪੜ੍ਹਿਆ, ਜਦੋਂ ਮੈਂ ਇਹ ਨਾਟਕ ਬਾਬੇ ਨੂੰ ਦੁਬਾਰਾ ਪੜ੍ਹਿਆ ਤਾਂ ਲੱਗਿਆ ਕਿ ਬਾਬਾ ਇੱਕ ਤਾਂ ਸੱਚ। ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਿ ਬਾਬੇ ਦੀ ਜਿਹੜੀ ਬਾਬੇ ਦੀ ਬਾਣੀ ਹੈਗੀ ਨਾ, ਬਾਬੇ ਦੀ, ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਜਿਹੜੀ ਹੈਗੀ ਨਾ ਬਾਬੇ ਦੀ। ਸੋ ਲੱਗਾ ਕਿ ਬਾਬਾ ਸੱਚ ਬੋਲਦਾ ਬਹੁਤ ਜ਼ਿਆਦਾ, ਹੈ ਨਾ। ਬਾਬਾ ਜਿਹੜਾ ਗੋਸ਼ਟ ਕੀਤੀ ਬਾਬੇ ਨੇ, ਉਹ ਪੂਰਾ ਪੜ੍ਹਿਆ, ਕਿ ਜਿਹੜੀ ਸਿੱਧ ਗੋਸ਼ਟ ਹੈ ਉਹ ਪੂਰੀ ਦੀ ਪੂਰੀ ਪੜ੍ਹੀ, ਉਹਦੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਤੇ ਮੈਂ ਅਲੱਗ ਨਾਟਕ ਵੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਲਿਖਿਆ ਨਹੀਂ ਗਿਆ, ਪਰ ਉਹ ਮੈਂ ਪੜ੍ਹਿਆ ਉਹਦੇ ਵਿੱਚ ਉਹ ਸਾਰਾ, ਹੈ ਨਾ। ਮੈਨੂੰ ਲੱਗਾ ਕਿ ਬਾਬੇ ਕੋਲ ਜਿਹੜੀ ਤਾਕਤ ਹੈ ਬਾਬੇ ਦੀ, ਇੱਕ ਤਾਂ ਸੱਚ, ਵੀ ਸੱਚ ਤੋਂ ਥੱਲੇ ਕੁਝ ਨਹੀਂ, ਇਹ ਨਹੀਂ ਵੀ ਸੱਚ ਵੀ ਐ ਵੀ ਸਿਰੇ ਦਾ ਸੱਚ ਜਿਹੜਾ ਨਾ, ਸੱਚ ਪੱਲੇ ਆ। ਫਿਰ ਉਹ ਸੱਚ ਲਈ
ਜ਼ੁਰਤ ਜਿਹੜਾ ਹੈਗਾ ਜ਼ੁਰਤ, ਨਾ ਪੁਜਾਰੀ ਵਰਗ ਤੋਂ ਡਰਨਾ, ਨਾ ਹਾਕਮ ਤੋਂ ਡਰਨਾ, ਕਿਸੇ ਤੋਂ ਨਹੀਂ ਡਰਨਾ, ਸੱਚ ਪੱਲੇ ਤੇ ਕੋਠੇ ਚੜ੍ਹ ਕੇ ਨੱਚੋ, ਉਹ ਹੈ। ਤੀਸਰੀ ਗੱਲ ਜਿਹੜੀ ਸਭ ਤੋਂ ਖੂਬਸੂਰਤ, ਜਿਹੜੀ ਮੇਰੀ ਪ੍ਰੇਰਣਾ ਬਣੀ, ਕਿ ਬਾਬੇ ਦਾ ਸਾਰਾ ਸੱਚ ਜ਼ੁਰਤ ਨਾਲ ਬੋਲਿਆ ਹੋਇਆ ਸੱਚ ਕਲਾਤਮਕ ਸੀ। ਬਾਬੇ ਨੇ ਕਿਤੇ ਵੀ ਕੋਈ ਕ੍ਰਿਊਡ ਲੈਂਗੁਏਜ ਨਹੀਂ ਯੂਜ਼ ਕੀਤੀ। ਬਾਬੇ ਨੇ ਜੋ ਕੀਤਾ ਕਲਾ ਦੇ ਰੂਪ ਚ ਕੀਤਾ। ਕਿਸੇ ਲੇਖਕ ਲਈ ਇਸ ਤੋਂ ਵੱਡੀ ਪ੍ਰੇਰਣਾ ਕਿੱਥੋਂ ਮਿਲ ਸਕਦੀ ਹੋਰ। ਤਾਂ ਮੈਨੂੰ ਕਰਦਿਆਂ ਫਿਰ ਮੈਂ ਇਸ ਟਾਈਟਲ ਤੇ ਪਹੁੰਚਿਆ, ਧੰਨ ਲਿਖਾਰੀ ਨਾਨਕਾ, ਕਿ ਇੱਥੋਂ ਹੀ ਗੱਲ ਸ਼ੁਰੂ ਕਰਾਂ। ਇੱਥੋਂ ਜਦੋਂ ਮੈਂ ਗੱਲ ਸ਼ੁਰੂ ਕਰਾਂਗਾ, ਮੇਰਾ ਜਿਹੜਾ ਦਰਸ਼ਕ ਵਰਗ ਹੈ ਉਹਨੂੰ ਜੋੜਨਾ ਸੌਖਾ ਰਹੇਗਾ, ਉਹਨੂੰ ਕਿਤੇ ਇੱਕ ਬਿੰਦੂ ਮਿਲੇਗਾ ਜਿਹਦੇ ਆਲੇ ਦੁਆਲੇ ਘੁੰਮ। ਕੀ ਲੇਖਕਾਂ ਲਈ ਕੋਈ ਸਿੱਖਿਆ ਹੈ, ਜਾਂ ਲੇਖਕਾਂ ਨੂੰ ਕਿਹੜੇ ਦੌਰ ਚੋਂ ਗੁਜ਼ਰਨਾ ਪੈਂਦਾ ਹੈ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਚੇਤਾਵਨੀਆਂ, ਚੁਣੌਤੀਆਂ ਚ ਜੂਝਣਾ ਪੈਂਦਾ, ਇਹਦੇ ਨਾਲ ਕੋਈ ਸੰਬੰਧ ਨਹੀਂ? ਲੇਖਕਾਂ ਨੂੰ ਸਿੱਖਿਆ ਦੇਣ ਵਾਲਾ ਤਾਂ ਮੈਂ ਕੌਣ ਹਾਂ? ਨਾ ਲੇਖਕਾਂ ਨੂੰ ਤਾਂ ਕੌਣ ਸਿੱਖਿਆ ਦੇ ਸਕਦਾ, ਦੇ ਵੀ ਨਹੀਂ ਸਕਦਾ ਹੁੰਦਾ ਕੋਈ। ਲੇਖਕ ਬਹੁਤ ਜ਼ਿੱਦੀ ਹੁੰਦੇ ਨੇ। ਸਿੱਖਿਆ ਨਹੀਂ ਹੈ, ਮੈਂ ਆਪਣੇ ਆਪ ਨੂੰ ਸਵਾਲ ਸੀ ਕਿ ਜੇ ਮੈਂ ਲੇਖਕ ਹਾਂ, ਫਿਰ ਮੇਰੀ ਜੇ ਜ਼ਿੰਮੇਵਾਰੀ ਬਣਦੀ ਹੈ, ਫਿਰ ਜੇ ਬਾਬਾ ਕਹਿੰਦਾ ਵੀ ਸੱਚ ਬੋਲੋ, ਤੇ ਫਿਰ ਜੋ ਕੁਛ ਆਲੇ ਦੁਆਲੇ ਘਟਨਾਵਾਂ ਵਾਪਰ ਰਹੀਆਂ, ਐਡੀਆਂ ਤਿੱਖੀਆਂ ਵਾਪਰ ਰਹੀਆਂ, ਐਡੀਆਂ ਖਤਰਨਾਕ ਵਾਪਰ ਰਹੀਆਂ, ਦਿਨੋਂ ਦਿਨ ਜ਼ੁਲਮ ਵੱਧਦਾ ਜਾ ਰਿਹਾ, ਜਿਹੜੀ ਨਾ ਬਰਾਬਰੀ ਹੈ ਉਹ ਵੱਧਦੀ ਜਾ ਰਹੀ ਹੈ, ਬੇਇਨਸਾਫੀ ਵੱਧਦੀ ਜਾ ਰਹੀ ਹੈ, ਜਿੱਥੇ ਕਿਸੇ ਦਾ ਦਾਅ ਲੱਗਦਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਧਰਮਾਂ ਦੇ ਨਾਮ ਤੇ ਗੰਦੀ ਸਿਆਸਤ ਹੋ ਰਹੀ ਹੈ, ਧਰਮ ਤੇ ਰਾਜਨੀਤੀ ਦੇ ਨਾਪਾਕ ਗੱਠਜੋੜ ਹੋ ਰਹੇ ਨੇ, ਜਿਹੜੀਆਂ ਮਾਈਨਰ ਕਮਿਊਨਿਟੀਜ਼ ਨੇ ਉਹ ਦਬ ਰਹੀਆਂ ਨੇ, ਖਤਰੇ 'ਚ ਨੇ, ਸਹਿਮ 'ਚ ਵਿਚਰ ਰਹੀਆਂ। ਤਾਂ ਉਹਨਾਂ ਦੀ ਜਦੋਂ ਗੱਲ ਕਰਾਂ ਮੈਂ ਬਤੌਰ ਲੇਖਕ, ਕੀ ਮੈਂ ਸਹਿੰਦੀ ਗੱਲ ਹੀ ਕਰਾਂ, ਡਰਦਾ ਹੀ ਗੱਲ ਕਰਾਂ, ਕਿ ਇੰਨੀ ਕੁ ਕਰਾਂ ਤਾਂ ਕਿ ਕੋਈ ਮੈਨੂੰ ਖਤਰਾ ਨਾ ਹੋ ਜਾਏ, ਜਾਂ ਫਿਰ ਜੋ ਮੈਨੂੰ ਸਾਹਮਣੇ ਨਜ਼ਰ ਆ ਰਿਹਾ ਫਿਰ ਮੈਂ ਉਹਨੂੰ ਬਿਲਕੁਲ ਮਤਲਬ ਬੁੱਲੇ ਸ਼ਾਹ ਦੀ ਤਰ੍ਹਾਂ, ਜਦੋਂ ਬੁੱਲੇ ਸ਼ਾਹ ਇੱਕ ਵਾਰੀ ਕਹਿੰਦੇ ਕਿ ਹੁਣ ਕੜ ਪਾਟ ਗਿਆ ਮੇਰਾ, ਹੈ ਨਾ, ਹੁਣ ਮੈਂ ਨੱਚਾਂਗਾ ਖੁੱਲਾ, ਹੈ ਨਾ, ਤੇ ਹੁਣ ਨਹੀਂ, ਹੁਣ ਤਾਂ ਮੇਰਾ ਕੜ ਪਾਟ ਗਿਆ। ਸੋ ਮੈਨੂੰ ਸਿਰਫ ਉਹ ਕੜ ਪਾਟਣ ਦੀ ਸਥਿਤੀ ਇੱਕ ਲੇਖਕ ਦੀ ਆਉਣੀ ਚਾਹੀਦੀ, ਮੇਰੀ ਮਤਲਬ, ਕਿਸੇ ਹੋਰ ਦੀ ਨਹੀਂ, ਹੈ ਨਾ, ਕਿਸੇ ਹੋਰ ਨੂੰ ਕੋਈ ਸਿੱਖਿਆ ਨਹੀਂ, ਮੈਂ ਆਪਣੇ ਆਪ ਨੂੰ ਐਡਰੈਸ ਕਰ ਰਿਹਾ ਸੀ। ਸੋ ਆਪਣੇ ਆਪ ਨੂੰ ਐਡਰੈਸ ਕਰਦਿਆਂ ਹੀ ਮੈਂ ਉਸ ਸਥਿਤੀ 'ਚ ਪਹੁੰਚਿਆ ਕਿ 5-6 ਕਹਾਣੀਆਂ ਆਲੇ ਦੁਆਲੇ ਵਾਪਰਦੀਆਂ, ਉਹਨਾਂ ਨੂੰ ਨਾਟਕ ਦੇ ਵਿੱਚ ਪਰੋਇਆ, ਲੇਖਕ ਨੂੰ ਸੈਂਟਰ ਦੇ ਵਿੱਚ ਰੱਖਿਆ। ਲੇਖਕ ਦੀ ਨਿੱਜੀ ਜ਼ਿੰਦਗੀ ਵੀ ਨਾਲ ਚੱਲਦੀ ਹੈ ਨਾਟਕ ਦੇ ਵਿੱਚ, ਬਾਹਰੀ ਜ਼ਿੰਦਗੀ ਜਿਹੜੀ ਲੇਖਕ ਨੂੰ ਅਸਰਅੰਦਾਜ਼ ਕਰ ਰਹੀ ਹੈ, ਤੇ ਲੇਖਕ ਉਹਦੇ ਤੇ ਆਪਣਾ ਅਸਰ ਕਿੱਦਾਂ ਛੱਡ ਸਕਦਾ, ਇਹਨਾਂ ਦੋਨਾਂ ਦਾ ਪਰਸਪਰ ਕੀ ਸੰਬੰਧ ਹੈ, ਉਹ ਸਾਰਾ ਫਿਰ ਇਸ ਨਾਟਕ ਦੇ ਵਿੱਚ। ਹੁਣੇ ਇੱਕ ਸਵਾਲ ਫਟਾਫਟ ਆ ਗਿਆ। ਤੁਸੀਂ ਬਹੁਤ ਕੁਝ ਸਮਾਜ ਲਈ ਲਿਖਦੇ ਹੋ, ਸਮਾਜ ਵਿੱਚੋਂ ਲਿਖਦੇ ਹੋ, ਕਦੀ ਉਹ ਸਮਾਜ ਨੂੰ ਟੁੰਬਦਾ ਹੈ, ਕਦੀ ਕਿਸੇ ਸਮਾਜ ਦੇ ਐਸੇ ਵਰਗ ਨੂੰ ਟੁੰਬ ਜਾਂਦਾ ਜਿਹਨੂੰ ਲੱਗਦਾ ਕਿ ਇਹ ਤਾਂ ਸਾਡੇ ਨਾਲ ਮਾੜੀ ਕੀਤੀ। ਕਦੀ ਇੰਝ ਦਾ ਵੀ ਹੋਇਆ ਕਿ ਕਿਸੇ ਨੇ ਝੰਡਾ ਫੜਿਆ ਹੋਵੇ, ਸਾਹਿਬ ਸਿੰਘ ਨੇ ਆਹ ਗੱਲ ਸਾਡੇ ਵਿਰੁੱਧ ਕਰਤੀ, ਤੇ ਉਹਦੇ ਘਰ ਦੇ ਬਾਹਰ ਕੁਝ ਲਾਤਾ ਹੋਵੇ, ਪੋਸਟਰ ਜਾਂ ਕੁਝ। ਨਹੀਂ, ਏਦਾਂ ਤਾਂ ਮੇਰੇ ਨਾਲ ਕੁਝ ਹੋਇਆ ਨਹੀਂ। ਹਾਂ, ਪਰ ਮੈਂ ਕਹਿੰਦਾ ਮਤਲਬ ਇਹ ਹੋਈ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿ ਜੇ ਮੈਂ ਯੁੱਧ ਤੇ ਬੁੱਧ ਨਾਟਕ ਕੀਤਾ, ਕਸ਼ਮੀਰ ਦੇ ਮਸਲੇ ਉੱਤੇ ਮੈਂ ਖੁੱਲ੍ਹ ਕੇ ਬੋਲਿਆ ਹੈ ਨਾ। ਕਈ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਦੋ ਸਰਕਾਰਾਂ ਉਹਨੂੰ ਖਿਡਾਉਣਾ ਸਮਝ ਕੇ ਉਹਦੇ ਨਾਲ ਖੇਡ ਰਹੀਆਂ ਕਸ਼ਮੀਰ ਨੂੰ, ਕੋਈ ਇਹ ਨਹੀਂ ਪੁੱਛਦਾ ਵੀ ਕਸ਼ਮੀਰੀ ਕੀ ਚਾਹੁੰਦੇ ਨੇ, ਉਹਨਾਂ ਦੀ ਕੀ ਹੈਗੀ। ਸੋ ਇਦਾਂ ਦੇ ਤਮਾਮ ਨਾਟਕ ਮੈਂ ਲਿਖਦਾ ਰਿਹਾ। ਇਦਾਂ ਦੀ ਕੋਈ ਘਟਨਾ ਮੇਰੇ ਨਾਲ ਹਜੇ ਤੱਕ ਨਹੀਂ ਵਾਪਰੀ ਕਿ ਕਿਸੇ ਨੇ ਕੋਈ ਝੰਡਾ ਚੱਕਿਆ, ਕਿਸੇ ਨੇ ਕੋਈ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੁਛ ਹੈਗੇ। ਕਿਉਂ? ਉਹਦਾ ਸ਼ਾਇਦ ਰੀਜ਼ਨ ਹੈ ਕਿ ਮੈਨੂੰ ਹੁੰਦਾ ਕਿ ਜਿਹੜੀ ਧਿਰ ਮੇਰੇ ਵਿਰੋਧ 'ਚ ਖੜੀ ਹੈ, ਜਿਹਦਾ ਮੈਨੂੰ ਪਹਿਲਾਂ ਹੀ ਪਤਾ ਵੀ ਉਹਦੇ ਵਿਰੋਧ 'ਚ ਖੜਨਾ, ਉਹਨੂੰ ਵੀ ਐਡਰੈਸ ਕਰਨ ਦੀ ਲੋੜ ਹੈ। ਔਰ ਮੈਂ ਜ਼ਿਆਦਾ ਜ਼ਿੰਮੇਵਾਰੀ ਸਮਝਦਾ ਕਿ ਉਸ ਧਿਰ ਨੂੰ ਜ਼ਿਆਦਾ ਐਡਰੈਸ ਕਰੋ ਜਿਹੜੀ ਧਿਰ ਵਿਰੋਧ 'ਚ ਖੜੀ ਹੈ। ਕਈ ਵਾਰੀ ਵਿਰੋਧ ਬਹੁਤ ਹੀ ਮਤਲਬ ਕਿ ਬੇਲੋੜਾ ਹੁੰਦਾ। ਉਹ ਵਿਰੋਧ ਦੀ ਕੰਧ ਇੰਨੀ ਛੋਟੀ ਹੁੰਦੀ ਨਾ, ਇੰਨੀ ਕਮਜ਼ੋਰ ਹੁੰਦੀ ਹੈ ਕਿ ਇੱਕ ਠੋਕਰ ਮਾਰੋ ਢਹਿ ਜਾਂਦੀ ਹੈ। ਸੋ ਉਹਨੂੰ ਵੀ ਮੈਂ ਢਾਣ ਦੀ ਕੋਸ਼ਿਸ਼ ਕਰਦਾ, ਕਿਤੇ ਮੈਂ ਉਹ ਡਾਇਲੌਗ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਹੜੀ ਧਿਰ ਇਹ ਸੋਚ ਕੇ ਮੇਰਾ ਨਾਟਕ ਦੇਖਣਾ ਨਹੀਂ ਕਿ ਇਹਨੇ ਤਾਂ ਵਿਰੋਧ 'ਚ ਹੀ ਬੋਲਣਾ, ਉਹ ਵੀ ਐਂਡ ਦੇ ਵਿੱਚ ਗੱਲ ਕਰਕੇ ਜਾਵੇ ਯਾਰ ਹਾਂ ਬੰਦਾ ਬੋਲਿਆ ਤਾਂ ਵਿਰੋਧ 'ਚ ਹੀ ਹੈ ਨਾ, ਪਰ ਇਹਦੀ ਗੱਲ ਨੂੰ ਹੁਣ ਕਾਊਂਟਰ ਕਿਵੇਂ ਕਰੀਏ। ਪਰ ਹੈ ਸੱਚ ਇੱਥੇ ਹੈ ਨਾ ਵੀ ਦੇਖੋ, ਸਾਹਿਤ ਤੇ ਆਮ ਗੱਲਬਾਤ ਇੱਥੇ ਹੀ ਤਾਂ ਫਰਕ ਹੈ ਨਾ, ਹੈ ਨਾ, ਵੀ ਸਾਹਿਤ ਇੰਨੇ ਤਰੀਕੇ ਨਾਲ ਤੇ ਸਲੀਕੇ ਨਾਲ ਗੱਲ ਕਰੇ ਕਿ ਤੁਹਾਡਾ ਵਿਰੋਧੀ ਵੀ ਹੈ, ਘੱਟੋ ਘੱਟ ਉਹ ਵੀ ਤੁਹਾਡੀ ਗੱਲ ਨੂੰ ਸੁਣ ਸਕਦਾ ਹੋਵੇ, ਸੁਣੇਗਾ, ਤੁਹਾਡੇ ਨਾਲ ਬਹਿਸ ਵਿੱਚ ਪਏਗਾ, ਤੁਹਾਡੇ ਨਾਲ ਇੰਟਰੈਕਸ਼ਨ 'ਚ ਪਏਗਾ, ਵਿਚਾਰਾਂ ਦੇ ਆਦਾਨ ਪ੍ਰਦਾਨ 'ਚ ਪਏਗਾ। ਹੋ ਸਕਦਾ ਉਹ ਤੁਹਾਨੂੰ ਕਨਵਿੰਸ ਕਰ ਜਾਵੇ, ਹੋ ਸਕਦਾ ਤੁਸੀਂ ਉਹਨੂੰ ਕਨਵਿੰਸ ਕਰ ਦੇਵੋ। ਸੋ ਇਸ ਪ੍ਰੋਸੈਸ ਵਿੱਚ ਪੈ ਰਹਿਣਾ ਚਾਹੀਦਾ। ਬਹੁਤ ਖੂਬਸੂਰਤ ਗੱਲਾਂ ਕਰ ਰਹੇ ਹੋ, ਬਹੁਤ ਖੂਬਸੂਰਤ ਗੱਲਾਂ ਕਰ ਰਹੇ ਹੋ। ਮੈਂ ਤੇ ਜਿਹੜੇ ਸਾਡੇ ਇਸ ਵੇਲੇ ਦਰਸ਼ਕ ਤੇ ਜਿਨ੍ਹਾਂ ਨੇ ਸਾਡੇ ਰੇਡੀਓ ਦੇ ਉੱਪਰ ਵੀ ਇਸ ਪ੍ਰੋਗਰਾਮ ਨੂੰ ਸੁਣਨਾ ਹੈ, ਉਹਨਾਂ ਨੂੰ ਇਹ ਵੀ ਕਹੂੰਗੀ ਕਿ ਕਿਤੇ ਕਦੋਂ ਕਿਸੇ ਵੇਲੇ ਵੀ ਤੁਹਾਨੂੰ ਲੱਗਦਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਆ ਰਹੇ ਨੇ ਤੇ ਉਹਨਾਂ ਨੇ ਆਪਣਾ ਨਾਟਕ ਪੇਸ਼ ਕਰਨਾ ਹੈ, ਤਾਂ ਬਿਨਾਂ ਸੋਚੇ ਟਿਕਟ ਖਰੀਦ ਲਓ। ਟਿਕਟ ਜਿੰਨੇ ਦੀ ਲੈਂਦੇ ਹੋ ਉਹਦੇ ਨਾਲੋਂ ਦੁੱਗਣਾ ਚੌਗਣਾ ਤੁਸੀਂ ਇੱਕ ਸੂਖਮਤਾ ਆਪਣੇ ਅੰਦਰ ਲੈ ਕੇ ਆਓਗੇ, ਤੇ ਉਹ ਸੂਖਮਤਾ ਹਮੇਸ਼ਾ ਤੁਹਾਡੇ ਅੰਦਰ ਜਿਉਂਦੀ ਰਹੂਗੀ। ਡਾਕਟਰ ਸਾਹਿਬ ਸਿੰਘ ਜੀ, ਬਹੁਤ 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 ਸ਼ੁਕਰੀਆ ਕਿ ਤੁਸੀਂ ਆਪਣੇ ਇੰਨੇ ਰੁਝੇਵਿਆਂ ਦੇ ਵਿੱਚੋਂ ਕੈਲਗਰੀ ਦੇ ਵਿੱਚ ਪੰਜਾਬੀ ਨੈਸ਼ਨਲ TV ਲਈ ਸਮਾਂ ਕੱਢਿਆ।
ਜੀ ਬਹੁਤ ਮਿਹਰਬਾਨੀ। ਔਰ ਮੈਂ ਚਾਹੁੰਦਾ ਵੀ ਤੁਹਾਡੇ ਰਾਹੀਂ ਫਿਰ ਇੱਕ ਵਾਰੀ ਜਿਹੜੀ ਗੱਲ ਤੁਸੀਂ ਕਹੀ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ, ਜ਼ਰੂਰ 22 ਤਰੀਕ ਨੂੰ ਦੁਪਹਿਰੇ 1 ਵਜੇ ਜਦੋਂ ਇਹ ਨਾਟਕ ਪੇਸ਼ ਹੋਣਾ ਕੈਲਗਰੀ ਦੇ ਵਿੱਚ, ਜ਼ਰੂਰ ਆਓ। ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੁਸੀਂ ਜ਼ਰੂਰ ਟਿਕਟਾਂ ਲਓ, ਤਾਂ ਕਿ ਉੱਥੇ ਆ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ। ਨਾਟਕ ਦੇਖੋ। ਮੈਂ ਕੋਈ ਬਹੁਤ ਵੱਡਾ ਵਾਅਦਾ ਨਹੀਂ ਕਰ ਸਕਦਾ, ਇੰਨਾ ਜ਼ਰੂਰ ਕਰ ਸਕਦਾ, ਤੁਹਾਡੀ ਗੱਲ ਕਰਾਂਗਾ, ਤੁਹਾਨੂੰ ਆਪਣੀ ਗੱਲ ਲੱਗੇਗੀ। ਧੰਨਵਾਦ ਜੀ, ਬਹੁਤ ਇਹ ਸੀ ਸਾਡੇ ਨਾਲ ਡਾਕਟਰ ਸਾਹਿਬ ਸਿੰਘ ਜੀ, ਜਿਨ੍ਹਾਂ ਦਾ ਕੱਲ ਨੂੰ, ਕਿਉਂਕਿ ਇਹੋ ਹੀ ਪ੍ਰੋਗਰਾਮ ਜਿਹੜਾ ਰੇਡੀਓ ਦੇ ਉੱਪਰ ਵੀ ਕੱਲ ਨੂੰ 6 ਤੋਂ 7 ਵਜੇ ਤੱਕ ਆਉਣਾ, ਤੇ ਇਹ ਕੈਲਗਰੀ ਦੇ ਸਾਰੇ ਵਾਸੀਆਂ ਲਈ ਹੈਗਾ ਕਿ ਜਿਹਨੇ ਟਿਕਟ ਨਹੀਂ ਲਈ ਹਜੇ ਵੀ ਲੈ ਲਓ, ਕਿਉਂਕਿ ਡਾਕਟਰ ਸਾਹਿਬ ਸਿੰਘ ਵਰਗੇ ਕਲਾਕਾਰ ਜਿਹੜੇ ਲੋਕਾਂ ਦੇ ਅੰਦਰਲੀ ਛੁਪ ਕੇ ਬੈਠੀ, ਦੁੱਬ ਕੇ ਬੈਠੀ ਸੂਖਮਤਾ ਨੂੰ ਇੱਕ ਛੋਟਾ ਜਿਹਾ ਪਲੀਤਾ ਲਾ ਸਕਦੇ ਨੇ, ਤੁਹਾਨੂੰ ਸੂਖਮਤਾ ਨੂੰ ਬਾਹਰ ਕੱਢ ਕੇ ਤੁਹਾਨੂੰ ਸੋਚਣ ਲਈ ਮਜਬੂਰ ਕਰਦੇ ਨੇ। ਸਟੇਜ ਦੇ ਉੱਪਰ ਇੱਕ ਜਿਉਂਦੀ ਜਾਗਦੀ ਤਸਵੀਰ ਦੇ ਵਜੋਂ ਪੇਸ਼ ਹੁੰਦੇ ਨੇ, ਚਾਹੇ ਹੱਥ ਵਿੱਚ ਸੰਮਾਂ ਵਾਲੀ ਡੰਗ ਫੜੀ ਹੋਵੇ ਤੇ ਕਦੇ ਲੇਖਕ ਵਾਲੀ ਕਲਮ ਫੜੀ ਹੋਵੇ, ਜਾਂ ਨਾਰੀ ਦੇ ਹੱਕ ਵਿੱਚ ਖੜੇ ਹੋਣ ਲਈ ਵਜਾਈਨਾ ਟਾਕਸ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਹੋਣ। ਸੋ ਲੈਣੀ ਆ ਛੁੱਟੀ, ਗੱਲਾਂ ਬਹੁਤ ਜ਼ਿਆਦੀਆਂ ਨੇ, ਭਾਵੁਕ ਮੈਂ ਵੀ ਹੋ ਜਾਂਦੀ ਹਾਂ ਕਿਉਂਕਿ ਕਦੇ ਕਦੇ ਸਟੇਜ ਤੇ ਜਾਣ ਦਾ ਮੌਕਾ ਮਿਲ ਜਾਂਦਾ, ਪਰ ਇਹ ਅਦੁੱਤੀ ਚੀਜ਼ ਅੱਜ ਅਸੀਂ ਤੁਹਾਡੇ ਸਾਹਮਣੇ ਕਰ ਰਹੇ ਹਾਂ। ਬਹੁਤ ਸਾਰੀਆਂ ਇਹਨਾਂ ਦੀਆਂ ਇੰਟਰਵਿਊਆਂ ਹੋਈਆਂ ਹੋਣਗੀਆਂ, ਪਰ ਯਤਨ ਕੀਤਾ ਕਿ ਕੁਝ ਵੱਖਰਾ ਤੁਹਾਡੇ ਨਾਲ ਸਾਂਝ ਪਾਈ ਜਾਵੇ। ਸੋ ਲੈਣੀ ਆ ਛੁੱਟੀ, ਵੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।